हाँ जी, गुरनैब सिंह फतेह सिंह। हाँ जी सर, करिए शुरू जी। हाँ जी, हाँ जी, हाँ जी, बिल्कुल। ਸਿਰਜਣਾਤਮਕ ਸਿੱਖਿਆ ਸੰਸਾਰ ਦੇ 62ਵੇਂ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਹਾਰਦਿਕ ਸਵਾਗਤ ਹੈ ਜੀ। ਜਿਵੇਂ ਕਿ ਆਪਾਂ ਲੜੀਵਾਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜੁੜ ਰਹੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ, ਹਰ ਵਾਰੀ ਵੱਖਰੇ ਵੱਖਰੇ ਵਿਸ਼ੇ ਦੇ ਉੱਤੇ ਆਪਾਂ ਸਾਡੀਆਂ ਮਹਾਨ ਸ਼ਖਸੀਅਤਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ, ਉਹਨਾਂ ਦੇ ਵਿਚਾਰ ਸੁਣਦੇ ਹਾਂ ਤੇ ਆਪਣੀ ਰਾਏ, ਆਪਣੇ ਸਵਾਲ ਜਵਾਬ ਇਸ ਦਰਮਿਆਨ ਰੱਖਦੇ ਹਾਂ। ਸੋ ਉਸੇ ਤਰੀਕੇ ਦੇ ਨਾਲ ਅੱਜ ਦੇ ਇਸ ਸਮਾਗਮ ਦੇ ਵਿੱਚ, ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਿਲ ਨੇ ਸਰਦਾਰ ਹਰਵੰਸ ਸਿੰਘ ਜੀ ਸੰਧੂ, ਰਿਟਾਇਰਡ DPI ਐਲੀਮੈਂਟਰੀ ਸਿੱਖਿਆ, ਤੇ ਉਹਨਾਂ ਦੇ ਨਾਲ ਸ਼੍ਰੀਮਤੀ ਗੁਰਪ੍ਰੀਤ ਕੌਰ ਜੀ, ਲੈਕਚਰਰ ਪੰਜਾਬੀ, ਤੇ ਨਾਲ ਹੀ ਸਰਦਾਰ ਦਲਜੀਤ ਸਿੰਘ ਜੀ, CHT ਸੈਂਟਰ ਹੈਡ ਟੀਚਰ ਬਠਿੰਡੇ ਤੋਂ ਸਾਡੇ ਨਾਲ ਜੁੜੇ ਹੋਏ ਨੇ। ਇਸੇ ਦਰਮਿਆਨ ਜਾਂ ਇਸੇ ਦੌਰਾਨ ਸਾਡੇ ਨਾਲ ਸਾਡੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਮੋਢੀ ਡਾਕਟਰ ਕੁਲਦੀਪ ਸਿੰਘ ਦੀਪ ਜੀ, ਸਾਡੇ ਐਡਮਿਨ ਦੇ ਵਿੱਚੋਂ ਮੈਡਮ ਮਨਜਿੰਦਰ ਕੌਰ, ਸੁਖਜੀਵਨ ਸ਼ੇਰਖਾਂ, ਡਾਕਟਰ ਇੰਦਰਪ੍ਰੀਤ ਧਾਮੀ ਜੀ, ਨਵਨੀਤ ਕੱਕੜ ਜੀ ਤੇ ਮੈਡਮ ਰੁਪਿੰਦਰ ਸੰਧੂ, ਉਹ ਵੀ ਸਾਡੇ ਨਾਲ ਕੁਝ ਸਾਥੀ ਜੁੜ ਚੁੱਕੇ ਨੇ, ਕੁਝ ਨੇ ਜੁੜਨਾ ਹੈ ਇਸੇ ਪ੍ਰੋਗਰਾਮ ਦੇ ਦੌਰਾਨ ਸਾਡੇ ਨਾਲ। ਤੇ ਅੱਜ ਜਿਸ ਸੰਵੇਦਨਸ਼ੀਲ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਉਹ ਵਿਸ਼ਾ ਹੈ ਸਾਡੇ ਸਾਰਿਆਂ ਦੇ ਸਾਹਮਣੇ ਸਨਮੁਖ ਹੈ। ਤੁਸੀਂ ਪਹਿਲਾਂ ਹੀ ਜਾਣੂ ਹੋ ਕਿ ਸਿੱਖਿਆ ਦੇ ਵਿੱਚ ਸਜ਼ਾ ਤੇ ਇਨਾਮ ਦੀ ਭੂਮਿਕਾ ਦੇ ਬਾਰੇ ਆਪਾਂ ਅੱਜ ਦੇ ਸਾਡੀਆਂ ਇਹਨਾਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਕਰਨੀ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਸਾਰੇ ਕਿ ਸਿੱਖਿਆ ਬੜਾ ਗੰਭੀਰ ਸਾਡੇ ਵਾਸਤੇ ਮੁੱਦਾ ਹੈ। ਸਿੱਖਣਾ ਸਿਖਾਉਣਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਿੱਖਣ ਸਿਖਾਉਣ ਦੇ ਲਈ ਕਿਹੋ ਜਿਹੇ ਮਾਹੌਲ ਹੋਣੇ ਚਾਹੀਦੇ ਨੇ, ਸਿੱਖਣਾ ਕਿੰਨੀ ਗੰਭੀਰ ਤੇ ਕਿੰਨੀ ਲੋੜਵੰਦ ਜਿਹੜੀ ਚੀਜ਼ ਹੈ ਸਾਡੇ ਵਾਸਤੇ। ਸੋ ਉਹਨਾਂ ਚੀਜ਼ਾਂ ਨੂੰ ਲਾ ਕੇ ਇਹਦੀ ਮਹੱਤਤਾ ਕੀ ਹੈ ਤੇ ਇਸ ਨੂੰ ਪੂਰਾ ਕਰਨ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਆਪਣਾ ਯੋਗਦਾਨ ਪਾਉਂਦੀਆਂ, ਕਿਸ ਮੁਕਾਮ ਤੇ ਜਾ ਕੇ ਸਾਡੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਜਿਹਨੂੰ ਸਫਲ ਅਸੀਂ ਮੰਨਦੇ ਹਾਂ। ਤਾਂ ਬਹੁਤ ਸਾਰੇ ਅਧਿਆਪਕ ਵੱਖ-ਵੱਖ ਸਮਿਆਂ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਸਾਡੇ ਨਾਲ ਹੁੰਦੀ ਰਹਿੰਦੀ ਹੈ। ਬਹੁਤ ਸਾਰੀਆਂ ਗਤੀਵਿਧੀਆਂ ਸਿੱਖਣ ਸਿਖਾਉਣ ਨੂੰ ਲੈ ਕੇ ਸਾਡੇ ਇਸ ਗਰੁੱਪ ਦੇ ਵਿੱਚ ਚੱਲਦੀਆਂ ਰਹਿੰਦੀਆਂ। ਤੇ ਅੱਜ ਇਸ ਟੌਪਿਕ ਦੇ ਉੱਤੇ ਸਾਡੀਆਂ ਇਹਨਾਂ ਸ਼ਖਸੀਅਤਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਕੀ ਮਹਿਮਾਨ ਵੀ ਆਪਣਾ ਵਿਚਾਰ ਕਮੈਂਟ ਰਾਹੀਂ ਆਪਣੇ ਵਿਚਾਰ ਜੋ ਸਾਥੀ ਜ਼ੂਮ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਆ ਉਹ ਸਾਡੇ ਨਾਲ ਸਾਂਝੇ ਕਰਨਗੇ। ਸੋ ਸਭ ਤੋਂ ਪਹਿਲਾਂ ਮੈਂ ਸਾਡਾ ਇਹਨਾਂ ਮਹਾਨ ਸ਼ਖਸੀਅਤਾਂ ਦਾ ਸਰਦਾਰ ਹਰਵੰਸ ਸਿੰਘ ਜੀ ਸੰਧੂ, ਸ਼੍ਰੀਮਤੀ ਗੁਰਪ੍ਰੀਤ ਕੌਰ ਜੀ, ਸਰਦਾਰ ਦਲਜੀਤ ਸਿੰਘ ਜੀ, ਇਹਨਾਂ ਦਾ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਪੂਰੀ ਐਡਮਿਨ ਟੀਮ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਤੇ ਉਸ ਤੋਂ ਬਾਅਦ ਆਪਾਂ ਜੋ ਅੱਜ ਦੇ ਇਸ ਪ੍ਰੋਗਰਾਮ ਦਾ ਪੈਟਰਨ ਰੱਖਿਆ ਹੈ, ਕੁਝ ਸਵਾਲ ਹੈ ਜੋ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਤੇ ਤੁਸੀਂ ਜਵਾਬ ਦੇ ਰੂਪ ਦੇ ਵਿੱਚ ਉਹਨਾਂ ਤੇ ਆਪਣੀਆਂ ਟਿੱਪਣੀਆਂ ਸਾਡੇ ਸਰੋਤਿਆਂ ਦੇ ਲਈ ਦਰਜ ਕਰਵਾਓਗੇ, ਦੱਸੋਗੇ। ਸੋ ਸਭ ਤੋਂ ਪਹਿਲਾਂ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲੀ ਬੇਨਤੀ ਮੇਰੀ ਸਰਦਾਰ ਹਰਵੰਸ ਸਿੰਘ ਸੰਧੂ ਜੀ ਨੂੰ ਹੈ, ਜਿਹੜੇ ਕਿ ਵੱਖ-ਵੱਖ ਸਮਿਆਂ ਦੇ ਵਿੱਚ DO ਦੇ ਅਹੁਦੇ ਦੇ ਉੱਤੇ ਤੇ ਉਸ ਤੋਂ ਬਾਅਦ DPI ਦੇ ਅਹੁਦੇ ਤੱਕ ਕੰਮ ਕਰ ਚੁੱਕੀ ਹੈ। ਉਹਨਾਂ ਦਾ ਬੜਾ ਵਿਸ਼ਾਲ ਤਜਰਬਾ ਹੈ ਇਸ ਖੇਤਰ ਦਾ। ਸੋ ਇਸ ਖੇਤਰ ਦੇ ਵਿੱਚ ਕਿਹੋ ਜਿਹੀ ਭੂਮਿਕਾ ਉਹਨਾਂ ਦੀ ਰਹੀ ਜਾਂ ਕਿਹੋ ਜਿਹੇ ਤਜਰਬੇ ਉਹਨਾਂ ਦੀ ਜ਼ਿੰਦਗੀ ਦੇ ਰਹੇ, ਆਪਾਂ ਅੱਜ ਸਿੱਖਿਆ ਦੇ ਵਿੱਚ ਸਜ਼ਾ ਤੇ ਇਨਾਮ ਦੀ ਭੂਮਿਕਾ ਦੇ ਸੰਬੰਧ ਦੇ ਵਿੱਚ ਉਹਨਾਂ ਤੋਂ ਕੁਝ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਜਾਣਨੀਆਂ ਚਾਹਾਂਗੇ ਤੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ। ਸੋ ਸਭ ਤੋਂ ਪਹਿਲਾ ਸਵਾਲ ਮੇਰਾ ਉਹਨਾਂ ਜੀ, ਸਵਾਗਤ ਹੈ ਪਹਿਲਾਂ ਤੁਹਾਡਾ। ਮੈਕ ਅਨਮਿਊਟ ਕਰ ਲਿਓ ਸਰ ਆਪਣਾ।
ਮੇਰੀ ਆਵਾਜ਼ ਆ ਰਹੀ ਹੈ ਸਰ? ਹਰਵੰਸ ਸਿੰਘ ਸੰਧੂ ਜੀ। ਉਹਨਾਂ ਦਾ ਮਾਈਕ ਬੰਦ ਹੈ ਸਰ। ਹਾਂਜੀ ਸੰਧੂ ਸਾਹਿਬ ਹਾਂਜੀ ਹਾਂਜੀ ਹੋ ਗਿਆ ਜੀ। ਜੀ ਠੀਕ ਹੈ ਠੀਕ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਸਵਾਲ ਹੈ ਪਹਿਲਾਂ ਤੁਹਾਡੇ ਵਾਸਤੇ ਕਿ ਤੁਸੀਂ ਆਫੀਸਰ ਕੇਡਰ ਦੇ ਵਿੱਚ ਬੜੇ ਲੰਬਾ ਤਜਰਬਾ ਤੁਹਾਡਾ ਰਿਹਾ ਬਤੌਰ ਡੀਓ ਤੇ ਉਸ ਤੋਂ ਬਾਅਦ DPI ਤੱਕ ਦਾ। ਇਸ ਕੇਡਰ ਦੇ ਵਿੱਚ ਜਦੋਂ ਆਪਾਂ ਸਾਡੇ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ, ਸਜ਼ਾ ਜਾਂ ਇਨਾਮ ਦੇ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਧਿਆਪਕਾਂ ਨਾਲ ਜਦੋਂ ਤੁਹਾਡਾ ਵਰਤਾਅ ਹੁੰਦਾ ਸੀ, ਅਧਿਆਪਕਾਂ ਨਾਲ ਤੁਹਾਡਾ ਵੱਖ-ਵੱਖ ਕੰਮਾਂ ਦੌਰਾਨ ਵਾਹ ਪੈਂਦਾ ਸੀਗਾ, ਤਾਂ ਇਸ ਲੈਵਲ ਦੇ ਉੱਤੇ ਤੁਸੀਂ ਇਸ ਸਾਧਨ ਨੂੰ, ਇਹਨਾਂ ਦੋਨਾਂ ਸਾਧਨਾਂ ਦੇ ਵਿੱਚੋਂ ਕਿਹੜੇ ਸਾਧਨ ਨੂੰ ਵੱਧ ਕਾਰਗਰ ਮੰਨਦੇ ਰਹੇ ਹੋ ਕਿ ਜਦੋਂ ਅਧਿਆਪਕ ਸਾਹਿਬਾਨ ਤੋਂ ਆਪਾਂ ਕੰਮ ਲੈਣਾ ਹੈ ਜਾਂ ਉਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ ਜਾਂ ਤੁਸੀਂ ਉਹਨਾਂ ਦੀ ਅਗਵਾਈ ਉਸ ਰੂਪ ਦੇ ਵਿੱਚ ਉਦੋਂ ਕਰ ਰਹੇ ਹੋ, ਤਾਂ ਕਿਹੜਾ ਹਥਿਆਰ ਹੈ ਜਿਹੜਾ ਤੁਹਾਨੂੰ ਲੱਗਦਾ ਰਿਹਾ ਕਿ ਇਹ ਵੱਧ ਕਾਰਗਰ ਸਿੱਧ ਹੁੰਦਾ ਰਿਹਾ ਸਜ਼ਾ ਤੇ ਇਨਾਮ ਦੇ ਵਿੱਚੋਂ? ਸਭ ਤੋਂ ਪਹਿਲਾਂ ਤਾਂ ਜੀ ਮੈਂ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਪੂਰੀ ਟੀਮ ਨੂੰ ਦਾ ਧੰਨਵਾਦ ਕਰਦਾ। ਸਤਿ ਸ੍ਰੀ ਅਕਾਲ ਕਹਿਣਾ ਸਾਰੀ ਟੀਮ ਨੂੰ। ਤੇ ਬੜੀ ਖੁਸ਼ੀ ਦੀ ਗੱਲ ਹੈ, ਇਹ ਬੜਾ ਵਧੀਆ ਟੌਪਿਕ ਹੈ ਐਜੂਕੇਸ਼ਨ ਦਾ, ਬਹੁਤ ਹੀ ਇੰਪੋਰਟੈਂਟ ਜਿਹੜਾ ਟੌਪਿਕ ਤੁਸੀਂ ਚੁਣਿਆ, ਜਿਹਦੇ ਤੇ ਵੱਖ-ਵੱਖ ਸ਼ਖਸੀਅਤਾਂ ਦੇ ਤੁਸੀਂ ਵਿਚਾਰ ਲੈਣੇ ਆ। ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੋਸਟ ਟਾਈਮ ਮੈਂ ਐਡਮਿਨਿਸਟ੍ਰੇਸ਼ਨ ਦੇ ਖੇਤਰ ਦੇ ਵਿੱਚ ਹੀ ਕੰਮ ਕੀਤਾ। ਮੈਂ ਸਮਝਦਾ ਵੀ ਜਦੋਂ ਤੋਂ ਮੈਂ ਡਾਇਰੈਕਟ PPSC ਰਾਹੀਂ ਹੈਡਮਾਸਟਰ ਸਿਲੈਕਟ ਹੋ ਗਿਆ, ਉਸ ਤੋਂ ਬਾਅਦ PPSC ਰਾਹੀਂ ਪ੍ਰਿੰਸੀਪਲ ਬਣਿਆ, ਫਿਰ ਉਸ ਤੋਂ ਬਾਅਦ ਡਿਪਾਰਟਮੈਂਟ ਦੇ ਹਰ ਅਹੁਦੇ ਤੇ ਡਿਪਟੀ DO ਤੋਂ ਲੈ ਕੇ DO, ਅਸਿਸਟੈਂਟ ਡਾਇਰੈਕਟਰ, ਡਿਪਟੀ ਡਾਇਰੈਕਟਰ ਤੇ ਡਾਇਰੈਕਟਰ ਦੇ ਤੋਂ ਅਹੁਦੇ ਤੇ ਮੈਂ ਰਿਟਾਇਰ ਹੋਇਆ। ਤਾਂ ਮੈਂ ਸਮਝਦਾ ਵੀ ਮੈਂ ਮੈਕਸੀਮਮ ਟਾਈਮ ਜਿਹੜਾ ਮੈਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕੀਤਾ ਤੇ ਬੜਾ ਲੰਬਾ ਸਮਾਂ ਸਕੂਲ ਲੈਵਲ ਤੋਂ ਲੈ ਕੇ ਅੱਗੇ ਤੱਕ ਟੀਚਰਾਂ ਨਾਲ, ਬੱਚਿਆਂ ਨਾਲ ਵਾਰਿਆ। ਤੇ ਇਹ ਮੈਂ ਖਾਸ ਤੌਰ ਤੇ ਜਦੋਂ ਸਕੂਲ ਲੈਵਲ ਤੇ ਹੀ ਮਤਲਬ ਆਪਦੇ ਸਕੂਲ ਜਿਹੜੇ ਮੈਂ ਸਕੂਲਾਂ ਵਿੱਚ ਕੰਮ ਕੀਤਾ, ਉੱਥੇ ਵੀ ਮੇਰੀ ਕੋਸ਼ਿਸ਼ ਰਹੀ ਕਿ ਜਿਹੜੀ ਪਨਿਸ਼ਮੈਂਟ ਹੈ ਬੱਚਿਆਂ ਨੂੰ, ਇਹ ਬਿਲਕੁਲ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਬਹੁਤ ਸਮਾਂ ਪਹਿਲਾਂ ਮਤਲਬ ਆਪਣੀ ਸਾਰੀ ਟ੍ਰੇਨਿੰਗ ਦੇ ਵਿੱਚ ਜਿੰਨੇ ਵੀ ਆਪਣੇ ਟੀਚਰ ਟ੍ਰੇਨ ਹੁੰਦੇ ਸੀ, ਉਹਨਾਂ ਨੂੰ ਇਸ ਗੱਲ ਤੋਂ ਵਰਜਿਆ ਜਾਂਦਾ ਸੀ। ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਆਪਣੀ ਪੁਰਾਤਨ ਐਜੂਕੇਸ਼ਨ ਸੀ, ਇੰਡੀਅਨ ਸਿਸਟਮ ਵੀ ਤੇ ਈਵਨ ਜਿਹੜਾ ਯੂਰਪੀਅਨ ਸਿਸਟਮ ਸੀ, ਉੱਥੇ ਵੀ ਬੱਚਿਆਂ ਨੂੰ ਬਹੁਤ ਕੁੱਟਮਾਰ ਕੀਤੀ ਜਾਂਦੀ ਸੀ। ਈਵਨ ਬੱਚਿਆਂ ਨੂੰ ਕੇਨਿੰਗ, ਮਤਲਬ ਜਿਸ ਤਰ੍ਹਾਂ ਪੁਲਿਸ ਕਰਦੀ ਹੈ, ਇਹੋ ਜਿਹਾ ਮਤਲਬ ਕੁੱਟਮਾਰ ਕੀਤੀ ਜਾਂਦੀ ਸੀ। ਜਿਵੇਂ ਸਾਈਕੋਲੋਜਿਸਟਾਂ ਨੇ ਰਿਸਰਚ ਕੀਤੀ ਚਾਈਲਡ ਸਾਈਕੋਲੋਜੀ ਦੀ ਖਾਸ ਤੌਰ ਤੇ ਉਹਦੇ ਵਿੱਚ ਇਹ ਉਹਨਾਂ ਨੇ ਸਿੱਟਾ ਕੱਢਿਆ ਵੀ ਇਹ ਬਿਲਕੁਲ ਠੀਕ ਨਹੀਂ ਹੈ। ਇਹ ਬੜਾ ਮਤਲਬ ਨੈਗੇਟਿਵ ਅਸਰ ਪੈਂਦਾ ਬੱਚੇ ਦੀ ਪਰਸਨੈਲਿਟੀ ਤੇ, ਉਹਦੇ ਤੇ ਮਤਲਬ ਉਹਦੀ ਕੋਈ ਆਪਾਂ ਚੰਗੀ ਆਊਟਪੁੱਟ ਨਹੀਂ ਲੈ ਸਕਦੇ। ਤਾਂ ਇਸ ਕਰਕੇ ਟ੍ਰੇਨਿੰਗਾਂ ਦੇ ਵਿੱਚ ਹੀ ਸਾਰੇ ਟੀਚਰਸ ਨੂੰ, ਮੇਰਾ ਖਿਆਲ ਜੀ ਬਹੁਤਾ ਨਹੀਂ ਤਾਂ ਆਜ਼ਾਦੀ ਤੋਂ ਬਾਅਦ ਆਪਣੇ ਵੀ ਇਹ ਮੇਰਾ ਖਿਆਲ ਵੀ 60 ਤੱਕ ਤਾਂ ਇਹ ਸਾਰਾ ਟ੍ਰੇਨਿੰਗ ਸਕੂਲ ਟੀਚਰਸ ਦੀ ਟ੍ਰੇਨਿੰਗ ਦੇ ਵਿੱਚ ਇਹ ਚੀਜ਼ ਆ ਚੁੱਕੀ ਸੀ ਵੀ ਪਨਿਸ਼ਮੈਂਟ ਜਿਹੜੀ ਹੈ ਨਹੀਂ ਦੇਣੀ ਬਣਦੀ। ਇਹਦੇ ਵਾਸਤੇ ਬੱਚਿਆਂ ਨੂੰ ਮੋਟੀਵੇਟ ਕਰਕੇ ਰਿਵਾਰਡਸ ਜਿਹੜਾ ਸਿਸਟਮ ਹੈ ਇਹ ਲਾਗੂ ਹੋਣਾ ਚਾਹੀਦਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਵੀ ਕਿਉਂਕਿ ਅਸੀਂ ਹਜ਼ਾਰਾਂ ਸਾਲ ਪੁਰਾਣੇ ਸਿਸਟਮ ਦੇ ਨਾਲ ਜੁੜੇ ਹੋਏ ਸੀ, ਮਤਲਬ ਆਪਣੇ ਇੰਡੀਆ ਦੇ ਵਿੱਚ ਵੀ ਉਹ ਸਿਸਟਮ ਚੱਲਦਾ ਸੀ ਤੇ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਸੀ, ਬੱਚਿਆਂ ਨੂੰ ਕੁੱਟਣ ਮਾਰਨ ਵਾਲਾ। ਇਹ ਆਪਣੀ ਵੀ ਫਿਲਾਸਫੀ ਸੀ ਵੀ ਸਪੇਅਰ ਦੀ ਰੋਡ ਐਂਡ ਸਪੈਲ ਦੀ ਚਾਈਲਡ, ਵੀ ਬੱਚੇ ਨੂੰ ਜਿੰਨਾ ਤੁਸੀਂ ਮਤਲਬ ਢਿੱਲਾ ਛੱਡੋਗੇ ਉਨਾ ਹੀ ਉਹ ਵਿਗੜੂਗਾ, ਜਿੰਨਾ ਉਹਨਾਂ ਤੇ ਸਖਤੀ ਕਰੋਗੇ ਉਨਾ ਹੀ ਉਹ ਸੁਧਰੂਗਾ। ਇਸ ਤਰ੍ਹਾਂ ਮਤਲਬ ਟੀਚਰਾਂ ਦੇ ਵਿੱਚ ਬੇਸ਼ੱਕ ਟ੍ਰੇਨਿੰਗ ਦੇ ਵਿੱਚ ਗੱਲਾਂ ਦੱਸੀਆਂ ਜਾਂਦੀਆਂ ਸੀਗੀਆਂ ਵੀ ਬੱਚਿਆਂ ਨੂੰ ਬਿਲਕੁਲ ਜਿਹੜੀ ਕਾਰਪੋਰੇਟ ਪਨਿਸ਼ਮੈਂਟ ਹੈ ਨਹੀਂ ਹੋਣੀ ਚਾਹੀਦੀ, ਪਰ ਇਸ ਦੇ ਬਾਵਜੂਦ ਵੀ ਟੀਚਰਾਂ ਦਾ ਐਟੀਟਿਊਡ ਨਹੀਂ ਛੇਤੀ ਨਹੀਂ ਬਦਲਿਆ। ਹੁਣ ਤੱਕ ਤਾਂ ਕਿਉਂਕਿ ਬੜਾ ਲੰਮਾ ਟਾਈਮ ਹੋ ਗਿਆ, ਮਤਲਬ ਸ਼ੁਰੂ ਦੇ ਵਿੱਚ ਤਕਰੀਬਨ ਟੀਚਰਸ ਦਾ ਐਟੀਟਿਊਡ ਕੁੱਟਮਾਰ ਵਾਲਾ ਰਿਹਾ ਹੈ। ਈਵਨ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਇਹ ਸਾਰਾ ਕੁਝ ਹੁੰਦਾ ਸੀ। ਅਸੀਂ ਮਤਲਬ
ਮਤਲਬ ਦੇਖਦੇ ਰਹੇ ਹਾਂ ਬੱਚਿਆਂ ਨੂੰ ਕੁੱਟਿਆ ਮਾਰਿਆ ਜਾਂਦਾ ਸੀਗਾ, ਤੇ ਮਤਲਬ ਜਿਹਦੇ ਰਿਜ਼ਲਟ ਜਿਹੜੇ ਚੰਗੇ ਨਹੀਂ ਹੁੰਦੇ ਸੀ। ਵੀ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ, ਮੈਂ ਖਾਲਸਾ ਹਾਈ ਸਕੂਲ ਤਲਵੰਡੀ ਸਾਬੋ ਦੇ ਵਿੱਚ ਪੜ੍ਹਿਆ, ਤੇ ਉੱਥੋਂ ਦੇ ਇੱਕ ਟੀਚਰ ਮਤਲਬ ਜਸਟ ਜਦੋਂ ਮੈਂ ਉਹਦੇ 6ਵੀਂ 'ਚ ਹੋਇਆ, ਉਦੋਂ ਮੈਂ ਇੱਕ ਅੱਧੇ ਸਾਲ ਹੀ ਉਹਨਾਂ ਨੂੰ ਦੇਖਿਆ, ਉਸ ਤੋਂ ਬਾਅਦ ਉਹ ਰਿਟਾਇਰ ਹੋ ਗਏ ਸੀ। ਤੇ ਬੜੀ ਮਸ਼ਹੂਰ ਸੀ ਗੱਲ ਉਹਨਾਂ ਬਾਰੇ, ਸੰਤ ਰਾਮ ਸੀ ਉਹਨਾਂ ਦਾ ਨਾਂ, ਵੀ ਉਹ ਇੰਨਾ ਜ਼ਿਆਦਾ ਮਤਲਬ ਬੱਚਿਆਂ ਤੇ ਸਖਤੀ ਕਰਦੇ ਸੀ, ਇੰਨਾ ਜ਼ਿਆਦਾ ਮਤਲਬ ਕੁੱਟਦੇ ਮਾਰਦੇ ਸੀ। ਤੇ ਉਹ ਮੈਨੂੰ ਐਂ ਲੱਗਦਾ ਹੁੰਦਾ, ਬੜੀ ਨੈਗੇਟਿਵ ਗੱਲ ਮੈਨੂੰ ਇਹ ਲੱਗਦੀ ਹੁੰਦੀ ਆ, ਵੀ ਅੱਧੀ ਤਲਵੰਡੀ ਉਸ ਇਕੱਲੇ ਟੀਚਰ ਕਰਕੇ ਅਨਪੜ੍ਹ ਰਹਿ ਗਈ, ਵੀ ਬੱਚੇ ਡਰਦੇ ਸਕੂਲ ਜਾਂਦੇ ਹੀ ਨਹੀਂ ਸੀ ਹੁੰਦੇ। ਤੇ ਮਤਲਬ ਚਲੋ ਇਹ ਤਾਂ ਇੱਕ ਐਗਜ਼ਾਮਪਲ ਹੈ, ਜਨਰਲ ਵੀ ਇਸੇ ਤਰ੍ਹਾਂ ਹੀ ਹੁੰਦਾ ਸੀ, ਵੀ ਬੱਚੇ ਉਸ ਵੇਲੇ ਜਿਹੜਾ ਬ੍ਰਿਲੀਅੰਟ ਬੱਚਾ ਸੀ ਉਹੀ ਸਕੂਲ ਦੇ ਵਿੱਚ ਆਉਂਦਾ ਸੀ, ਬਾਕੀ ਤਾਂ ਡਰਦੇ ਸਕੂਲ ਚੋਂ ਭੱਜ ਜਾਂਦੇ ਸੀ। ਹੁਣ ਦੀ ਜਿਹੜੀ ਨਵੀਂ ਫਿਲਾਸਫੀ ਹੈ, ਉਹਦੇ ਵਿੱਚ ਅਸੀਂ 100% ਬੱਚਿਆਂ ਨੂੰ ਸਕੂਲ ਦੇ ਵਿੱਚ ਲੈ ਕੇ ਆਉਣਾ, ਤੇ ਉਹ ਤਾਂ ਹੀ ਪੋਸੀਬਲ ਹੈ ਜੇ ਬੱਚਿਆਂ ਨੂੰ ਟੀਚਰ ਜਿਹੜੇ ਹੈ ਸਾਈਕੋਲੋਜੀਕਲੀ ਬੜੇ ਵਧੀਆ ਢੰਗ ਨਾਲ ਮਤਲਬ ਡੀਲ ਕਰਨਗੇ, ਤਾਂ ਉਹ ਤਾਂ ਹੀ ਮਤਲਬ ਬੱਚੇ ਜਿਹੜੇ ਹੈ ਉਹ ਸਕੂਲ ਵਿੱਚ ਆਉਣਗੇ, ਐਨਰੋਲਮੈਂਟ ਵੀ ਵਧੂਗੀ, ਹੋਰ ਸਾਰੇ ਪੱਖਾਂ ਤੋਂ ਹੀ ਮਤਲਬ ਵਧੀਆ ਗੱਲ ਹੋਊਗੀ। ਆਮ ਤੌਰ ਤੇ ਕਿਉਂ ਕੀਤੀ ਜਾਂਦੀ ਹੈ ਇਹ ਜਿਹੀ ਪਨਿਸ਼ਮੈਂਟ, ਕਿਉਂ ਦਿੱਤੀ ਜਾਂਦੀ ਸੀ? ਇੱਕ ਤਾਂ ਮੇਨਲੀ ਤਾਂ ਮੈਂ ਸਮਝਦਾ ਵੀ ਬੱਚਿਆਂ ਦੇ ਮਿਸਬਿਹੇਵੀਅਰ ਕਰਕੇ ਦਿੱਤੀ ਜਾਂਦੀ ਸੀ ਉਹਨਾਂ ਨੂੰ ਪਨਿਸ਼ਮੈਂਟ। ਫਿਰ ਉਹਨਾਂ ਦੀ ਸਟੱਡੀਜ਼ ਦੇ ਵਿੱਚ ਜਦੋਂ ਜੋ ਕੋਈ ਘਾਟ ਹੁੰਦੀ ਸੀ, ਫਿਰ ਇਵਨ ਜਿਹੜੇ ਵੀਕ ਹੁੰਦੇ ਸੀ ਬੱਚੇ, ਮਤਲਬ ਉਹਨਾਂ ਨੂੰ ਸਜ਼ਾ ਮਿਲਦੀ ਸੀ। ਇਸ ਤਰ੍ਹਾਂ ਦੀਆਂ ਗੱਲਾਂ ਸੀ ਜਿਨ੍ਹਾਂ ਕਰਕੇ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਤੇ ਜਦੋਂ ਸਾਡੇ ਸਾਈਕੋਲੋਜਿਸਟਾਂ ਨੇ ਇਸ ਚੀਜ਼ ਨੂੰ ਬਿਲਕੁਲ ਗਲਤ ਸਾਬਤ ਕਰਤਾ ਵੀ ਇਹ ਠੀਕ ਨਹੀਂ ਹੈ, ਤਾਂ ਉਹਦੇ ਨਾਲ ਹੀ ਆਲਟਰਨੇਟ ਵੀ ਸੀ, ਵੀ ਜੇ ਬੱਚੇ ਨੂੰ ਤੁਸੀਂ ਰਿਵਾਰਡ ਦੇ ਰੂਪ ਵਿੱਚ ਕੁਝ ਦਿਓਗੇ, ਈਵਨ ਸ਼ਾਬਾਸ਼ੀ ਦੇ ਦੋਗੇ, ਤਾਂ ਉਹਦੇ ਨਾਲ ਮਤਲਬ ਬੜਾ ਵੱਡਾ ਫਰਕ ਬੱਚੇ ਦੇ ਵਿੱਚ ਪਊਗਾ। ਤੇ ਮੈਂ ਪ੍ਰੈਕਟੀਕਲੀ ਇਹ ਦੇਖਿਆ, ਤਾਂ ਮੈਂ ਜਿਹੜੇ ਸਕੂਲਾਂ ਦੇ ਵਿੱਚ ਹੈਡਮਾਸਟਰ ਪ੍ਰਿੰਸੀਪਲ ਰਿਹਾ, ਤਾਂ ਮੈਂ ਮਤਲਬ ਇਹ ਮੇਰੀ ਕੋਸ਼ਿਸ਼ ਹੁੰਦੀ ਸੀ ਟੀਚਰਾਂ ਨੂੰ ਵੀ ਤੇ ਆਪ ਵੀ, ਸਭ ਤੋਂ ਪਹਿਲਾਂ ਤਾਂ ਪ੍ਰੇਅਰ ਦੇ ਵਿੱਚ ਹੀ ਬੱਚਿਆਂ ਨੂੰ ਖੜਾ ਕੇ, ਜੇ ਕਿਸੇ ਬੱਚੇ ਨੇ ਪੋਜ਼ਿਟਿਵ ਕੰਮ ਕੀਤਾ ਤਾਂ ਉਹ ਬੱਚੇ ਨੂੰ ਐਪਰੀਸ਼ੀਏਟ ਜਦੋਂ ਸਾਰਿਆਂ ਬੱਚਿਆਂ ਦੇ ਸਾਹਮਣੇ ਕੀਤਾ ਜਾਵੇ, ਬੇਸ਼ੱਕ ਕੁਝ ਵੀ ਨਾ ਦਿੱਤਾ ਜਾਵੇ, ਤਾਂ ਇਹ ਹੀ ਬੜੇ ਮਤਲਬ ਬੱਚੇ ਵਾਸਤੇ ਹੌਸਲੇ ਵਾਲੀ ਗੱਲ ਹੁੰਦੀ ਹੈ। ਤੇ ਇਸ ਤੋਂ ਬਿਨਾਂ ਵੱਧ ਜੋ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਉਨਾ ਹੀ ਥੋੜਾ ਹੈ। ਤਾਂ ਮਤਲਬ ਉਸ ਤੋਂ ਵੀ ਅੱਗੇ ਜਾ ਕੇ ਟੀਚਰ ਦਾ ਫਰਜ਼ ਬਣਦਾ ਵੀ ਉਹ ਕਲਾਸ ਦੇ ਵਿੱਚ ਬੱਚੇ ਨੂੰ ਐਪਰੀਸ਼ੀਏਟ ਕਰੇ, ਤਾਂ ਕਿ ਮਤਲਬ ਬੱਚਾ ਪਬਲਿਕਲੀ ਜਦੋਂ ਮਤਲਬ ਹੁੰਦਾ ਹੈ ਤਾਂ ਉਹ ਬੜਾ ਵੱਡਾ ਮਾਣ ਮਹਿਸੂਸ ਕਰਦਾ ਹੈ। ਤੇ ਮੈਂ ਤਾਂ ਜਦੋਂ ਡੀਓ ਰਿਹਾ, ਤੇ ਮੈਂ ਕਿਉਂਕਿ ਆਪਦੇ ਸਕੂਲਾਂ ਦੇ ਵਿੱਚ ਮੈਂ ਪ੍ਰੈਕਟੀਕਲੀ ਇਹਨਾਂ ਗੱਲਾਂ ਨੂੰ ਕੀਤਾ, ਤਾਂ ਮਤਲਬ ਮੈਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਮੇਰਾ ਮਤਲਬ ਸਕੂਲਾਂ ਦੇ ਵਿੱਚ ਮੈਂ ਜਿੱਥੇ ਵੀ ਰਿਹਾ, ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਹਰ ਹਾਲਤ ਵਿੱਚ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜ਼ਰੂਰ ਕਰਾਇਆ ਜਾਵੇ। ਪ੍ਰਾਈਜ਼ ਡਿਸਟ੍ਰੀਬਿਊਸ਼ਨ ਦਾ ਮਤਲਬ ਇਹੀ ਸੀ ਵੀ ਬੱਚਿਆਂ ਨੂੰ ਰਿਵਾਰਡ ਦਿੱਤਾ ਜਾਵੇ, ਜਿੰਨੇ ਵੀ ਉਹਨਾਂ ਨੇ ਸਾਰੇ ਸਾਲ ਭਰ ਦੇ ਵਿੱਚ ਪੋਜ਼ਿਟਿਵ ਕੰਮ ਕੀਤੇ ਹੈ ਉਹਨਾਂ ਦਾ ਰਿਵਾਰਡ ਉਹਨਾਂ ਨੂੰ ਮਤਲਬ ਦਿੱਤਾ ਜਾਵੇ। ਤੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਹੈ। ਮੈਨੂੰ ਇਹ ਬੜੀ ਸਾਡੇ ਕਰੋੜਾਂ ਰੁਪਈਆ ਸਰਕਾਰ ਖਰਚ ਰਹੀ ਹੈ, ਇਹ ਮੈਨੂੰ ਘਾਟ ਲੱਗੀ ਸਿਸਟਮ ਦੇ ਵਿੱਚ, ਵੀ ਸਰਕਾਰ ਨੂੰ ਜ਼ਰੂਰ ਇਸ ਵਾਸਤੇ ਜਿਹੜਾ ਐਨੂਅਲ ਫੰਕਸ਼ਨ ਕਰਾਉਣ ਵਾਸਤੇ ਗ੍ਰਾਂਟਸ ਦੇਣੀਆਂ ਚਾਹੀਦੀਆਂ। ਜਿਹੜੇ ਪ੍ਰਾਈਵੇਟ ਸਕੂਲਾਂ ਦਾ ਸਾਡੇ ਤੋਂ ਇਹੀ ਫਰਕ ਆ ਵੀ ਪ੍ਰਾਈਵੇਟ ਸਕੂਲ ਮਤਲਬ ਬੜੇ ਮਤਲਬ ਪੰਪਡ ਸ਼ੋਅ ਦੇ ਨਾਲ ਆਪਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਕਰਦੇ ਆ, ਜਿਹਦੇ ਵਿੱਚ ਪੇਰੈਂਟਸ ਆਉਂਦੇ ਆ, ਤਾਂ ਪਬਲਿਕਲੀ ਜਦੋਂ ਬੱਚਿਆਂ ਨੂੰ ਆਪਾਂ ਨੂੰ ਇੰਨੀ ਵਧੀਆ ਰੈਕਗਨੀਸ਼ਨ ਮਿਲਦੀ ਹੈ ਤਾਂ ਬੱਚੇ ਦਾ ਹੌਸਲਾ ਵੱਧਦਾ ਹੈ। ਤਾਂ ਮੈਨੂੰ ਜ਼ਿਆਦਾ ਮਤਲਬ ਅੱਤਵਾਦ ਦਾ ਟਾਈਮ ਸੀ, ਉਹ ਮਤਲਬ ਉਦੋਂ ਤੋਂ ਬਸ ਜਸਟ ਸੁਧਰਿਆ ਸੀ, 93 ਦੀ ਗੱਲ ਹੈ। ਤਾਂ ਮੈਂ ਉਹ ਗਵਰਨਮੈਂਟ ਹਾਈ ਸਕੂਲ ਭਾਗੀ ਬੰਦਰ ਬਠਿੰਡਾ ਦੇ ਵਿੱਚ ਸੀਗਾ ਹੈਡਮਾਸਟਰ। ਤਾਂ ਉੱਥੇ ਅਸੀਂ ਸਭ ਤੋਂ ਪਹਿਲਾਂ, ਕਿਉਂਕਿ ਉਸ ਤੋਂ ਪਹਿਲਾਂ ਤਾਂ ਹਾਲਾਤ ਹੀ ਇਹੋ ਜਿਹੇ ਸੀ ਵੀ ਕੋਈ ਮਤਲਬ ਕੋਈ ਡੇਅਰ ਹੀ ਨਹੀਂ ਸੀ ਕਰਦਾ, ਤਾਂ ਸਭ ਤੋਂ ਪਹਿਲਾਂ ਅਸੀਂ ਉੱਥੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਕਰਾਇਆ, ਜਿਹੜਾ ਇਹ ਤਾਂ ਤੁਹਾਨੂੰ ਦੱਸਿਆ ਵੀ ਰੋਜ਼ਾਨਾ ਹੀ ਚੱਲਦਾ ਹੁੰਦਾ ਸੀ, ਵੀ ਪ੍ਰੇਅਰ ਦੇ ਵਿੱਚ ਹੋਰ ਕਲਾਸ ਦੇ ਵਿੱਚ ਬੱਚਿਆਂ ਨੂੰ ਅਪਰੀਸ਼ੀਏਟ ਕਰਨਾ, ਵੀ ਫਿਰ ਐਂਡ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰਾਈਜ਼ ਵੀ ਦੇਣੇ ਆ। ਤੇ ਅਸੀਂ ਉਸ ਵੇਲੇ ਮਿਨਿਸਟਰ ਹੁੰਦਾ ਸੀ ਸਾਡਾ ਹਰਮਿੰਦਰ ਸਿੰਘ ਜੱਸੀ, ਉਹਨੂੰ ਐਜ਼ ਚੀਫ ਗੈਸਟ ਬੁਲਾਇਆ। ਤੇ ਇਸ ਕੰਮ ਵਾਸਤੇ ਮੁਸ਼ਕਿਲ ਕੀ ਆਉਂਦੀ ਹੈ ਗਵਰਨਮੈਂਟ ਟੀਚਰਸ ਨੂੰ, ਇਹ ਆਉਂਦੀ ਹੈ ਵੀ ਇੰਨੇ ਫੰਡਸ ਨਹੀਂ ਹੁੰਦੇ, ਤਾਂ ਮਤਲਬ ਜੇ ਪ੍ਰਿੰਸੀਪਲ ਰਿਸੋਰਸਫੁਲ ਹੋਵੇ ਤਾਂ ਐਡੀ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹ ਕਰ ਸਕਦਾ ਹੁੰਦਾ। ਤੇ ਮਤਲਬ ਅਸੀਂ ਆਪਦੇ ਪਿੰਡ ਵਾਲਿਆਂ ਨੂੰ ਮੈਂ ਕਿਹਾ, ਮੈਂ ਵੀ ਕਰਨਾ ਸਾਰਾ ਕੁਝ ਤੁਸੀਂ ਹੈ, ਪਰ ਇਹ ਜ਼ਰੂਰੀ ਹੈ, ਇਹਦੇ ਬਿਨਾਂ ਕੰਮ ਨਹੀਂ ਚੱਲਣਾ। ਤੇ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਬੜਾ ਕੋਆਪਰੇਟ ਕੀਤਾ, ਤਾਂ ਬਹੁਤ ਵਧੀਆ ਫੰਕਸ਼ਨ ਕੀਤਾ। ਤਾਂ ਜਦੋਂ ਚੀਫ ਗੈਸਟ ਸਾਡਾ ਬੋਲਿਆ,
ਉਹ ਕਹਿੰਦਾ ਵੀ ਇਸ ਤਰ੍ਹਾਂ ਦਾ ਤਾਂ ਮੈਂ ਕਿਤੇ ਫੰਕਸ਼ਨ ਜਿਹੜਾ ਹੈ ਚੰਡੀਗੜ੍ਹ 'ਚ ਵੀ ਨਹੀਂ ਦੇਖਿਆ, ਤੇ ਬਹੁਤ ਵਧੀਆ ਤੁਸੀਂ ਕੀਤਾ ਹੈ। ਤਾਂ ਉਹ ਬੱਚੇ ਵਿਚਾਰੇ ਹੁਣ ਤੱਕ ਵੀ ਉਹ ਯਾਦ ਕਰਦੇ ਆ, ਬੜੇ ਖੁਸ਼ ਹੁੰਦੇ ਆ ਵੀ ਜਦੋਂ ਉਹਨਾਂ ਨੂੰ ਪ੍ਰਾਈਜ਼ਸ ਵਗੈਰਾ ਦਿੱਤੇ ਗਏ। ਇਸ ਤਰ੍ਹਾਂ ਹੀ ਇੱਥੇ ਜਦੋਂ ਮੇਰੀ ਐਜ਼ ਪ੍ਰਿੰਸੀਪਲ ਮਾਨਸਾ ਜ਼ਿਲ੍ਹੇ ਦੇ ਵਿੱਚ ਫਫੜੇ ਭਾਈ ਕੇ ਹੋਈ, ਟ੍ਰਾਂਸਫਰ ਹੋਈ, ਤਾਂ ਮੈਂ ਪਿੰਡ ਵਾਲਿਆਂ ਨੂੰ ਇੱਕੋ ਗੱਲ ਕਹੀ, ਮੈਂ ਵੀ ਉਹ ਪਿੰਡ ਦਾ ਸਕੂਲ ਦਾ ਬੜਾ ਮਾੜਾ ਹਾਲ ਸੀ, ਰਿਜ਼ਲਟਾਂ ਪੱਖੋਂ ਹਰ ਪੱਖੋਂ ਮਤਲਬ ਬਹੁਤ ਹੀ ਪਛੜਿਆ ਹੋਇਆ ਸਕੂਲ ਸੀਗਾ। ਹਾਲਾਂਕਿ ਉਹ ਮਤਲਬ ਬਿਲਡਿੰਗ ਪੱਖੋਂ ਪੰਜਾਬ ਦਾ ਬੈਸਟ ਸਕੂਲ ਸੀਗਾ, ਪਰ ਪੜ੍ਹਾਈ ਦੇ ਪੱਖੇ ਬੜਾ ਪਿੱਛੇ ਸੀ। ਤੇ ਮੈਂ ਪਿੰਡ ਵਾਲਿਆਂ ਨੂੰ ਇਕੱਠਾ ਕਰਕੇ ਕਿਹਾ, ਮੈਂ ਜੀ ਆਪਾਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਕਰਾਉਣਾ ਹੈ। ਤਾਂ ਮੈਨੂੰ ਕਹਿਣ ਲੱਗੇ ਵੀ ਇਹ ਕੋਈ ਆਪਣੀ ਪ੍ਰਾਪਤੀ ਤਾਂ ਹੈ ਨਹੀਂ, ਪ੍ਰਾਈਜ਼ ਡਿਸਟ੍ਰੀਬਿਊਸ਼ਨ ਕਾਹਦਾ ਕਰਾਈਏ। ਮੈਂ ਜੀ ਕੋਈ ਗੱਲ ਨਹੀਂ, ਮਤਲਬ ਜਿਹੋ ਜਿਹਾ ਵੀ ਹੈ ਆਪਾਂ ਕਰਾਈਏ, ਇਹਦੇ ਨਾਲ ਹੌਸਲਾ ਬੱਚਿਆਂ ਨੂੰ ਮਿਲੂਗਾ, ਅਗਲੇ ਸਾਲ ਨੂੰ ਆਪਣੀ ਆਊਟਪੁੱਟ ਜਿਹੜੀ ਬੱਚਿਆਂ ਦੀ ਵਧੀਆ ਹੋਊਗੀ। ਤਾਂ ਪਿੰਡ ਵਾਲਿਆਂ ਨੇ ਕੋਆਪਰੇਟ ਕੀਤਾ, ਤੇ ਉਸ DC ਸਾਹਿਬ ਜਿਹੜੇ ਸੀ ਸਾਡੇ, ਮਤਲਬ ਅਸੀਂ ਚੀਫ ਗੈਸਟ ਦੇ ਤੌਰ ਤੇ ਉਹਨਾਂ ਨੂੰ ਬੁਲਾਇਆ। ਮੇਰਾ ਖਿਆਲ ਆ ਵੀ ਮੈਂ ਕਦੀ ਸੁਣਿਆ ਨਹੀਂ ਸੀ ਉੱਥੇ ਨੇੜੇ ਤੇੜੇ ਹੋਰ ਜਾਂ ਕੋਈ ਸਕੂਲ ਇਸ ਤਰ੍ਹਾਂ ਕੁਝ ਕਰਾਉਂਦਾ ਹੋਵੇ। ਤਾਂ ਬੜਾ ਹੀ ਟੀਚਰਾਂ ਨੇ ਵੀ ਚੰਗਾ ਲੱਗਿਆ, ਤੇ ਮਤਲਬ ਪਿੰਡ ਵਾਲੇ ਵੀ ਬੜੇ ਖੁਸ਼ ਹੋਏ ਵੀ ਇੰਨਾ ਵਧੀਆ ਤੁਸੀਂ ਫੰਕਸ਼ਨ ਕਰਾਇਆ। ਤਾਂ ਇਸ ਤਰ੍ਹਾਂ ਉਸ ਤੋਂ ਬਾਅਦ ਚਲੋ ਮੈਂ ਡਿਪਟੀ ਡੀਓ ਮਾਨਸਾ, ਬਠਿੰਡਾ ਵਗੈਰਾ ਜਾਂਦਾ ਰਿਹਾ। ਬੀਬਾ ਜੀ ਆਪਣੀ ਮੀਟਿੰਗ ਦੇ ਵਿੱਚ ਹੀ ਨਾ, ਗੁਰਪ੍ਰੀਤ ਕੌਰ ਜੀ, ਇਹ ਹਰ ਸਾਲ ਆਪਦੇ ਸਕੂਲ ਦਾ ਫੰਕਸ਼ਨ ਕਰਾਉਂਦੇ ਸੀ। ਤਾਂ ਮੇਰੀ ਸਕੂਲ ਮੀਟਿੰਗਸ ਦੇ ਵਿੱਚ ਜਾਂਦੇ ਸੀ ਤਾਂ ਪ੍ਰਿੰਸੀਪਲਸ ਨੂੰ ਹੁੰਦੀ ਸੀ ਵੀ ਮੈਂ ਤਾਂ ਸਕੂਲ ਨੂੰ ਸਕੂਲ ਹੀ ਨਹੀਂ ਸਮਝਦਾ ਜਿੱਥੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਨਹੀਂ ਕਰਾਇਆ ਜਾਂਦਾ। ਦੂਜੀ ਗੱਲ ਮੈਂ ਕਹਿੰਦਾ ਸੀ ਵੀ ਹਰ ਸਕੂਲ ਦੇ ਵਿੱਚ ਹਰ ਹਾਲਤ ਦੇ ਵਿੱਚ ਜਿਹੜਾ ਟੀਚਰਸ ਨੂੰ, ਪ੍ਰਿੰਸੀਪਲਸ ਨੂੰ ਮਤਲਬ ਸਕੂਲ ਮੈਗਜ਼ੀਨ ਜ਼ਰੂਰ ਛਾਪਣਾ ਚਾਹੀਦਾ। ਤਾਂ ਉਹਦੀ ਇਸ ਤਰ੍ਹਾਂ ਦੀ ਮੋਟੀਵੇਸ਼ਨ ਕਰਕੇ ਮੇਰਾ ਖਿਆਲ ਆ ਵੀ ਆਲਮੋਸਟ ਮਾਨਸਾ ਵਿੱਚ ਵੀ ਤੇ ਬਠਿੰਡੇ ਵਿੱਚ ਵੀ ਸਾਰੇ ਸਕੂਲ ਮੈਗਜ਼ੀਨ ਵੀ ਛਾਪਣ ਲੱਗੇ ਸੀ, ਤੇ ਮੈਜੋਰਿਟੀ ਸਕੂਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਵੀ ਕਰਾਉਣ ਲੱਗੇ ਸੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਭਾਵੇਂ ਤੁਸੀਂ ਸਰਪੰਚ ਨੂੰ ਐਜ਼ ਚੀਫ ਗੈਸਟ ਬੁਲਾ ਲਓ, ਜ਼ਰੂਰੀ ਨਹੀਂ ਵੀ ਤੁਸੀਂ DO ਨੂੰ ਬੁਲਾਉਣਾ ਜਾਂ DC ਨੂੰ ਵੀ ਬੁਲਾਉਣਾ ਹੈ, ਵੀ ਇਹ ਤੁਸੀਂ ਆਪਦਾ ਲੈਵਲ ਦੇਖੋ ਵੀ ਤੁਸੀਂ ਕਿੰਨਾ ਕੁ ਕਰ ਸਕਦੇ ਹੋ। ਪਰ ਬੱਚਿਆਂ ਨੂੰ ਬੇਸ਼ੱਕ ਤੁਸੀਂ ਇੱਕ ਪੈਨਸਲ ਹੀ ਇਨਾਮ 'ਚ ਦਿਓ, ਤਾਂ ਉਹ ਜ਼ਰੂਰ ਮਤਲਬ ਹੋਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਮਤਲਬ ਬੜਾ ਵਧੀਆ ਰਿਸਪੌਂਸ ਵੀ ਮਿਲਿਆ, ਤੇ ਬੜਾ ਪੋਜ਼ਿਟਿਵ ਉਹਦਾ ਰਿਸਪੌਂਸ ਵੀ ਸੀ। ਤਾਂ ਹਾਂਜੀ ਹਾਂਜੀ ਮੈਂ ਸਮਝਦਾ ਵੀ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਟੀਚਰਸ ਨੂੰ ਖਾਸ ਤੌਰ ਤੇ, ਜੇ ਪ੍ਰਿੰਸੀਪਲ ਚਾਹੁਣ ਤਾਂ ਸਭ ਕੁਝ ਹੋ ਸਕਦਾ ਹੈ। ਆ ਦੇਖੋ ਹੁਣ ਆਪਣੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ, ਤਾਂ ਲੋਕਾਂ ਨੇ ਸਪੋਰਟ ਕੀਤੀ ਹੈ। ਜੇ ਤੁਹਾਡਾ ਵਧੀਆ ਇਮੇਜ ਹੈ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ। ਗਵਰਨਮੈਂਟ ਨੂੰ ਵੀ ਫੰਡਸ ਦੇਣੇ ਚਾਹੀਦੇ ਹੈ, ਤੇ ਮਤਲਬ ਟੀਚਰਸ ਨੂੰ, ਪ੍ਰਿੰਸੀਪਲਸ ਨੂੰ ਆਪਦੇ ਤੌਰ ਤੇ ਵੀ ਕਰਕੇ ਜ਼ਰੂਰ ਬੱਚਿਆਂ ਦੀ ਮੋਟੀਵੇਸ਼ਨ ਵਾਸਤੇ ਉਹਨਾਂ ਨੂੰ ਮਤਲਬ ਅਵਾਰਡ ਵੱਧ ਤੋਂ ਵੱਧ ਦੇਣੇ ਚਾਹੀਦੇ ਆ। ਤੇ ਹਰ ਹਾਲਤ ਵਿੱਚ ਜਿਹੜਾ ਕੋਈ ਇਸ ਤਰ੍ਹਾਂ ਦਾ ਟੀਚਰ ਪਨਿਸ਼ਮੈਂਟ ਵਾਲਾ ਕੰਮ ਕਰਦਾ, ਉਹਨੂੰ ਮਤਲਬ ਰੋਕਣਾ ਚਾਹੀਦਾ ਜੀ। ਬਿਲਕੁਲ, ਥੈਂਕ ਯੂ ਸਰ। ਮੇਰਾ ਅਗਲਾ ਸਵਾਲ ਮੈਡਮ ਗੁਰਪ੍ਰੀਤ ਜੀ ਲਈ ਹੈ, ਪਰ ਉਸ ਤੋਂ ਪਹਿਲਾਂ ਮੇਰੀ ਬੇਨਤੀ ਹੈ ਸਾਡੇ ਸਾਰੇ ਸ਼ਖਸੀਅਤਾਂ ਨੂੰ, ਸਾਰਿਆਂ ਨੂੰ, ਕਿ ਆਪਾਂ ਸਵਾਲਾਂ ਰਾਹੀਂ ਬਹੁਤ ਸਾਰੇ ਮੁੱਦੇ ਇਸ ਪ੍ਰੋਗਰਾਮ ਦੇ ਵਿੱਚ ਉਭਾਰਨਾ ਚਾਹੁੰਦੇ ਹਾਂ, ਤੇ ਥੋੜਾ ਜਿਹਾ ਆਪਾਂ ਉੱਤਰ ਨੂੰ ਸੰਖੇਪ ਰੱਖਾਂਗੇ ਤਾਂ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਇਸ ਬਹਾਨੇ ਕਰ ਸਕੀਏ, ਬਹੁਤ ਸਾਰੇ ਮੁੱਦੇ ਇਸ ਰਾਹੀਂ ਉਭਾਰ ਸਕੀਏ। ਮੈਡਮ ਗੁਰਪ੍ਰੀਤ ਜੀ, ਮਾਈਕ ਔਨ ਕਰ ਲਿਓ ਪਲੀਜ਼ ਆਪਣਾ। ਸਿੱਖਿਆ ਦੇ ਵਿੱਚ ਸਜ਼ਾ ਜਾਂ ਜਦੋਂ ਇਨਾਮ ਦੀ ਆਪਾਂ ਗੱਲ ਕਰਦੇ ਹਾਂ, ਤਾਂ ਇੱਕ ਸਿਧਾਂਤਿਕ ਮਸਲਾ ਹੈ ਕਿ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਾਂ ਕਿਸ ਤਰ੍ਹਾਂ ਦੇ ਮੌਕੇ ਤੇ ਕਿਹੋ ਜਿਹਾ ਵਿਵਹਾਰ ਹੈ ਜਿਹੜਾ ਉਹ ਟੀਚਰ ਦੁਆਰਾ ਜਾਂ ਸਿੱਖਿਆ ਦੇਣ ਵਾਲੇ ਦੁਆਰਾ ਕੀਤਾ ਜਾਂਦਾ ਹੈ। ਕਿਸੇ ਵੇਲੇ ਤਾਂ ਇੱਕ ਕਹਾਵਤ ਮਸ਼ਹੂਰ ਹੋ ਗਈ ਸੀਗੀ ਕਿ ਡੰਡਾ ਵੀਰ ਹੈ ਪਿਗੜੇ ਤਿਗੜਿਆਂ ਦਾ। ਤਾਂ ਮਤਲਬ ਏਦਾਂ ਦੇ ਮਤਲਬ ਮਾਹੌਲ ਦੇ ਵਿੱਚ, ਜਾਂ ਜਦੋਂ ਮੈਂ ਆਪਣੇ ਪੜ੍ਹਨ ਵੇਲੇ ਦੀ ਗੱਲ ਕਰਾਂ ਤਾਂ ਮਤਲਬ ਇਹੋ ਜਿਹੇ ਹਾਲਾਤ ਉਦੋਂ ਹੁੰਦੇ ਸੀਗੇ। ਮੈਡਮ ਗੁਰਪ੍ਰੀਤ ਜੀ, ਹੁਣ ਤੁਸੀਂ ਜਦੋਂ ਖਾਸ ਕਰਕੇ ਲੈਕਚਰਾਰ ਦੇ ਤੌਰ ਤੇ +1 +2 ਦੇ ਉਹਨਾਂ ਬੱਚਿਆਂ ਦੇ ਨਾਲ ਵਿਚਰਦੇ ਹੋ ਜਿਨ੍ਹਾਂ ਦਾ ਬਚਪਨ ਖਤਮ ਹੋ ਰਿਹਾ ਹੈ ਤੇ ਜਿਨ੍ਹਾਂ ਦੀ ਜਵਾਨੀ ਬਹੁਤ ਨੇੜੇ ਆ ਰਹੀ ਹੈ, ਤਾਂ ਉਹੋ ਜਿਹੇ ਹਾਲਾਤਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ, ਬਹੁਤ ਸਾਰੀਆਂ ਦਿੱਕਤਾਂ ਏਦਾਂ ਦੀਆਂ ਜ਼ਰੂਰ ਹੁੰਦੀਆਂ ਹੋਣਗੀਆਂ, ਪਰ ਫਿਰ ਵੀ ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੇਨਟੇਨ ਕਰਦੇ ਹੋ, ਜਾਂ ਸਜ਼ਾ ਤੇ ਇਨਾਮ ਦੇ ਵਿੱਚੋਂ ਕਿਹੜਾ ਹਥਿਆਰ ਜ਼ਿਆਦਾ ਜਿਹੜਾ ਉਹ ਵਰਤਦੇ ਹੋ? ਅੱਜ ਦੇ ਸਿਰਜਣਾਤਮਕ ਸਿੱਖਿਆ ਸੰਸਾਰ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਡਾਕਟਰ ਕੁਲਦੀਪ ਸਿੰਘ ਜੀ ਦੀਪ, ਸਰਦਾਰ ਹਰਵੰਤ ਸਿੰਘ ਜੀ ਸੰਧੂ ਤੇ ਮੇਰੇ ਵੀਰ ਗੁਰਨੈਤ ਸਿੰਘ ਜੀ ਮਗਾਨੀਆਂ ਤੇ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇਹਨਾਂ ਮੁਕੱਦਸ ਦਿਨਾਂ ਜਦੋਂ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਾਵਨ ਦਿਹਾੜਾ, ਤੇ ਉਹਨਾਂ ਦੀ ਅਪਾਰ ਬਖਸ਼ੀ ਸਦਕਾ, ਇੱਕ ਸਾਨੂੰ ਡਾਕਟਰ ਦੀਪ ਜੀ ਹੋਰਾਂ ਦੀ ਵਿਸ਼ੇਸ਼ ਮਿਹਨਤ ਸਦਕਾ ਅਸੀਂ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੀ ਰਾਹਤ ਮਹਿਸੂਸ ਕਰ ਰਹੇ ਹਾਂ।
ਤਾਂ ਉਹਨਾਂ ਦਿਨਾਂ ਦੇ ਵਿੱਚ ਅੱਜ ਜਦੋਂ ਮੈਨੂੰ ਇਸ ਇੱਕ ਗੰਭੀਰ ਮੁੱਦਾ ਸਿੱਖਿਆ ਦੇ ਵਿੱਚ ਸਜ਼ਾ ਜਾਂ ਇਨਾਮ ਦੀ ਭੂਮਿਕਾ ਚੁਣਿਆ ਹੈ, ਤਾਂ ਮੈਂ ਸਮਝਦੀ ਹਾਂ ਕਿ ਸ਼ਾਇਦ ਮੈਂ ਇਸ ਕਾਬਿਲ ਨਹੀਂ ਸੀ ਜਿੱਥੇ ਸਰਦਾਰ ਹਰਵੰਸ ਸਿੰਘ ਜੀ ਸੰਧੂ ਹੋਰੀ ਸਾਡੇ ਨਾਲ ਨੇ। ਮੈਨੂੰ ਜਦੋਂ ਪਰਸੋਂ ਦੀਪ ਜੀ ਨੇ ਇਹਦੇ ਬਾਰੇ ਦੱਸਿਆ ਤਾਂ ਮੈਨੂੰ ਨਹੀਂ ਸੀ ਪਤਾ ਕਿ ਨਾਲ ਕੌਣ ਹੈ। ਤਾਂ ਇੱਕਦਮ ਮੇਰੇ ਸੰਧੂ ਸਾਹਿਬ ਹੀ ਦਿਮਾਗ ਦੇ ਵਿੱਚ ਆਏ। ਅਕਸਰ ਹੀ ਮੈਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੁਣ ਦੇ ਟੀਚਰ ਸਾਹਿਬਾਨ ਨੇ ਉਹਨਾਂ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ। ਤਾਂ ਗੁਰਨੈਬ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਹਰ ਬੱਚਾ ਆਪਣੇ ਆਪ ਦੇ ਵਿੱਚ ਪੂਰਨ ਇਕਾਈ ਹੈ। ਅਸੀਂ ਉਹਨੂੰ ਬੱਚਾ ਸਮਝਦੇ ਹਾਂ ਤੇ ਉਹ ਪੂਰੀ ਤਰ੍ਹਾਂ ਤਵੱਜੋ ਹੈ ਜਿਹੜੀ ਸਾਥੋਂ ਮੰਗਦਾ ਹੈ, ਪੂਰੀ ਤਰ੍ਹਾਂ ਇੱਜ਼ਤ ਉਹ ਚਾਹੁੰਦਾ ਹੈਗਾ। ਤਾਂ ਇੱਕ ਅਧਿਆਪਕ ਨੂੰ ਮਨੋਵਿਗਿਆਨਕ ਪੱਧਰ ਤੇ ਪੂਰਾ ਹੋਣਾ ਚਾਹੀਦਾ ਹੈ। ਨਵੇਂ ਖੋਜ ਤੱਥ ਆ ਰਹੇ ਨੇ, ਸਾਨੂੰ ਉਹਨਾਂ ਨੂੰ ਐਡ ਕਰਨਾ ਚਾਹੀਦਾ ਹੈ। ਤੁਸੀਂ ਗੱਲ ਕੀਤੀ ਹੈ ਕਿ ਕਹਾਵਤ ਸੀ ਆਪਣੇ ਵੇਲੇ, ਮੈਨੂੰ ਲੱਗਦਾ ਵੀ ਉਹ ਕਹਾਵਤ ਹੀ ਨਹੀਂ ਸੀ, ਇੱਕ ਗਹਿਣਾ ਹੀ ਸੀ ਮਾਸਟਰਾਂ ਦਾ। ਜਦ ਤੱਕ ਡੰਡਾ ਨਹੀਂ ਸੀਗਾ ਤੇ ਸ਼ਾਇਦ ਮਾਪਿਆਂ ਨੂੰ ਵੀ ਇਹ ਨਹੀਂ ਸੀ ਲੱਗਦਾ ਵੀ ਸ਼ਾਇਦ ਉਹ ਮਾਸਟਰ ਹੈ। ਤੇ ਮਾਪਿਆਂ ਦੀ ਤਾਂ ਜੋ ਹੁੰਦੀ ਸੀ ਹੈ ਨਾ, ਤਾਂ ਉਹਨਾਂ ਦਾ ਇੱਕੋ ਹੀ ਹੁੰਦਾ ਸੀ ਕਿ ਅਸੀਂ ਤੁਹਾਡੇ ਮਾਸਟਰ ਨੂੰ ਦੱਸਾਂਗੇ, ਸਕੂਲ ਜਾਵਾਂਗੇ। ਪਹਿਲਾਂ ਸਕੂਲ ਤੋਂ ਡਰ, ਫਿਰ ਘਰ ਤੋਂ ਡਰ। ਜੇ ਮਾਸਟਰਾਂ ਦੀ ਕੋਈ ਘਰੇ ਪਤਾ ਲੱਗ ਗਿਆ ਆ ਗਈ ਤਾਂ ਫਿਰ ਘਰੋਂ ਵੀ ਡਰ। ਤਾਂ ਉਹ ਡੰਡੇ ਕਰਕੇ ਸੰਧੂ ਸਾਹਿਬ ਨੇ ਬੜਾ ਵਧੀਆ ਦੱਸਿਆ ਹੈਗਾ ਕਿ ਬਹੁਤ ਸਾਰੇ ਬੱਚੇ ਜਿਹੜੇ ਤਲਵੰਡੀ ਦੇ ਵਿੱਚੋਂ ਇਸ ਤੋਂ ਵਿਹੂਣੇ ਰਹਿ ਗਏ ਆ। ਤਾਂ ਮੈਂ ਸਮਝਦੀ ਹਾਂ ਕਿ ਜਿੱਥੇ ਕਿਤੇ ਵੀ ਜੇ ਝਿੜਕਣ ਦੀ ਗੱਲ ਆਉਂਦੀ ਹੈਗੀ ਆ, ਤਾਂ ਜਿਸ ਤਰ੍ਹਾਂ ਸਾਨੂੰ ਖਾਣੇ ਤੋਂ ਬਾਅਦ ਮਿੱਠੇ ਦੀ ਲੋੜ ਮਹਿਸੂਸ ਹੁੰਦੀ ਆ, ਤਾਂ ਸਾਨੂੰ ਅਖੀਰ ਤੇ ਜਾ ਕੇ ਬੱਚੇ ਨੂੰ, ਭਾਵੇਂ ਅਸੀਂ ਮਾਤਾ ਪਿਤਾ ਦੇ ਰੂਪ 'ਚ ਜਾਂ ਇੱਕ ਅਧਿਆਪਕ ਦੇ ਰੂਪ 'ਚ, ਸਾਨੂੰ ਪਿਆਰ ਦੇ ਨਾਲ ਹੀ ਉਹਨਾਂ ਨੂੰ ਨਜਿੱਠਣਾ ਪੈਣਾ ਹੈਗਾ। ਇਹ ਅਕਸਰ ਹੀ ਸੰਧੂ ਸਾਹਿਬ ਜਦੋਂ ਵੀ ਇਹਨਾਂ ਦੇ ਨਾਲ ਬੈਠਣਾ ਤਾਂ ਇਹਨਾਂ ਨੇ ਹਮੇਸ਼ਾ ਹੀ ਜੋ ਦੱਸ ਕੇ ਗਏ ਆ ਮੁਕਾਬਲੇ ਦੀ, ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੀ, ਵੱਡੇ ਪੱਧਰ ਤੇ ਅਸੀਂ ਕਰਦੇ ਰਹੇ ਹਾਂ। ਤਾਂ ਉਹਦੇ ਵਿੱਚ ਜਦੋਂ ਬੱਚਿਆਂ ਨੂੰ ਇਨਾਮ ਅਸੀਂ ਦਿੰਦੇ ਹੈਗੇ ਆ ਤਾਂ ਉਹ ਆਪਣੇ ਆਪ, ਉਹ ਵੀ ਤੇ ਉਹਨਾਂ ਦੇ ਮਾਪੇ ਵੀ ਆ ਕੇ ਜਿੱਥੇ ਸਾਡਾ ਧੰਨਵਾਦ ਕਰਦੇ ਆ। ਮੈਂ ਬੱਚਿਆਂ ਨਾਲ ਅਕਸਰ ਗੱਲ ਕਰਦੀ ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਬੱਚੇ ਤੁਹਾਨੂੰ ਮਹਿਸੂਸ ਕਿਵੇਂ ਹੁੰਦਾ? ਉਹ ਕਹਿੰਦੇ ਜੀ ਸੱਚ ਪੁੱਛੋ ਨਾ, ਸਾਨੂੰ ਅੰਦਰੋਂ ਇੱਕ ਪ੍ਰੇਰਨਾ ਮਿਲਦੀ ਹੈ ਇਹਦੇ ਨਾਲ ਜਦੋਂ ਸਾਨੂੰ ਇਨਾਮ ਮਿਲਦਾ ਹੈ। ਤੇ ਜੇ ਕਿਤੇ ਅਸੀਂ ਵਾਂਝੇ ਰਹਿ ਜਾਈਏ ਉਹ ਤੋਂ, ਤਾਂ ਜਿਹਨੂੰ ਮਿਲ ਰਿਹਾ ਹੁੰਦਾ ਤੇ ਫਿਰ ਸਾਡੇ ਦਿਮਾਗ 'ਚ ਹੁੰਦਾ ਵੀ ਮੈਂ ਇਹ ਤੋਂ ਕਿਉਂ ਵਾਂਝਾ ਰਹਿ ਗਿਆ। ਸਾਨੂੰ ਇਹ ਹੁੰਦਾ ਕਿ ਕਦੋਂ ਅਗਲਾ ਕੋਈ ਇਸ ਤਰ੍ਹਾਂ ਦਾ ਮੁਕਾਬਲਾ ਹੋਵੇ ਤੇ ਸਾਨੂੰ ਇਹ ਇਨਾਮ ਮਿਲੇ। ਤੇ ਮੈਂ ਇਹ ਵੀ ਗੱਲ ਉਹਨਾਂ ਨਾਲ ਕੀਤੀ ਸੀ ਵੀ ਜੇਕਰ ਤੁਹਾਨੂੰ ਕੋਈ ਅਧਿਆਪਕ, ਜਿਸ ਤਰ੍ਹਾਂ ਸੰਧੂ ਸਾਹਿਬ ਨੇ ਗੱਲ ਕੀਤੀ ਆ, ਤੇ ਕਹਿੰਦੇ ਜੀ ਬੜਾ ਮਨ ਟੁੱਟਦਾ। ਵੈਸੇ ਮੈਂ ਵੀ ਆਪਣੇ ਸਮੇਂ ਦੇ ਵਿੱਚ ਬੜੀ ਸਖਤ ਰਹੀ ਹਾਂ, ਕਿਉਂਕਿ ਜਿਸ ਤਰ੍ਹਾਂ ਆਪਾਂ ਕਹਿ ਤਾ, ਉਹ ਗਹਿਣੇ ਦੇ ਨਾਲ ਹੀ ਆਪਾਂ ਸ਼ਿੰਗਾਰੇ ਹੋਏ ਆਏ ਆ। ਤੇ ਉਹ ਕਿਤੇ ਨਾ ਕਿਤੇ ਜਿਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਪਲਦੇ ਆ, ਦੇਖਦੇ ਆ, ਉੱਠਦੇ ਬਹਿੰਦੇ ਹੈਗੇ ਆ, ਉਹਦਾ ਅਸਰ ਤਾਂ ਜ਼ਰੂਰ ਹੁੰਦਾ। ਪਰ ਦਹਾਕਿਆਂ ਬੱਧੀ ਜਦੋਂ ਇੱਕ ਅਧਿਆਪਕ ਆਪਣੇ ਬੱਚਿਆਂ ਦੇ ਵਿੱਚ ਵਿਚਰਦਾ ਤੇ ਉਸ ਸਮੇਂ ਦੌਰਾਨ ਅਸੀਂ ਬਹੁਤ ਕੁਝ ਨਵਾਂ ਸਿੱਖਦੇ ਹਾਂ। ਉਹਨੂੰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਅੱਜ ਵੀ ਕੁਝ ਕੁ ਅਧਿਆਪਕ ਜਦੋਂ ਦੇਖਦੇ ਆ, ਮਨ ਬੜਾ ਮਤਲਬ ਦੁਖੀ ਹੁੰਦਾ ਹੈ। ਬੱਚਿਆਂ ਨੂੰ ਬਾਹਰ ਕੱਢ ਕੇ ਖੜਾਉਣਾ, ਖੜੇ ਕਰ ਦੇਣਾ ਜਾਂ ਪਿੱਛੇ ਖੜੇ ਕਰ ਦੇਣਾ, ਬੈਂਚਾਂ ਤੇ ਖੜੇ ਕਰ ਦੇਣਾ। ਤੇ ਸੱਚ ਪੁੱਛ ਉਦੋਂ ਮਨ ਇੰਨਾ ਦੁਖਦਾ। ਵੈਸੇ ਮੇਰੇ ਸਰੋਤਿਆਂ ਨੂੰ ਸ਼ਾਇਦ ਕਿਸੇ ਨੂੰ ਕੌੜਾ ਵੀ ਨਾ ਲੱਗੇ ਕਿ ਮੈਂ ਅਧਿਆਪਕ ਸ਼ਬਦ ਵਰਤੀਏ ਤੇ ਸ਼ਾਇਦ ਬਹੁਤ ਹੀ ਮਾੜੀ ਗੱਲ ਹੋਊਗੀ ਆਪਾਂ ਉਹਨਾਂ ਇਨਸਾਨਾਂ ਦੇ ਲਈ। ਤੇ ਸਾਨੂੰ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ। ਜੇ ਕਦੇ ਅਧਿਆਪਕ ਮਨ ਦੇ ਵਿੱਚ, ਮਨ ਤੇ ਕੰਟਰੋਲ ਨਹੀਂ ਕਰ ਸਕਦਾ, ਉਹਨੂੰ ਇੰਨਾ ਕੁ ਗੁੱਸਾ ਆਇਆ, ਤਾਂ ਉਹਦਾ ਜਿਹੜੀ ਗੁੱਸਾ ਹੈਗਾ ਉਹ ਵੀ ਬੱਚੇ ਨੂੰ ਇਨਾਮ ਦੇ ਰੂਪ 'ਚ ਮਿਲਣਾ ਚਾਹੀਦਾ ਹੈ। ਮੈਂ ਇੱਕ ਉਦਾਹਰਨ ਦਿੰਦੀ ਹਾਂ ਆਪਣੇ ਆਪ ਹੀ, ਮੇਰੇ ਆਪਣੇ ਸਕੂਲ ਦੀ ਆ, ਮੇਰੇ ਨਾਲ ਹੀ ਬੀਤੀ ਹੋਈ ਆ। ਕੁਛ ਏਦਾਂ ਦੀ, ਜਿੱਦਾਂ ਪਰਿਵਾਰਕ ਮਾਹੌਲ ਤੋਂ ਬੱਚੇ ਕਿਸ ਤਰ੍ਹਾਂ ਤੋਂ ਆਉਂਦੇ ਨੇ, ਇਹ ਸਾਰਾ ਕੁਝ ਹੀ ਆਪਾਂ ਦੇਖਣਾ ਹੁੰਦਾ ਹੈਗਾ। ਤਾਂ ਉਹ ਜਿੱਦਾਂ ਸੰਧੂ ਸਾਹਿਬ ਕਹਿ ਕੇ ਗਏ ਹੈਗੇ ਆ ਕਿ ਸਾਡੇ ਸ਼ਾਇਦ ਜਿਹਨ 'ਚ ਹੁੰਦਾ ਹੈ ਕਿ ਵਿਗੜੇ ਹੋਏ ਆ, ਇਹਨਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ ਜਾਂ ਕੁਝ ਵੀ ਆ। ਤਾਂ ਬੱਚੇ ਉਹ ਬੱਚੇ ਨੇ, ਅਸੀਂ ਉਸ ਲੈਵਲ ਤੇ ਜਾ ਕੇ, ਉਸ ਪੱਧਰ ਤੇ ਜਾ ਕੇ ਸੋਚਣਾ ਹੁੰਦਾ। ਤੇ ਮੈਨੂੰ ਲੱਗਿਆ ਕਿ ਉਹਨਾਂ ਦੀ એનર્ਜੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਕੰਜ਼ਿਊਮ ਕਰਨੀ ਪੈਂਦੀ ਹੈਗੀ ਆ। ਜਦੋਂ ਜ਼ਿਆਦਾ એનર્ਜੀ ਲੈਵਲ ਬੱਚੇ ਦੇ ਵਿੱਚ ਵੱਧਦਾ ਹੈਗਾ ਤਾਂ ਉਹਨੂੰ ਵੀ ਇੱਕ ਅਧਿਆਪਕ ਬੜੀ ਵਧੀਆ ਢੰਗ ਦੇ ਨਾਲ ਯੂਜ਼ ਕਰ ਸਕਦਾ। ਤੇ ਮੈਂ ਉਹਨੂੰ ਬੱਚਿਆਂ ਨੂੰ ਗਰਾਊਂਡ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਮੈਂ ਖੁਦ ਪਹਿਲਾਂ ਜਾਣਾ, ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭਜਾਉਣਾ,
ਇੱਕ ਦੋ ਦਿਨ ਉਹਨਾਂ ਨੂੰ ਵਧੀਆ ਲੱਗਿਆ, ਚੌਥੇ ਪੰਜਵੇਂ ਦਿਨ ਉਹਨਾਂ ਨੂੰ ਲੱਗਿਆ ਵੀ ਅੱਜ ਜੀ ਕੱਲ ਨੂੰ ਵੀ ਆਉਣਾ ਹੈ ਜੀ। ਮੈਂ ਉਹਨਾਂ ਨੂੰ ਹੋਰ ਲਾਲਚ ਦੇਤਾ ਹਨਾ, ਜਿੱਦਾਂ ਆਪਣੇ ਕੋਲੇ ਕੀ ਹੁੰਦਾ, ਮੈਂ ਛੋਲੇ ਭਿਉਂ ਕੇ ਦੇਣੇ, ਨਾਲ ਵਿੱਚ ਦੋ ਬਦਾਮ ਪਾ ਦੇਣੇ, ਬੱਚੇ ਉਸ ਲਾਲਚ ਦੇ ਨਾਲ ਹੀ ਮਤਲਬ ਕਿ ਆਉਂਦੇ ਗਏ। ਬੱਚਾ ਨੈਸ਼ਨਲ ਤੱਕ ਮਤਲਬ ਗਿਆ ਸੀ ਕਿ ਉਹ ਬੱਚਾ ਕਲਾਸ ਦੇ ਵਿੱਚ ਜਿੱਦਾਂ ਹਨਾ ਆਪਣੀਆਂ ਜੋ ਵੀ ਹਰਕਤਾਂ ਜਿਸ ਤਰ੍ਹਾਂ ਦੀਆਂ ਕਰਦਾ, ਬਟ ਉਹਨੂੰ ਉਹਦੀ એનર્ਜੀ ਲੈਵਲ ਨੂੰ ਸੈੱਟ ਕੀਤਾ। ਤੇ ਉਹ ਬੱਚੇ ਅੱਜ ਹੀ ਬਾਈ ਚਾਂਸ ਹੀ ਤਾਂ ਆਪਣਾ ਪ੍ਰੋਗਰਾਮ ਰੱਖਿਆ ਹੋਇਆ ਸੀ, ਤੇ ਉਹ ਬੱਚਾ ਉਸ ਤੋਂ ਬਾਅਦ ਆਰਮੀ ਦੇ ਵਿੱਚ ਚਲਿਆ ਗਿਆ, 16 ਸਾਲ ਬਾਅਦ ਆਇਆ, ਤੇ ਅੱਜ ਇਹ BLO ਦੀਆਂ ਡਿਊਟੀਆਂ ਸੀਗੀਆਂ, ਤੇ ਬਾਈ ਚਾਂਸ ਹੀ ਉਹ ਬੱਚਾ ਅੱਜ ਆ ਗਿਆ। ਤਾਂ ਉਹਨੇ ਮੈਨੂੰ ਉਸ ਸਮੇਂ ਦੌਰਾਨ, ਮੈਂ ਭੁੱਲ ਗਈ ਸੀ, ਉਹਨੇ ਮੈਨੂੰ ਯਾਦ ਕਰਵਾਇਆ, ਕਹਿੰਦਾ ਜੀ ਮੈਂ ਚਲੋ ਉਹਦੇ ਪਰਿਵਾਰ ਬਾਰੇ ਪੁੱਛਣ ਲੱਗ ਗਈ, ਕਿਉਂਕਿ ਅਸੀਂ ਜਦੋਂ ਬੱਚਿਆਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸ਼ਾਮਲ ਹੁੰਦੇ ਆ, ਤਾਂ ਉਹਦੇ ਨਾਲ ਵੀ ਅਸੀਂ ਉਹਦੇ ਵਿੱਚ ਬਹੁਤ ਕੁਝ ਸਿੱਖਦੇ ਹੈਗੇ ਆ। ਤੇ ਉਹ ਬੱਚਾ ਦੱਸਣ ਲੱਗ ਗਿਆ, ਕਹਿੰਦਾ ਜੀ ਮੇਰਾ ਕਹਿੰਦਾ ਵਿਆਹ ਕਹਿੰਦਾ ਉਧਰ ਗਿੱਲ ਗੋਸਲ ਮਤਲਬ ਕਿ ਉਧਰ ਹੀ ਇਨ-ਲॉज ਹੈਗੇ ਨੇ। ਉਹਨੇ ਫਿਰ ਇੱਕ ਗੱਲ ਸੁਣਾਈ, ਕਹਿੰਦਾ ਜੀ ਮੈਨੂੰ ਯਾਦ ਆਉਂਦਾ 2002 ਦੇ ਵਿੱਚ ਜਦ ਤੁਸੀਂ ਸਾਨੂੰ ਖੋ ਦੀ ਤਿਆਰੀ ਕਰਵਾਈ, ਤੇ ਫਿਰ ਤੁਸੀਂ ਸਾਨੂੰ ਆਪਣੇ ਪੇਕੇ ਪਿੰਡ ਲੈ ਕੇ ਗਏ, ਜਦੋਂ ਅਸੀਂ ਉੱਥੋਂ ਦੀ ਲੰਘਦੇ ਆ ਉਹ ਫਾਟਕਾਂ ਕੋਲ ਦੀ, ਕਹਿੰਦੇ ਸਾਡੇ ਯਾਦ ਆਉਂਦੀ ਆ। ਤਾਂ ਮੈਨੂੰ ਸੱਚ ਪੁੱਛੋ ਮੇਰੇ ਦਿਮਾਗ 'ਚ ਉਹ ਗੱਲ ਹੈ ਨਹੀਂ ਸੀਗੀ। ਤਾਂ ਬੱਚੇ ਕਿਤੇ ਨਾ ਕਿਤੇ ਸਾਡੀ ਹਰ ਐਕਟੀਵਿਟੀ, ਹਰ ਗਤੀਵਿਧੀ ਨੂੰ ਕਿਸ ਤਰ੍ਹਾਂ ਦੀ ਵੀ ਹੈਗੀ ਆ, ਉਹਨੂੰ ਅੰਦਰ ਸਮੋਈ ਬੈਠੇ ਹੈਗੇ ਆ। ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਧਿਆਪਕ ਨੂੰ ਜੁੜਨਾ ਪਊਗਾ, ਮਨੋਵਿਗਿਆਨਕ ਲੈਵਲ ਤੇ ਉੱਪਰ ਉੱਠਣਾ ਪਊਗਾ। ਤੇ ਸਾਡੀਆਂ ਸਰਕਾਰਾਂ ਵੀ, ਸਾਡੇ ਸਕੱਤਰ ਸਾਹਿਬ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੋਇਆ ਹੈ, ਜਿਹੜਾ ਆ ਪਿੱਛੇ ਜੇ 100% ਸਕੂਲਾਂ ਨੂੰ ਮੁਖੀਆਂ ਨੂੰ ਸਨਮਾਨਿਤ ਕਰਨਾ। ਪਰ ਮੈਂ ਉੱਥੇ ਇੱਕ ਗੱਲ ਐਡ ਕਰੂੰਗੀ ਕਿ ਸਨਮਾਨ ਉਹਨਾਂ ਦੇ ਹੱਥਾਂ ਵਿੱਚ ਜਾਣਾ ਚਾਹੀਦਾ ਹੈ, ਜਿਹੜੇ ਅੱਗੋਂ ਸਾਡੇ ਅਧਿਆਪਕਾਂ ਨੂੰ ਵੀ ਸਨਮਾਨਿਤ ਕਰਨ, ਬੱਚਿਆਂ ਨੂੰ ਵੀ ਇਨਾਮ ਵੱਲੋਂ ਲੈ ਕੇ ਜਾਣ। ਤੇ ਕੁਝ ਇੱਕ ਇਸ ਤਰ੍ਹਾਂ ਦੇ ਵੀ ਨਿਕਲੇ ਨੇ, ਮੈਨੂੰ ਲੱਗਦਾ ਵੀ ਸ਼ਾਇਦ ਗੱਲ ਨਹੀਂ ਵੀ ਕਰਨੀ ਬਣਦੀ ਤੇ ਗੱਲ ਕਰਨੀ ਵੀ ਬਣਦੀ ਹੈ, ਕਿ ਉਹਨਾਂ ਸਕੂਲ ਮੁਖੀਆਂ ਨੇ ਬੱਚਿਆਂ ਨੂੰ ਦਿਖਾਏ ਤੱਕ ਨਹੀਂ ਹੈਗੇ ਉਹ ਸਨਮਾਨ। ਤਾਂ ਅਸੀਂ ਉੱਥੇ ਬੱਚਿਆਂ ਦੇ ਵਿੱਚ ਇਹ ਮਾਨ ਸਨਮਾਨ ਦੀ, ਇਨਾਮ ਦੀ ਭਾਵਨਾ ਪੈਦਾ ਕਰਨ ਵਿੱਚ ਬਹੁਤ ਪਿੱਛੇ ਰਹਿ ਜਾਂਦੇ ਆ। ਤਾਂ ਇਹਨਾਂ ਸਰਕਾਰਾਂ ਨੂੰ ਚਾਹੀਦਾ ਕਿ ਸਮੇਂ ਸਿਰ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਕਿ ਬੱਚਿਆਂ ਨੂੰ ਅਦੀਪ ਜੀ ਆਏ ਸੀਗੇ, ਮੈਂ ਫੰਕਸ਼ਨ ਤੇ ਬੁਲਾਏ ਸੀਗੇ, ਤਾਂ ਸਾਡੇ ਚੇਅਰਮੈਨ ਸਾਹਿਬ ਨੇ ਇੱਕੋ ਹੀ ਗੱਲ ਕਹੀ ਸੀ ਆਪਣੇ ਭਾਸ਼ਣ ਦੇ ਵਿੱਚ ਕਿ ਭੈਣ ਜੀ ਅੱਗੇ ਤੋਂ ਕਿਸੇ ਵੀ ਤੁਹਾਨੂੰ ਹੋਰ ਮੁੱਖ ਮਹਿਮਾਨ ਨੂੰ ਉਡੀਕਣ ਦੀ ਲੋੜ ਨਹੀਂ ਹੈਗੀ, ਤੇ ਤੁਸੀਂ ਹਰ ਵਾਰ ਜਿਹੜਾ ਐਨੂਅਲ ਫੰਕਸ਼ਨ ਦੇ ਉੱਤੇ ਦੀਪ ਜੀ ਹੋਰਾਂ ਨੂੰ ਬੁਲਾਇਆ ਕਰੋ, ਕਿਉਂਕਿ ਉਹਨਾਂ ਦੇ ਜਿਹੜੇ ਸ਼ਬਦ ਸੀ, ਸ਼ਬਦਾਂ ਦੇ ਨਾਲ ਹੀ ਸਾਡੇ ਬੱਚਿਆਂ ਤੇ ਸਾਡੇ ਜਿੰਨੇ ਵੀ ਮਹਿਮਾਨ ਆਏ ਹੋਏ ਸੀ ਉਹਨਾਂ ਦਾ ਜਿਹੜਾ ਪ੍ਰਭਾਵ ਸੀਗਾ ਉਹ ਆਪਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ। ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਹੈ ਕਿ ਬੱਚਿਆਂ ਦੇ ਲਈ ਕੋਈ ਮਨੋਵਿਗਿਆਨੀਆਂ ਦੇ ਸਮੇਂ ਸਿਰ ਦੀਪ ਜੀ ਹੋਰਾਂ ਦੇ ਕੋਈ ਜਿਹੜੇ ਲੈਕਚਰ ਨੇ ਉਹ ਦਵਾਏ ਜਾਣ, ਜਿਹਦੇ ਨਾਲ ਸਾਡੇ ਤੇ ਸਾਡੇ ਬੱਚਿਆਂ ਦੇ ਉੱਤੇ ਕੋਈ ਚੰਗਾ ਜਿਹੜਾ ਅਸਰ ਹੈ ਹੋਵੇ। ਅਕਸਰ ਹੀ ਮਾਂ-ਬਾਪ ਵੱਲੋਂ ਵੀ ਕਈ ਵਾਰ ਬੱਚੇ ਨੇ ਜਿਹੜੇ ਅਣਗੌਲੇ ਰਹਿ ਜਾਂਦੇ ਨੇ, ਤੇ ਉਹਨਾਂ ਅਣਗੌਲੇ ਬੱਚਿਆਂ ਦਾ ਆਪਾਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਅਧਿਆਪਕ ਦੇ ਪ੍ਰਤੀ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੋਊਗਾ। ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ, ਬੱਚੇ ਦੀ ਮਾਨਸਿਕਤਾ ਨੂੰ ਸਮਝਣਾ। ਪਰ ਜੇ ਦੇਖਿਆ ਜਾਵੇ ਤੇ ਅੱਜ ਜਿਹੜਾ ਅਧਿਆਪਕ ਹੈ ਉਹ ਉਸੇ ਮਾਨਸਿਕਤਾ ਦੇ ਵਿੱਚੋਂ ਆ ਰਿਹਾ ਹੈਗਾ, ਤੇ ਉਹੀ ਘਾਟ ਕਿਤੇ ਨਾ ਕਿਤੇ ਅੱਜ ਅਧਿਆਪਕ ਦੇ ਵਿੱਚ ਵੀ ਦੇਖਣ ਨੂੰ ਪਾਈ ਜਾ ਰਹੀ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਲੈਕਚਰ ਨੇ ਉਹ ਜ਼ਰੂਰ ਸਾਡੇ ਸਕੂਲਾਂ ਦੇ ਵਿੱਚ ਹੋਣੇ ਚਾਹੀਦੇ ਆ। ਵੱਧ ਤੋਂ ਵੱਧ ਜਿਹੜੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਨੇ, ਬੜੀ ਪ੍ਰੇਰਨਾ ਮਿਲਦੀ ਸੀ ਜਦ ਸੰਧੂ ਸਾਹਿਬ ਨੂੰ ਅਸੀਂ ਇਹਦੇ ਬਾਰੇ ਪੁੱਛਣਾ ਤੇ ਇਹਨਾਂ ਨੇ ਸਾਨੂੰ ਝੱਟ ਟਾਈਮ ਦੇ ਦੇਣਾ, ਤੇ ਉੱਥੇ ਇੱਕ ਮਜ਼ਾ ਆਉਂਦਾ ਕੰਮ ਕਰਨ ਦਾ ਕਿ ਸਾਨੂੰ ਸਕੂਨ ਮਿਲੇ। ਇਸ ਕਰਕੇ ਮੈਂ ਤਾਂ ਹਰ ਸਮੇਂ ਹੀ ਕਹੂੰਗੀ ਕਿ ਅਗਰ ਅਧਿਆਪਕ ਦਾ ਆਪਣੇ ਗੁੱਸੇ ਤੇ ਕੰਟਰੋਲ ਨਾ ਵੀ ਹੋਵੇ ਤਾਂ ਵੀ ਉਹਦੇ ਵੱਲੋਂ ਜੋ ਵੀ ਕੀਤਾ ਜਾਣਾ, ਜੋ ਵੀ ਗਤੀਵਿਧੀ ਕੀਤੀ ਜਾਣੀ, ਉਹ ਬੱਚੇ ਨੂੰ ਇੱਕ ਇਨਾਮ ਦੇ ਰੂਪ ਵਿੱਚ ਹੀ ਪ੍ਰਾਪਤ ਹੋਵੇ। ਤੇ ਵੱਧ ਤੋਂ ਵੱਧ ਜਿਹੜੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਨੇ ਉਹ ਕਰਵਾਏ ਜਾਣੇ ਚਾਹੀਦੇ ਆ। ਬਿਲਕੁਲ ਜੀ, ਬਿਲਕੁਲ। ਮੈਡਮ ਜੀ ਨੇ ਮਨੋਵਿਗਿਆਨ ਦੀ ਹੈ, ਤੇ ਸਾਡੇ ਮੈਂ ਅਗਲਾ ਸਵਾਲ ਜਿਨ੍ਹਾਂ ਕੋਲ ਲੈ ਕੇ ਜਾ ਰਿਹਾ ਦਲਜੀਤ ਸਿੰਘ ਜੀ, ਬੜੀ ਵੱਡੀ ਪੱਧਰ ਤੇ ਇਸ ਚੀਜ਼ ਦੇ ਨਾਲ ਜੁੜੇ ਹੋਏ ਹੈ, ਮਨੋਵਿਗਿਆਨ ਦੇ ਪੱਖਾਂ ਦੇ ਨਾਲ, ਕਿਉਂਕਿ ਸਾਡਾ ਉਹਨਾਂ ਨਾਲ ਬਾਹ ਲਗਾਤਾਰ ਪੈਂਦਾ ਰਿਹਾ ਹੈ। ਪਿਛਲੇ 4 ਸਾਲਾਂ ਤੋਂ ਅਸੀਂ ਇਕੱਠਿਆਂ ਨੇ ਕੰਮ ਕੀਤਾ ਬਹੁਤ ਸਾਰੇ ਖੇਤਰਾਂ ਦੇ ਵਿੱਚ, ਬਹੁਤ ਸਾਰੇ ਵਿਸ਼ਿਆਂ ਦੇ ਉੱਤੇ। ਦਲਜੀਤ ਜੀ, ਤੁਹਾਡੇ ਵਾਸਤੇ ਮੇਰਾ ਸਵਾਲ ਇਹ ਹੈ ਕਿ ਮਨੋਵਿਗਿਆਨਕ ਚੀਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਮਨੋਵਿਗਿਆਨ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਨੂੰ ਪਤਾ ਹੈ ਕਿ ਸਾਡੀ ਮਾਨਸਿਕਤਾ ਦੀ, ਸਾਡੇ ਮਨੋਵਿਗਿਆਨ ਦੀ ਬੜੀ ਵੱਡੀ ਭੂਮਿਕਾ ਜਿਹੜੀ ਹਰ ਇੱਕ ਪੱਖ ਤੋਂ ਹੁੰਦੀ ਹੈ, ਹਰ ਇੱਕ ਖੇਤਰ ਦੇ ਵਿੱਚ ਹੁੰਦੀ ਹੈ। ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜਦੋਂ ਸਜ਼ਾ ਜਾਂ ਇਨਾਮ ਦਾ ਹਥਿਆਰ ਜਿਹੜਾ ਵਰਤਿਆ ਜਾਂਦਾ ਹੈ, ਜਾਂ ਸਜ਼ਾ ਤੇ ਇਨਾਮ ਦਾ ਸੰਕਲਪ ਜਦੋਂ ਵਰਤਿਆ ਜਾਂਦਾ ਹੈ, ਤਾਂ ਇਹਦਾ ਸਾਡੇ ਮਨੋਵਿਗਿਆਨ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ ਹੈ? ਹਾਂਜੀ, ਬਹੁਤ ਬਹੁਤ ਧੰਨਵਾਦ ਗੁਰਨੈਬ ਜੀ।
ਸਿਰਜਣਾਤਮਕ ਸਿੱਖਿਆ ਸੰਸਾਰ ਦੀ ਸਮੁੱਚੀ ਟੀਮ ਦਾ ਡਾਕਟਰ ਕੁਲਦੀਪ ਜੀ, ਗੁਰਨਾਇਬ ਜੀ, ਡਾਕਟਰ ਧਾਮੀ ਮੈਡਮ, ਮਨਜਿੰਦਰ ਮੈਡਮ, ਰੁਪਿੰਦਰ ਸਿੱਧੂ, ਸੁਖਜੀਵਨ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤੁਹਾਡੇ ਸਭ ਨਾਲ ਜੁੜ ਬੈਠਣ ਦਾ ਮੌਕਾ ਦਿੱਤਾ। ਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਸਰਦਾਰ ਹਰਵੰਸ ਸਿੰਘ ਜੀ ਸੰਧੂ ਤੇ ਮੈਡਮ ਗੁਰਪ੍ਰੀਤ ਬੜੇ ਮੁੱਲਵਾਨ ਵਿਚਾਰ ਰੱਖੇ। ਗੁਰਨਾਇਬ ਜੀ, ਜਿਸ ਤਰ੍ਹਾਂ ਕਿ ਤੁਸੀਂ ਮਨੋਵਿਗਿਆਨ ਦੇ ਖੇਤਰ ਨਾਲ ਜੁੜ ਕੇ ਇਸ ਸਟ੍ਰੈਟਜੀ ਹੈ ਜਿਹੜੀ ਰਿਵਾਰਡ ਐਂਡ ਪਨਿਸ਼ਮੈਂਟ ਦੀ, ਉਹਦੇ ਬਾਰੇ ਤੁਸੀਂ ਮੇਰੇ ਅੱਗੇ ਕਿਸੇ ਜੋ ਸਵਾਲ ਰੱਖਿਆ ਹੈ, ਤਾਂ ਮੈਂ ਸਭ ਤੋਂ ਪਹਿਲੀ ਗੱਲ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਭਾਵੇਂ ਇਸ ਸਟ੍ਰੈਟਜੀ ਨੂੰ ਆਪਾਂ ਚੰਗਾ ਕਹਿ ਲਈਏ ਭਾਵੇਂ ਮਾੜਾ ਕਹਿ ਲਈਏ, ਹਾਲਾਂਕਿ ਆਪਾਂ ਡਿਸਕਸ਼ਨ ਤੋਂ ਬਾਅਦ ਇੱਕ ਜ਼ਰੂਰ ਡਿਸੀਜਨ ਤੇ ਪਹੁੰਚਾਂਗੇ, ਪਰ ਮੈਂ ਸ਼ੁਰੂ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਕਿ ਮਨੋਵਿਗਿਆਨਕ ਤੌਰ ਤੇ ਇਸ ਸਿਧਾਂਤ ਨੂੰ ਮਾਨਤਾ ਮਿਲੀ ਹੋਈ ਹੈ। ਸਜ਼ਾ ਤੇ ਇਨਾਮ ਹੈ ਜਿਹੜਾ ਉਹ ਬਿਨਾਂ ਸ਼ੱਕ ਸਾਡੇ ਵਿਵਹਾਰ ਨੂੰ ਪ੍ਰੇਰਿਤ ਕਰਦੇ ਆ। ਸਭ ਤੋਂ ਪਹਿਲੀ ਮਨੋਵਿਗਿਆਨ ਜਿਹੜੀ ਸਭ ਤੋਂ ਪਹਿਲੀ ਹੀ ਸਟੇਟਮੈਂਟ ਹੈ ਕਿ ਮਨੁੱਖ ਹੈ ਜਿਹੜਾ ਉਹ ਕਿਸੇ ਵੀ ਕੰਮ ਨੂੰ ਪ੍ਰੇਰਿਤ ਹੋ ਕੇ ਹੀ ਕਰਦਾ ਹੈ। ਉਹ ਪ੍ਰੇਰਨਾ ਜਿਹੜੀ ਕਿਸੇ ਵੀ ਅਸੀਂ ਜੇ ਕੰਮ ਨੂੰ ਕਰ ਰਹੇ ਹਾਂ ਤਾਂ ਸਾਡੇ ਕੋਈ ਨਾ ਕੋਈ ਪ੍ਰੇਰਨਾ ਜਿਹੜੀ ਉਹਦੇ ਪਿੱਛੇ ਕੰਮ ਕਰ ਰਹੀ ਹੈ। ਹੁਣ ਉਹ ਪ੍ਰੇਰਨਾ ਦੇ ਦੋ ਖੇਤਰ ਨੇ, ਇੱਕ ਹੈਗੀ ਹੈ ਇੰਟਰਨਲ ਮੋਟੀਵੇਸ਼ਨ ਤੇ ਇੱਕ ਹੈਗੀ ਹੈ ਐਕਸਟਰਨਲ ਮੋਟੀਵੇਸ਼ਨ। ਇੰਟਰਨਲ ਮੋਟੀਵੇਸ਼ਨ ਉਹ ਹੁੰਦੀ ਹੈ ਵੀ ਜਦੋਂ ਅਸੀਂ ਕਿਸੇ ਕੰਮ ਨੂੰ ਕਰਨ ਦੇ ਲਈ ਅੰਦਰੋਂ ਪ੍ਰੇਰਿਤ ਹੁੰਦੇ ਹਾਂ, ਭਾਵ ਜੇ ਕਿਸੇ ਕੰਮ ਨੂੰ ਕਰਨ ਵੇਲੇ ਸਾਨੂੰ ਕੋਈ ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ ਹੈ, ਤਾਂ ਉਹ ਇੱਕ ਜਿਹੜੀ ਸਾਡੀ ਅੰਦਰੂਨੀ ਪ੍ਰੇਰਨਾ ਹੈ ਉਹ ਸਾਨੂੰ ਉਸ ਕੰਮ ਨੂੰ ਬਾਰ-ਬਾਰ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ। ਇੱਕ ਹੁੰਦੀ ਹੈ ਐਕਸਟਰਨਲ ਮੋਟੀਵੇਸ਼ਨ ਜਿਹੜੀ ਸਾਨੂੰ ਪ੍ਰੇਰਨਾ ਬਾਹਰੋਂ ਮਿਲਦੀ ਹੈ। ਹੁਣ ਇੱਥੇ ਮੋਟਾ ਫਰਕ ਇਹ ਹੈ ਵੀ ਜਿਹੜਾ ਸਜ਼ਾ ਤੇ ਇਨਾਮ ਦੀ ਸਟ੍ਰੈਟਜੀ ਹੈ ਇਹ ਐਕਸਟਰਨਲ ਮੋਟੀਵੇਸ਼ਨ ਹੈ। ਇਹ ਅਸੀਂ ਬਾਹਰੋਂ ਇੱਕ ਅਜਿਹੀ ਟੈਕਨੀਕ ਯੂਜ਼ ਕਰਦੇ ਹਾਂ ਜਿਹਦੇ ਨਾਲ ਬੱਚਾ ਮਤਲਬ ਕਿਸੇ ਕੰਮ ਦੇ ਕਰਨ ਲਈ ਪ੍ਰੇਰਿਤ ਹੁੰਦਾ ਹੈ। ਹੁਣ ਟੀਚਿੰਗ ਲਾਈਨ ਦੇ ਵਿੱਚ ਇਸ ਸਿਧਾਂਤ ਦੀ ਵਰਤੋਂ ਹੈ ਜਿਹੜੀ ਉਹ ਕਿਵੇਂ ਹੁੰਦੀ ਹੈ। ਇੱਕ ਤਾਂ ਪੈਵਲਵ ਨਾਂ ਦਾ ਵਿਗਿਆਨੀ ਹੋਇਆ ਜਿਹਨੇ ਮਤਲਬ ਕਲਾਸੀਕਲ ਕੰਡੀਸ਼ਨਿੰਗ ਦੀ ਥਿਊਰੀ ਹੈ ਜਿਹੜੀ ਸਾਨੂੰ ਦਿੱਤੀ ਹੈ। ਸਭ ਤੋਂ ਪਹਿਲੀ ਗੱਲ ਆਪਾਂ ਉਹਦੇ ਨਾਲ ਉਹਦੀ ਗੱਲ ਆਪਾਂ ਫਿਰ ਜੋੜਾਂਗੇ ਕਿ ਅਧਿਆਪਕ ਕੀ ਚਾਹੁੰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਕਰਾਉਂਦਾ ਹੈ। ਅਧਿਆਪਕ ਚਾਹੁੰਦਾ ਹੈ ਵੀ ਜਿਹੜੀਆਂ ਵਿਦਿਅਕ ਤੌਰ ਤੇ ਉਪਯੋਗੀ ਗਤੀਵਿਧੀਆਂ ਨੇ ਬੱਚਾ ਉਹ ਤਾਂ ਜ਼ਰੂਰ ਕਰੇ, ਵੱਧ ਤੋਂ ਵੱਧ ਕਰੇ, ਤੇ ਅਜਿਹੀਆਂ ਗਤੀਵਿਧੀਆਂ ਜਿਹੜੀਆਂ ਕਿ ਵਿਦਿਅਕ ਤੌਰ ਤੇ ਅਣਉਪਯੋਗੀ ਹੈ ਜਾਂ ਉਹਦੀ ਸ਼ਖਸੀਅਤ ਦੇ ਵਿੱਚ ਨਕਾਰਾਤਮਕ ਤਬਦੀਲੀਆਂ ਲੈ ਕੇ ਆਉਂਦਾ ਹੈ ਜਾਂ ਮਾੜੇ ਗੁਣ ਪੈਦਾ ਕਰਦੀ ਹੈ ਵੀ ਉਹ ਨਾ ਕਰੇ। ਤਾਂ ਹੁਣ ਇਹ ਦੋਨਾਂ ਚੀਜ਼ਾਂ ਨੂੰ ਅਧਿਆਪਕ ਸਜ਼ਾ ਤੇ ਇਨਾਮ ਨਾਲ ਜੋੜ ਦਿੰਦਾ ਹੈ। ਅਧਿਆਪਕ ਕੀ ਕਰਦਾ ਹੈ ਵੀ ਜਦੋਂ ਵੀ ਬੱਚਾ ਕੋਈ ਚੰਗਾ ਕੰਮ ਕਰਕੇ ਦਿਖਾਉਂਦਾ ਹੈ, ਚਾਹੇ ਉਹ ਸੋਹਣੀ ਲਿਖਾਈ ਕਰਕੇ ਦਿਖਾਉਂਦਾ ਹੈ ਜਾਂ ਸਬਕ ਯਾਦ ਕਰਕੇ ਦਿਖਾਉਂਦਾ ਹੈ ਜਾਂ ਕੋਈ ਸਕੂਲ ਦੇ ਵਿੱਚ ਹੋਰ ਚੰਗਾ ਕੰਮ ਕਰਦਾ, ਤਾਂ ਅਧਿਆਪਕ ਉਸ ਦੇ ਬਦਲੇ ਦੇ ਵਿੱਚ ਉਸ ਨੂੰ ਸ਼ਾਬਾਸ਼ੀ ਦਿੰਦਾ ਹੈ, ਇਨਾਮ ਦਿੰਦਾ ਹੈ। ਤਾਂ ਦੂਸਰੇ ਪਾਸੇ ਜਦੋਂ ਬੱਚਾ ਕੋਈ ਗਲਤ ਕੰਮ ਕਰਦਾ ਹੈ ਤਾਂ ਉਦੋਂ ਉਸ ਨੂੰ ਉਹਦੇ ਸਿੱਟੇ ਵਜੋਂ ਸਜ਼ਾ ਮਿਲਦੀ ਹੈ। ਤਾਂ ਹੁਣ ਜਦੋਂ ਇਹ ਦੋਨੋਂ ਕੰਮ ਹੁੰਦੇ ਆ ਤਾਂ ਵਿਦਿਆਰਥੀ ਦੇ ਮਨ ਦੇ ਵਿੱਚ ਇੱਕ ਕੰਡੀਸ਼ਨਿੰਗ ਹੋ ਜਾਂਦੀ ਹੈ ਕਿ ਮੈਂ ਜਦੋਂ ਵੀ ਚੰਗਾ ਕੰਮ ਕਰਦਾ ਤਾਂ ਮੈਨੂੰ ਇਨਾਮ ਮਿਲਦਾ ਹੈ, ਤੇ ਜਦੋਂ ਵੀ ਮੈਂ ਕੋਈ ਗਲਤ ਕੰਮ ਕਰਦਾ ਤਾਂ ਮੈਨੂੰ ਉਹਦੇ ਸਿੱਟੇ ਵਜੋਂ ਸਜ਼ਾ ਮਿਲਦੀ ਹੈ। ਇਹੀ ਕੰਮ ਪੈਵਲਵ ਨੇ ਸਾਨੂੰ ਦਿੱਤਾ। ਪੈਵਲਵ ਕਹਿੰਦਾ ਹੈ ਕਿ ਜੇ ਤੁਸੀਂ ਮਨੁੱਖੀ ਵਿਵਹਾਰ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹੋ ਤਾਂ ਚੰਗੇ ਕੰਮਾਂ ਨਾਲ ਤੁਸੀਂ ਰਿਵਾਰਡ ਦੀ ਕੰਡੀਸ਼ਨਿੰਗ ਕਰ ਦਿਓ, ਤੇ ਗਲਤ ਕੰਮਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਰੋਕਣਾ ਚਾਹੁੰਦੇ ਹੋ ਪਨਿਸ਼ਮੈਂਟ ਦੀ ਕੰਡੀਸ਼ਨਿੰਗ ਕਰ ਦਿਓ। ਤਾਂ ਅਧਿਆਪਕ ਇਹ ਕੰਡੀਸ਼ਨਿੰਗ ਕਰ ਦਿੰਦਾ ਹੈ। ਤਾਂ ਬੱਚੇ ਦੇ ਮਨ ਦੇ ਵਿੱਚ ਜਦੋਂ ਇਹ ਬਾਰ-ਬਾਰ ਰਿਪੀਟ ਹੁੰਦੀ ਹੈ ਗੱਲ, ਵਿਦਿਆਰਥੀ ਨੇ ਚੰਗਾ ਕੰਮ ਕੀਤਾ ਇਨਾਮ ਮਿਲਿਆ, ਹੋਰ ਚੰਗਾ ਕੰਮ ਕੀਤਾ ਹੋਰ ਇਨਾਮ ਮਿਲਿਆ, ਹੋਰ ਚੰਗਾ ਕੰਮ ਕੀਤਾ ਹੋਰ ਇਨਾਮ ਮਿਲਿਆ, ਗਲਤ ਕੰਮ ਕੀਤਾ ਥੋੜੀ ਸਜ਼ਾ ਮਿਲੀ, ਜ਼ਿਆਦਾ ਗਲਤ ਕੰਮ ਕੀਤਾ ਵੱਧ ਸਜ਼ਾ ਮਿਲੀ, ਤਾਂ ਵਿਦਿਆਰਥੀ ਦੇ ਮਨ ਦੇ ਵਿੱਚ ਇੱਕ ਫਿਰ ਕੰਡੀਸ਼ਨਿੰਗ ਹੋ ਜਾਂਦੀ ਹੈ ਵੀ ਅਜਿਹੇ ਕੰਮਾਂ ਤੇ ਮੈਨੂੰ ਸਜ਼ਾ ਮਿਲਦੀ ਆ, ਉਹਨਾਂ ਕੰਮਾਂ ਨੂੰ ਕਰਨ ਨੂੰ ਪ੍ਰੇਜ਼ ਕਰਨ ਲੱਗ ਜਾਂਦਾ ਹੈ। ਜਿਹੜੇ ਕੰਮਾਂ ਦੇ ਉੱਤੇ ਉਸ ਨੂੰ ਉਹ ਮਿਲਦੀ ਆ ਤਾਂ ਅਜਿਹੇ ਕੰਮਾਂ ਨੂੰ ਉਹ ਕਰਨ ਲੱਗ ਜਾਂਦਾ ਜਿੱਥੇ ਇਨਾਮ ਜਾਂ ਸ਼ਾਬਾਸ਼ੀ ਮਿਲਦੀ ਹੈ। ਤਾਂ ਮਤਲਬ ਵੀ ਇਹ ਜਿਹੜੀ ਕੰਡੀਸ਼ਨਿੰਗ ਦੀ ਥਿਊਰੀ ਮਨੋਵਿਗਿਆਨਕ ਤੌਰ ਤੇ ਇਸ ਨੂੰ ਮਾਨਤਾ ਮਿਲੀ ਹੋਈ ਹੈ, ਪਰ ਕਿਉਂਕਿ ਇਹ ਇੰਟਰਨਲ ਮੋਟੀਵੇਸ਼ਨ ਨਾਲ ਨਹੀਂ ਸੰਬੰਧਿਤ ਹੈਗੀ, ਐਕਸਟਰਨਲ ਮੋਟੀਵੇਸ਼ਨ ਹੈ, ਸੋ ਇੱਕ ਆਰਜੀ ਹੈ, ਪਰਮਾਨੈਂਟ ਨਹੀਂ ਹੈਗੀ, ਪਰ ਇਸ ਨੂੰ ਸਿਧਾਂਤਕ ਤੌਰ ਤੇ ਵਰਤੋਂ ਇਹਦੀ ਕੋਈ ਮਾੜੀ ਨਹੀਂ। ਹੁਣ ਜੇ ਆਪਾਂ ਜਿਸ ਤਰ੍ਹਾਂ ਕਿ ਮੈਡਮ ਨੇ ਇੱਕ ਬੜੀ ਵਧੀਆ ਗੱਲ ਕਰੀ ਕਿ ਅਸੀਂ ਸਕੂਲ ਦੇ ਵਿੱਚ ਮੈਡਮ ਕਹਿੰਦੇ ਵੀ ਫੰਕਸ਼ਨ ਕਰਾਉਂਦੇ ਸੀ, ਕੁਝ ਬੱਚਿਆਂ ਨੂੰ ਇਨਾਮ ਮਿਲਿਆ ਤੇ ਬੱਚੇ ਕਹਿੰਦੇ ਵੀ ਜੀ ਇਹੋ ਜਿਹਾ ਫੰਕਸ਼ਨ ਕਦੋਂ ਹੋਊਗਾ। ਇਹਦਾ ਮਤਲਬ ਸਿਰਫ ਇੱਕ ਫੰਕਸ਼ਨ ਦੇ ਨਾਲ ਹੀ ਬੱਚਿਆਂ ਦੀ ਉਸ ਦੇ ਨਾਲ ਕੰਡੀਸ਼ਨਿੰਗ ਹੋ ਗਈ। ਹੁਣ ਉਹ ਚਾਹੁੰਦੇ ਆ ਕਿ ਅਸੀਂ ਜੇ ਚੰਗੇ ਕੰਮ ਹੋਰ ਕਰੀਏ ਤੇ ਸਾਨੂੰ ਇਨਾਮ। ਤਾਂ ਮਤਲਬ
ਕਿਉਂ? ਜਦੋਂ ਫਿਰ ਇਹਦਾ ਮਤਲਬ ਇਹ ਹੈ ਕਿ ਜਦੋਂ ਇਨਾਮ ਐਡਾ ਲਾਭਕਾਰੀ ਹੈ ਤਾਂ ਅਸੀਂ ਇਨਾਮ ਵਰਗੀਆਂ ਜਿਹੜੀਆਂ ਸਟ੍ਰੈਟਜੀ ਨੇ ਉਹਨਾਂ ਨੂੰ ਯੂਜ਼ ਕਰੀਏ। ਤੇ ਜਦੋਂ ਅਸੀਂ ਉਹਨਾਂ ਨੂੰ ਯੂਜ਼ ਕਰਾਂਗੇ ਤੇ ਬੱਚੇ ਸਾਡੇ ਚੰਗੇ ਕੰਮਾਂ ਦੇ ਵਿੱਚ ਹੀ ਇੰਨੇ ਬਿਜ਼ੀ ਹੋ ਜਾਣਗੇ, ਵਿਦਿਅਕ ਤੌਰ ਤੇ ਉਪਯੋਗੀ ਕੰਮਾਂ ਦੇ ਵਿੱਚ, ਕਿ ਉਹਨਾਂ ਕੋਲੇ ਸਮਾਂ ਹੀ ਨਹੀਂ ਬਚੂਗਾ ਦੂਜੇ ਗਲਤ ਕੰਮ ਕਰਨ ਦਾ। ਤਾਂ ਇਸ ਕਰਕੇ ਸਾਨੂੰ ਪਨਿਸ਼ਮੈਂਟ ਦੀ ਲੋੜ ਹੀ ਨਹੀਂ ਪਊ। ਸੋ ਇਸ ਕਰਕੇ ਮਨੋਵਿਗਿਆਨ ਕਹਿੰਦਾ ਹੈ ਕਿ ਬੱਚੇ ਦੀ ਕੰਡੀਸ਼ਨ ਤੁਸੀਂ ਰਿਵਾਰਡ ਨਾਲ ਕਰੋ ਤੇ ਵੱਧ ਤੋਂ ਵੱਧ ਚੰਗੇ ਕੰਮਾਂ ਵਿੱਚ ਇੰਨਾ ਬਿਜ਼ੀ ਰੱਖੋ ਕਿ ਤੁਹਾਨੂੰ ਕਦੇ ਉਸ ਨੂੰ ਪਨਿਸ਼ਮੈਂਟ ਦੇਣ ਦੀ ਹੈ ਜਿਹੜੀ ਉਹ ਲੋੜ ਹੀ ਨਾ ਪਵੇ। ਸੋ ਇਹ ਇਹਦਾ ਮਨੋਵਿਗਿਆਨਕ ਆਧਾਰ ਹੈ ਜਿਹੜਾ ਉਹ ਇਸ ਰੂਪ ਦੇ ਵਿੱਚ ਛੁਪਿਆ ਹੋਇਆ ਹੈ। ਤਾਂ ਅਧਿਆਪਕ ਨੂੰ ਇਸ ਨੂੰ ਮਨੋਵਿਗਿਆਨਕ ਆਧਾਰ ਇਹਦਾ ਸਮਝਦਿਆਂ ਹੋਇਆਂ ਇਸ ਜਿਹੜੀ ਸਟ੍ਰੈਟਜੀ ਹੈ ਜਿਹੜੀ ਉਸ ਦੀ ਇਸ ਨੂੰ ਯੂਜ਼ ਕਰਨਾ ਚਾਹੀਦਾ ਹੈ, ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ। ਮੁੱਖ ਤੌਰ ਤੇ ਰਿਵਾਰਡ ਹੈ ਜਿਹੜਾ ਉਸ ਨੂੰ ਵਰਤਣਾ ਚਾਹੀਦਾ। ਬਹੁਤ ਵਧੀਆ ਜੀ। ਬਿਲਕੁਲ ਤੁਹਾਡੀ ਇਸ ਗੱਲ ਦੇ ਉੱਤੋਂ ਕੰਡੀਸ਼ਨਿੰਗ ਤੋਂ ਮੇਰੇ ਇੱਕ ਗੱਲ ਯਾਦ ਆ ਰਹੀ ਸੀਗੀ। ਡਾਕਟਰ ਕੁਲਦੀਪ ਜੀ ਨੇ ਮੈਨੂੰ +1 ਦੇ ਵਿੱਚ ਪਹਿਲੀ ਵਾਰੀ ਭਾਸ਼ਣ ਤਿਆਰ ਕਰਵਾਇਆ, ਤਾਂ ਉਸ ਭਾਸ਼ਣ ਦੇ ਵਿੱਚ ਸਾਡੇ ਮੈਡਮ ਹੁੰਦੇ ਸੀ ਲਾਭ ਕੌਰ ਜੀ। ਮੇਰਾ ਭਾਸ਼ਣ ਉਹ ਸੈਕਿੰਡ ਆਇਆ, ਥੋੜਾ ਜਿਹਾ ਮੈਂ ਭੁੱਲ ਗਿਆ ਸੀਗਾ ਕਿ ਪਹਿਲੀ ਵਾਰੀ ਸਟੇਜ ਤੇ ਚੜੇ ਸੀ। ਪਰ ਉਹਨਾਂ ਨੇ ਨਾ ਮੈਨੂੰ ਉਸ ਟਾਈਮ ਦੇ ਵਿੱਚ ਸ਼ਾਇਦ 99 ਦੀ ਗੱਲ ਹੈ, 100 ਰੁਪਇਆ ਦਿੱਤਾ। ਸੌਰੀ ਜੀ, ਕਾਲ ਆ ਗਈ ਸੀ। ਉਹਨਾਂ ਨੇ ਮੈਨੂੰ 100 ਰੁਪਇਆ ਦਿੱਤਾ ਤੇ ਮੈਂ 100 ਰੁਪਇਆ 10 ਸਾਲ ਪੂਰੇ ਸਾਂਭ ਕੇ ਰੱਖਿਆ। ਤੇ ਮੈਨੂੰ ਏਦਾਂ ਲੱਗਿਆ ਕਰੇ ਜਦੋਂ ਮੈਂ 100 ਰੁਪਏ ਨੂੰ ਦੇਖਦਾ ਸੀਗਾ ਕਿ ਇਸ ਤੋਂ ਵੱਡਾ ਇਨਾਮ ਮੇਰੇ ਵਾਸਤੇ ਕੋਈ ਨਹੀਂ ਹੋ ਸਕਦਾ ਕਿ ਮੈਂ ਮਤਲਬ ਜਿੱਤਿਆ ਇਹ 100 ਰੁਪਇਆ ਜਾਂ ਮੈਨੂੰ ਮੈਡਮ ਨੇ ਦਿੱਤਾ ਇਹ 100 ਰੁਪਇਆ। ਸੋ ਆਪਾਂ ਸਾਰੇ ਜੁੜੇ ਹੋਏ ਆ ਇਹਨਾਂ ਚੀਜ਼ਾਂ ਦੇ ਨਾਲ ਕਿ ਬੱਚੇ ਦੀ ਮਾਨਸਿਕਤਾ ਨੂੰ, ਬੱਚੇ ਦੇ ਮਨੋਵਿਗਿਆਨ ਨੂੰ ਅਵਾਰਡ ਹੈ ਜਿਹੜਾ ਜਾਂ ਉਹ ਚੀਜ਼ ਹੈ ਜਿਹੜੀ ਕਿੰਨਾ ਪ੍ਰਭਾਵਿਤ ਹੈ ਜਿਹੜਾ ਕਰਦੀ ਹੈ। ਅਗਲਾ ਸਵਾਲ ਮੇਰਾ ਹਰਵੰਸ ਸਰ ਜੀ ਲਈ ਹੈ ਕਿ ਇੱਕ ਤਾਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਕਿ ਬੱਚਿਆਂ ਨੂੰ ਏਦਾਂ ਅਸੀਂ ਉਹਨਾਂ ਦੀ ਕੰਡੀਸ਼ਨਿੰਗ ਕਰਦੇ ਹਾਂ, ਉਹਨਾਂ ਨੂੰ ਗਲਤ ਕੰਮਾਂ ਲਈ ਸਜ਼ਾ ਦਿੰਦੇ ਹਾਂ, ਚੰਗੇ ਕੰਮਾਂ ਲਈ ਉਹਨਾਂ ਨੂੰ ਇਨਾਮ ਦਿੰਦੇ ਹਾਂ। ਪਰ ਇਸੇ ਤਰ੍ਹਾਂ ਦੇ ਤਰੀਕੇ ਜਿਹੜੇ ਤੁਸੀਂ ਐਡਮਿਨ ਦੇ ਪੱਧਰ ਤੇ ਵੀ ਵਰਤਦੇ ਜ਼ਰੂਰ ਹੋਣੇ, ਕਿਉਂਕਿ ਤੁਸੀਂ ਬਹੁਤਾ ਚਿਰ ਮਤਲਬ ਆਫੀਸਰ ਦੇ ਕੇਡਰ ਤੇ ਡੀਓ ਲੈਵਲ ਜਾਂ DPI ਲੈਵਲ ਦੇ ਅਹੁਦੇ ਤੇ ਕੰਮ ਕੀਤਾ ਹੈ। ਤਾਂ ਸਾਡੇ ਬਹੁਤ ਸਾਰੇ ਅਧਿਆਪਕਾਂ ਦੇ ਵੀ ਏਦਾਂ ਦੇ ਮਸਲੇ ਹੁੰਦੇ ਨੇ ਕਿ ਅਧਿਆਪਕਾਂ ਨੂੰ ਵੀ ਸਜ਼ਾ ਤੇ ਇਨਾਮ ਦੋਨੇ ਦਿੱਤੇ ਜਾਂਦੇ ਨੇ। ਸੋ ਉਸ ਪੱਧਰ ਤੇ ਤੁਹਾਡਾ ਜਿਹੜਾ ਕੋਈ ਵੀ ਤਜਰਬਾ ਹੋਵੇ ਕਿ ਸਜ਼ਾ ਦੇ ਕੇ ਤੁਹਾਨੂੰ ਕੀ ਮਹਿਸੂਸ ਹੋਇਆ, ਜਾਂ ਤੁਸੀਂ ਇਹ ਹਥਿਆਰ ਕਿੰਨਾ ਕੁ ਉਸ ਸਮੇਂ ਵਰਤਿਆ, ਜਾਂ ਇਨਾਮ ਦਾ ਸਿਧਾਂਤ ਸੀ ਜਿਹੜਾ ਇਨਾਮ ਦੇ ਕੇ ਤੁਸੀਂ ਕਿੰਨਾ ਕੁ ਟੀਚਰਾਂ ਨੂੰ ਉਹਨਾਂ ਅਹੁਦਿਆਂ ਤੇ ਜਦੋਂ ਤੁਸੀਂ ਰਹੇ ਪ੍ਰਭਾਵਿਤ ਕੀਤਾ। ਅਧਿਆਪਕਾਂ ਵਾਸਤੇ ਤੁਸੀਂ ਕਿਵੇਂ ਸੋਚਦੇ ਹੋ ਕਿ ਇਹ ਮਸਲਾ ਕਿਵੇਂ ਦਾ ਰਿਹਾ ਤੁਹਾਡੇ ਕਾਰਜਕਾਲ ਦੌਰਾਨ? ਗੁਰਨੈਬ ਜੀ, ਮਤਲਬ ਜਿਹੜੀ ਸਜ਼ਾ ਵਾਲੀ ਗੱਲ ਆਪਾਂ ਕਰ ਰਹੇ ਹਾਂ, ਮੇਰਾ ਖਿਆਲ ਸਜ਼ਾ ਵਾਲਾ ਤਾਂ ਕਨਸੈਪਟ ਬਿਲਕੁਲ ਹੋਣਾ ਹੀ ਨਹੀਂ ਚਾਹੀਦਾ। ਮਤਲਬ ਬੱਚਿਆਂ ਦੇ ਲੈਵਲ ਤੇ ਤਾਂ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਹੀ ਟੀਚਰਸ ਦੇ ਲੈਵਲ ਤੇ ਵੀ ਇਹ ਗੱਲ ਸੋਚੀ ਨਹੀਂ ਜਾ ਸਕਦੀ ਵੀ ਕਿਸੇ ਤੋਂ ਆਪਾਂ ਸਜ਼ਾ ਦੇ ਕੇ ਕੋਈ ਕੰਮ ਕਰਾ ਲਾਂਗੇ ਜਾਂ ਕੁਛ ਹੋਰ ਕਰਾ ਲਾਂਗੇ। ਮਤਲਬ ਰਿਵਾਰਡ ਦੀ ਗੱਲ ਆਪਾਂ ਨੂੰ ਜਿਸ ਤਰ੍ਹਾਂ ਵੀ ਆਪਾਂ ਦੇ ਸਕਦੇ ਹਾਂ ਉਹ ਆਪਾਂ ਨੂੰ ਕਰਨੀ ਬਣਦੀ ਆ। ਦੇਖੋ, ਇਸ ਚੀਜ਼ ਨੂੰ ਤਾਂ ਰਿਜੈਕਟ ਕੀਤਾ ਜਾ ਚੁੱਕਾ ਹੈ। ਸਾਡੇ ਵੱਡੇ ਸਾਈਕੋਲੋਜਿਸਟਾਂ ਨੇ ਸਭ ਨੇ ਇਸ ਚੀਜ਼ ਨੂੰ ਰਿਜੈਕਟ ਕਰ ਦਿੱਤਾ ਵੀ ਆਪਾਂ ਪਨਿਸ਼ਮੈਂਟ ਦੇ ਕੇ ਨਾ ਤਾਂ ਬੱਚੇ ਤੋਂ ਕੁਝ ਕਰਾ ਸਕਦੇ ਹਾਂ, ਨਾ ਟੀਚਰਸ ਤੋਂ ਕੁਝ ਕਰਾ ਸਕਦੇ ਹਾਂ। ਤੇ ਇਸ ਕਰਕੇ ਆਪਾਂ ਪਨਿਸ਼ਮੈਂਟ ਵਾਲੀ ਗੱਲ ਤਾਂ ਨਾ ਕਰੀਏ। ਮਤਲਬ ਆਪਾਂ ਨੂੰ ਰਿਵਾਰਡਸ ਵਾਲੀ ਗੱਲ ਜਿੰਨੀ ਆਪਾਂ ਵੱਧ ਤੋਂ ਵੱਧ ਕਰ ਸਕਦੇ ਹਾਂ ਨਾ ਉਹ ਕੀਤੀ ਜਾਣੀ ਚਾਹੀਦੀ ਹੈ। ਦੇਖੋ, ਮੈਨੂੰ ਯਾਦ ਹੈ ਡਾਕਟਰ ਕੁਲਦੀਪ ਜੀ ਰਿਉਂਦ ਕਲਾਂ ਹੁੰਦੇ ਸੀ ਤੇ ਉਸ ਵੇਲੇ ਮੈਂ ਡੀਓ ਮਾਨਸਾ ਸੀ ਤੇ ਇਹਨਾਂ ਦੀ ਟੀਮ ਜਿਹੜੀ ਸੀ ਉਹ ਸਟੇਟ ਦੇ ਵਿੱਚੋਂ ਫਸਟ ਆਏ। ਤਾਂ ਮਤਲਬ ਇਹਨਾਂ ਨੇ ਨਾਟਕ ਤਿਆਰ ਕਰਾਇਆ, এনवायरमेंट ਤੇ ਮਤਲਬ ਨਾਟਕ ਸੀਗਾ। ਤਾਂ ਉਹ ਬੱਚਿਆਂ ਵਾਸਤੇ ਉਹ ਘੱਟੋ ਘੱਟ ਉਹ ਮੇਰਾ ਖਿਆਲ ਉਸ ਪਲ ਨੂੰ ਉਹ ਬੱਚੇ ਘੱਟੋ ਘੱਟ ਉਹ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਣਗੇ ਵੀ ਜਦੋਂ ਉਹਨਾਂ ਬੱਚਿਆਂ ਨੂੰ ਜਿਹਨੇ ਸਟੇਟ ਲੈਵਲ ਤੇ ਜਾ ਕੇ ਪ੍ਰਾਈਜ਼ ਲਏ, ਜਾਂ ਚਲੋ ਇਹਨਾਂ ਨੇ ਡੀਓ ਨੂੰ ਬਤੌਰ ਡੀਓ ਮੈਨੂੰ ਬੁਲਾਇਆ ਤਾਂ ਅਸੀਂ ਵੀ ਉੱਥੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ। ਉਹਨਾਂ ਗੱਲਾਂ ਨੂੰ ਬੱਚਾ ਕਦੀ, ਇਹ ਤਾਂ ਬਹੁਤ ਵੱਡੀ ਗੱਲ ਸੀ ਕਿਉਂਕਿ ਸਟੇਟ ਲੈਵਲ ਦੀ ਪ੍ਰਾਪਤੀ ਸੀ। ਮਤਲਬ ਇੰਨਾ ਜ਼ਿਆਦਾ ਬੱਚੇ ਨੂੰ ਮਤਲਬ ਸਾਰੀ ਜ਼ਿੰਦਗੀ ਨਹੀਂ ਉਸ ਚੀਜ਼ ਨੂੰ ਭੁੱਲ ਸਕਦਾ। ਤੇ ਮੈਂ ਕਹਿੰਦਾ ਵੀ ਇਸ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਨੂੰ 100 ਰੁਪਇਆ ਇਨਾਮ ਦਿੱਤਾ, ਤੁਸੀਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕੋਗੇ। ਮੈਂ ਕਹਿੰਦਾ ਵੀ ਤੁਸੀਂ ਪ੍ਰੇਅਰ ਦੇ ਵਿੱਚ ਜੇ ਖੜੇ ਕਰਕੇ ਸਾਰੀ ਪ੍ਰੇਅਰ ਦੇ ਵਿੱਚ 200-400 ਬੱਚੇ ਦੇ ਵਿੱਚ ਖੜਾ ਕਰਕੇ ਬੱਚੇ ਨੂੰ ਸ਼ਾਬਾਸ਼ ਦੇ ਦੇਣਾ ਨਾ, ਉਸ ਗੱਲ ਨੂੰ ਵੀ ਨਹੀਂ ਬੱਚਾ ਭੁੱਲਦਾ ਤੇ ਉਹਦਾ ਜਿਹੜਾ ਹੌਸਲਾ ਕੰਮ ਕਰਨ ਦਾ ਅੱਗੇ ਨਾਲੋਂ 2 ਗੁਣਾ 4 ਗੁਣਾ ਵੱਧ ਜਾਂਦਾ ਹੈ। ਇਸ ਕਰਕੇ ਆਪਾਂ ਨੂੰ ਇਸੇ ਤੇ ਹੀ ਸਟ੍ਰੈਸ ਕਰਨਾ ਚਾਹੀਦਾ ਹੈ ਕਿਉਂਕਿ ਪਨਿਸ਼ਮੈਂਟ ਵਾਲੀ ਗੱਲ ਤਾਂ ਜਿਹੜੀ ਹੈ ਨਾ, ਦੇਖੋ ਉਹ ਤਾਂ ਰਿਜੈਕਟ ਹੋ ਚੁੱਕੀ ਹੈ। ਫਿਰ ਉਹ ਤਾਂ ਚੱਲਦਾ ਸੀ ਪਹਿਲਾਂ ਵਾਲਾ ਸਿਸਟਮ ਜਿਹੜਾ
ਵੀ ਮਤਲਬ ਆਪਾਂ ਡੰਡਿਆਂ ਨਾਲ ਹੀ ਕੁੱਟ ਕੇ ਜੇ ਸੁਧਾਰਨਾ ਤਾਂ ਫਿਰ ਤਾਂ ਕੋਈ ਉਹ ਗੱਲ ਨਾ ਆਪਣੇ, ਫਿਰ ਤੇ ਪੁਲਿਸ ਨਾਲ ਤੇ ਆਰਮੀ ਚੋਂ ਆਪਣਾ ਕੋਈ ਫਰਕ ਹੀ ਨਾ ਰਿਹਾ। ਮਤਲਬ ਟੀਚਰ ਨੂੰ ਇਹ ਗੱਲ ਜਿਹੜੀ ਪਨਿਸ਼ਮੈਂਟ ਵਾਲੀ ਹੈ ਨਾ ਜੀ, ਉਹ ਮੇਰੇ ਖਿਆਲ ਮੁਤਾਬਕ ਤਾਂ ਕਰਨੀ ਨਹੀਂ ਚਾਹੀਦੀ, ਤੇ ਡਿਪੈਂਡ ਕਰਦਾ ਵੀ ਇਹ ਟੀਚਰ ਕਿੰਨਾ ਕੁ ਕੈਪੇਬਲ ਹੈ। ਦੱਸ ਕੇ ਗਿਆ ਹੈ ਟੀਚਰ ਸਾਹਿਬ ਵੀ ਇੰਟਰਨਲ ਮੋਟੀਵੇਸ਼ਨ, ਐਕਸਟਰਨਲ ਮੋਟੀਵੇਸ਼ਨ, ਚਲੋ ਭਾਵੇਂ ਕਿੰਨੀਆਂ ਮੋਟੀਵੇਸ਼ਨ ਦੀਆਂ ਕਿਸਮਾਂ ਬਣਾ ਲਓ, ਪਰ ਅਲਟੀਮੇਟਲੀ ਹੈ ਤਾਂ ਇਹ ਮੋਟੀਵੇਸ਼ਨ। ਇੰਟਰਨਲ ਮੋਟੀਵੇਸ਼ਨ ਮਤਲਬ ਜੇ ਉਸ ਲੈਵਲ ਤੇ ਜਿਹੜੀਆਂ ਅਧਿਆਤਮਕ ਗੱਲਾਂ ਨੇ, ਇੰਟਰਨਲ ਗੱਲਾਂ ਤਾਂ ਫਿਰ ਉੱਥੇ ਤੱਕ ਜਾ ਵੜਦੀਆਂ, ਉਹ ਤਾਂ ਸੰਤ ਮਹਾਤਮਾ ਦੇ ਲੈਵਲ ਦਾ ਪਹਿਲਾਂ ਤਾਂ ਟੀਚਰ ਹੋਵੇ ਤੇ ਫਿਰ ਬੱਚਿਆਂ ਨੂੰ ਵੀ ਉਸ ਤਰ੍ਹਾਂ ਦੀ ਮਤਲਬ ਉਸ ਲੈਵਲ ਤੇ ਲੈ ਕੇ ਆਵੇ। ਉਹ ਗੱਲਾਂ ਬੜੀਆਂ ਇੰਪੋਸੀਬਲ ਆ। ਆਪਾਂ ਤਾਂ ਮੋਟੇ ਤੌਰ ਤੇ ਬਸ ਜਦੋਂ ਰਿਵਾਰਡ ਦਿੰਦੇ ਆ ਬੱਚੇ ਨੂੰ, ਬੇਸ਼ੱਕ ਐਕਸਟਰਨਲ ਮੰਨ ਲਓ, ਉਹਨੂੰ ਇੰਟਰਨਲ ਮੰਨ ਲਓ, ਤਾਂ ਉਹਦੇ ਇੰਟਰਨਲੀ ਤੇ ਐਕਸਟਰਨਲੀ ਉਹਦੀ ਟੋਟਲ ਜਿਹੜੀ ਸਾਈਕੋਲੋਜੀ ਆ ਉਹਦੇ ਤੇ ਅਸਰ ਪੈਂਦਾ ਹੈ ਤੇ ਉਹਦਾ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਅਸਰ ਹੁੰਦਾ ਹੈ। ਤੇ ਇਸੇ ਤਰ੍ਹਾਂ ਹੀ ਮਤਲਬ ਟੀਚਰਸ ਨੂੰ ਵੀ ਆਪਾਂ ਜਿੰਨਾ ਮੋਟੀਵੇਟ ਕਰਾਂਗੇ ਉਨੇ ਹੀ ਉਹ ਜ਼ਿਆਦਾ ਕੰਮ ਕਰਨਗੇ। ਦੇਖੋ ਇਹ ਹੋਰ ਗੱਲਾਂ ਕ੍ਰਿਸ਼ਨ ਕੁਮਾਰ ਜੀ ਨੇ, ਸਾਡੇ ਬੀਬਾ ਜੀ ਨੇ ਦੱਸਿਆ, ਸੈਕਟਰੀ ਰਹੇ ਐਜੂਕੇਸ਼ਨ ਦਾ, ਉਹਨਾਂ ਨੇ ਹੁਲੀਆ ਦੇਖੋ ਸੁਧਾਰਿਆ। ਉਹ ਮੈਨੂੰ ਕਈ ਵਾਰ ਤਾਂ ਇਹ ਥੋੜੀ ਜਿਹੀ ਤਕਲੀਫ ਵੀ ਹੁੰਦੀ ਹੈ ਵੀ ਚਲੋ ਇੰਨਾ ਵਧੀਆ ਉਹਨਾਂ ਨੇ ਕੰਮ ਕੀਤਾ, ਪਰ ਉਹਨਾਂ ਨੂੰ ਕਦੀ ਕਿਸੇ ਨੇ ਐਪਰੀਸ਼ੀਏਟ ਨਹੀਂ ਕੀਤਾ। ਇਹ ਸਾਡੇ 'ਚ ਮੈਨੂੰ ਇਹ ਸਾਡੇ ਟੀਚਰਸ ਦੇ ਵਿੱਚ ਇਹ ਘੱਟ ਲੱਗਦੀ ਹੈ ਵੀ ਜੇ ਕੋਈ ਪੋਜ਼ਿਟਿਵ ਕੰਮ ਕਰਦਾ ਹੈ ਤਾਂ ਘੱਟੋ ਘੱਟ ਉਹਨੂੰ ਆਪਾਂ ਐਪਰੀਸ਼ੀਏਟ ਤਾਂ ਕਰੀਏ। ਮਤਲਬ ਦੇਖੋ ਮੇਰੇ ਖਿਆਲ ਉਹਦੇ ਨੁਕਸ ਵੀ ਹੋਣਗੇ, ਚਲੋ ਜਿਵੇਂ ਲੋਕ ਕਹਿੰਦੇ ਆ, ਉਹਨਾਂ ਤੋਂ ਵੀ ਮੈਂ ਮਤਲਬ ਡਿਨਾਈ ਨਹੀਂ ਕਰਦਾ, ਪਰ ਜਿਹੜੇ ਉਹਨਾਂ ਨੇ ਪੋਜ਼ਿਟਿਵ ਕੰਮ ਕੀਤੇ ਉਹਨਾਂ ਵਾਸਤੇ ਉਹਨਾਂ ਨੂੰ ਐਪਰੀਸ਼ੀਏਟ ਤਾਂ ਕਰਨਾ ਚਾਹੀਦਾ। ਦੇਖੋ ਮੇਰੇ ਖਿਆਲ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੇ ਲੋਕਾਂ ਟੀਚਰਾਂ ਨੂੰ ਅਵਾਰਡ ਦਿੱਤੇ, ਪ੍ਰਿੰਸੀਪਲਾਂ ਨੂੰ ਅਵਾਰਡ ਮਤਲਬ ਐਪਰੀਸ਼ੀਏਸ਼ਨ ਲੈਟਰ ਆਪਦੇ ਹੱਥ ਨਾਲ ਦਿੱਤੇ, ਜਿਹੜੇ ਕਿ ਇੱਕ ਮੈਂ ਕਹਿੰਦਾ ਵੀ ਇਤਿਹਾਸਿਕ ਗੱਲ ਆ, ਜਿਹੜੀ ਮੈਂ ਘੱਟੋ ਘੱਟ ਆਪਦੀ ਸਰਵਿਸ ਦੇ ਵਿੱਚ ਮੈਂ ਕਦੀ ਨਹੀਂ ਸੀ ਦੇਖਿਆ ਵੀ ਸੈਕਟਰੀ ਲੈਵਲ ਦਾ ਬੰਦਾ ਸਾਨੂੰ ਕੋਈ ਇਸ ਤਰ੍ਹਾਂ ਦੀ ਐਪਰੀਸ਼ੀਏਸ਼ਨ ਦੇ ਰਿਹਾ ਹੋਵੇ। ਤੇ ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਸੀ। ਇਸੇ ਤਰ੍ਹਾਂ ਉਹਨਾਂ ਨੇ ਜਿਵੇਂ ਬਦਲੀਆਂ ਕੀਤੀਆਂ, ਆਨਲਾਈਨ ਬਦਲੀਆਂ, ਜਿੱਥੇ ਲੱਖਾਂ ਰੁਪਇਆ ਮਤਲਬ ਟੀਚਰਾਂ ਦਾ ਜਾਂਦਾ ਸੀ ਤੇ ਉਹਨੇ ਕੀਤਾ, ਪਰ ਉਹ ਕਿਸੇ ਨੇ ਉਹਨੂੰ ਪਬਲਿਕਲੀ ਐਪਰੀਸ਼ੀਏਟ ਨਹੀਂ ਕੀਤਾ। ਮੈਂ ਅਖਬਾਰ ਦੇ ਵਿੱਚ ਕਦੀ ਨਹੀਂ ਦੇਖਿਆ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ। ਤਾਂ ਉੱਥੇ ਇਹੋ ਜਿਹੀਆਂ ਗੱਲਾਂ ਵੀ ਸਾਨੂੰ ਮਤਲਬ ਜਦੋਂ ਆਪਾਂ ਐਜੂਕੇਸ਼ਨ ਨਾਲ ਜੁੜੇ ਹੋਵਾਂਗੇ, ਇਕੱਲੀ ਐਜੂਕੇਸ਼ਨ ਨਾਲ, ਜਦੋਂ ਉਹ ਗੱਲਾਂ ਤਾਂ ਦੂਜੀਆਂ ਗੱਲਾਂ ਤਾਂ ਦੇਖੋ ਪੋਲੀਟੀਕਲ ਹੋ ਜਾਂਦੀਆਂ, ਮਤਲਬ ਜਿਵੇਂ ਹੋਰ ਸਾਡੀਆਂ ਮੰਗਾਂ ਨਾ, ਤੇ ਫਿਰ ਹੋਰ ਨਜ਼ਰੀਏ ਨਾਲ ਜਦੋਂ ਅਸੀਂ ਸੋਚਣ ਲੱਗ ਜਾਂਦੇ ਹਾਂ, ਉਹ ਫਿਰ ਪੋਲੀਟੀਸ਼ੀਅਨਾਂ ਨਾਲੋਂ ਸਾਡਾ ਫਰਕ ਨਹੀਂ ਰਹਿ ਜਾਂਦਾ। ਜਿਹੜੀਆਂ ਸਾਡੀਆਂ ਮਤਲਬ ਕੋਈ ਵੀ ਸਾਡੇ ਵਾਸਤੇ ਐਜੂਕੇਸ਼ਨ ਵਾਸਤੇ ਜੇ ਵਧੀਆ ਕੰਮ ਕਰਦਾ ਤਾਂ ਜਿੱਥੋਂ ਤੱਕ ਕਰਦਾ ਉਹਨਾਂ ਸਾਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਤੁਸੀਂ ਇਹੀ ਗੱਲ ਕੀਤੀ ਹੈ ਵੀ ਟੀਚਰਸ ਦੇ ਲੈਵਲ ਤੇ ਤੇ ਬੱਚਿਆਂ ਦੇ ਲੈਵਲ ਤੇ, ਦੇਖੋ ਬੱਚਿਆਂ ਦੇ ਲੈਵਲ ਤੇ ਵੀ ਭਾਵੇਂ ਟੀਚਰਸ ਦੇ ਲੈਵਲ ਤੇ ਵੀ, ਜਿੱਥੇ ਵੀ ਹਾਂ ਅਸੀਂ ਜਿੰਨਾ ਵੀ ਮਤਲਬ ਵਧੀਆ ਢੰਗ ਨਾਲ ਬੱਚਿਆਂ ਨੂੰ ਉਹ ਮਤਲਬ ਜਾਂ ਟੀਚਰਸ ਨੂੰ ਅਸੀਂ ਮੋਟੀਵੇਟ ਕਰਾਂਗੇ ਤਾਂ ਟੀਚਰਸ ਨੂੰ ਆਪਾਂ ਇੱਕ ਐਪਰੀਸ਼ੀਏਸ਼ਨ ਲੈਟਰ ਹੀ ਦੇਤਾ। ਮਤਲਬ ਮੈਂ ਵੀ ਇਹ ਬੀਬਾ ਜੀ ਬੈਠਿਆ, ਇਹਨਾਂ ਨੂੰ ਤਾਂ ਚਲੋ ਹੁਣ ਮੈਂ ਵਾਰ-ਵਾਰ ਉਹ ਕਹਿੰਦਾ ਠੀਕ ਨਹੀਂ ਲੱਗਦਾ ਵੀ ਮੈਂ ਆਪਦੇ ਨਾਲ ਹੁੰਦਾ ਸੀ ਜਿਹੜਾ ਸਾਥੀ, ਜਦੋਂ ਅਸੀਂ ਟੂਰ ਤੇ ਹੁੰਦੇ ਸੀ ਤਾਂ ਅਸੀਂ ਪ੍ਰਿੰਟ ਕਰਾ ਕੇ ਐਪਰੀਸ਼ੀਏਸ਼ਨ ਲੈਟਰ ਰੱਖੇ ਹੋਏ ਸੀ। ਮੈਂ ਉਹਨੂੰ ਇਹ ਕਿਹਾ ਹੋਇਆ ਸੀ ਵੀ ਆਪਦੇ ਪੀਏ ਨੂੰ ਵੀ ਜਿੱਥੇ ਵੀ ਆਪਾਂ ਜਾਂਦੇ ਹਾਂ, ਜਿੱਥੇ ਵੀ ਵਧੀਆ ਟੀਚਰ ਮਿਲਦਾ ਉਹਨੂੰ ਆਪਾਂ ਦੇ ਕੇ ਆਉਣਾ ਐਪਰੀਸ਼ੀਏਸ਼ਨ ਲੈਟਰ। ਤਾਂ ਮਤਲਬ ਮੈਂ ਸਪੈਸ਼ਲੀ ਮੇਰੇ ਖਿਆਲ ਅਜੇ ਵੀ ਸ਼ਾਇਦ ਮਾਨਸਾ ਡੀਓ ਦਫ਼ਤਰ 'ਚ ਵੀ ਪਏ ਹੋਣ ਤੇ ਇੱਥੇ ਬਠਿੰਡੇ ਵਧੇ ਪਏ, ਜਿਹੜੇ ਸੀ ਵੱਧ ਗਏ ਉੱਥੇ ਪਏ ਹੋਣਗੇ। ਮਤਲਬ ਉਸ ਤੋਂ ਮੈਂ ਪਹਿਲਾਂ ਨਹੀਂ ਕਦੀ ਦੇਖਿਆ, ਉਸ ਤੋਂ ਮੈਂ ਪਿੱਛੋਂ ਵੀ ਨਹੀਂ ਕਦੀ ਮਤਲਬ ਘੱਟ ਦੇਖਿਆ। ਮੇਰੀ ਇਹ ਕੋਸ਼ਿਸ਼ ਰਹੀ ਹੈ ਵੀ ਜਿੱਥੇ ਵੀ ਜਿਹੜੇ ਵੀ ਸਕੂਲ 'ਚ ਜਾਈਏ, ਜਿੱਥੇ ਵੀ ਸਾਨੂੰ ਵਧੀਆ ਟੀਚਰ ਕੋਈ ਮਿਲਦਾ ਅਸੀਂ ਉਹਨੂੰ ਐਪਰੀਸ਼ੀਏਟ ਕਰੀਏ, ਤਾਂ ਮਤਲਬ ਉਹਦੇ ਨਾਲ ਬੜਾ ਵਧੀਆ ਇਫੈਕਟ ਹੁੰਦਾ। ਮੈਂ ਤਾਂ ਇਹਦੇ ਬਾਰੇ ਵਿੱਚ ਇਸ ਤਰ੍ਹਾਂ ਸੋਚਦਾ ਹਾਂ। ਬਿਲਕੁਲ ਸਰ, ਬਿਲਕੁਲ ਜੀ। ਅਗਲਾ ਸਵਾਲ ਮੈਡਮ ਗੁਰਪ੍ਰੀਤ ਜੀ ਲਈ। ਮੈਡਮ, ਤੁਹਾਡੇ ਕਾਰਜਕਾਲ ਦੌਰਾਨ ਕਦੇ ਤੁਸੀਂ ਕਿਸੇ ਬਹੁਤ ਕਮਜ਼ੋਰ ਬੱਚੇ ਨੂੰ ਕੋਈ ਏਦਾਂ ਦਾ ਇਨਾਮ ਦੇ ਕੇ, ਏਦਾਂ ਦਾ ਅਵਾਰਡ ਦੇ ਕੇ ਉਹਨੂੰ ਸਨਮਾਨਿਤ ਕੀਤਾ ਹੋਵੇ, ਜਾਂ ਉਹਦੇ ਨਾਲ ਕੋਈ ਏਦਾਂ ਦਾ ਬਿਹੇਵੀਅਰ ਜਾਂ ਏਦਾਂ ਦਾ ਵਿਵਹਾਰ ਕੀਤਾ ਹੋਵੇ ਕਿ ਇੱਕ ਕਮਜ਼ੋਰ ਬੱਚਾ ਉਸ ਪੱਖ ਤੋਂ ਜਾਂ ਉਸ ਚੀਜ਼ ਤੋਂ ਲੈ ਕੇ ਉਸ ਤੋਂ ਬਾਅਦ ਬਹੁਤ ਕਮਾਲ ਦੀ ਆਊਟਪੁੱਟ ਉਸ ਬੱਚੇ ਨੇ ਦਿਖਾਈ ਹੋਵੇ? ਕੋਈ ਏਦਾਂ ਦਾ ਤਜਰਬਾ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ ਤਾਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ। ਗੁਰਨੈਬ ਜੀ, ਇਹ ਅਕਸਰ ਹੀ ਚੱਲਦਾ ਰਹਿੰਦਾ ਹੈਗਾ। ਉਹ ਕਈ ਵਾਰੀ ਇਹ ਹੋ ਜਾਂਦਾ ਹੈ, ਜਿੱਦਾਂ ਸੰਧੂ ਸਾਹਿਬ ਨੂੰ ਤਾਂ ਖੈਰ ਮੇਰੇ ਸਾਰੀ ਜਿੰਨਾ ਵੀ ਮੈਂ ਇਹਨਾਂ ਦੇ ਯੋਗ ਅਗਵਾਈ ਦੇ ਹੇਠਾਂ ਕੰਮ ਕੀਤਾ ਇਹਨਾਂ ਨੂੰ ਪਤਾ ਹੈਗਾ। ਕਈ ਵਾਰੀ ਇੱਕ ਅਧਿਆਪਕ ਦੇ ਦਿਮਾਗ 'ਚ ਇਹ ਆ ਜਾਂਦਾ ਹੈ, ਜਾਂ ਸੁਸਾਇਟੀ ਸਾਡੀ ਸੋਚਦੀ ਹੈ ਕਿ ਫਲਾਂ ਅਧਿਆਪਕ ਬਾਰੇ ਤਾਂ ਕੋਈ ਗੱਲ ਨਹੀਂ ਬਾਹਰ ਆ ਰਹੀ, ਸ਼ਾਇਦ ਉਹ ਬਹੁਤ ਅੱਛਾ ਹੈ,
ਅਸੀਂ ਡਰ ਜਾਂਦੇ ਹਾਂ ਕਿ ਜੇ ਸਾਡੇ ਤੇ ਕੋਈ ਕਿੰਤੂ ਪ੍ਰੰਤੂ ਕਿਸੇ ਟਾਈਮ ਹੁੰਦਾ ਹੈਗਾ ਤੇ ਵੀ ਸਾਨੂੰ ਉਹ ਕੀ ਕਹਿਣਗੇ। ਮੈਂ ਇਹਨਾਂ ਚੀਜ਼ਾਂ ਦੀ ਕਦੇ ਵੀ ਪਰਵਾਹ ਨਹੀਂ ਕੀਤੀ ਹੈਗੀ, ਤੇ ਜਿਹਦੇ ਕਰਕੇ ਮੇਰੇ ਖਿਆਲ ਸਮੱਸਿਆਵਾਂ ਵੀ ਵਧੇਰੇ ਤਾਂ ਹੀ ਆਉਂਦੀਆਂ। ਤਾਂ ਇਸ ਤਰ੍ਹਾਂ ਦੀਆਂ ਤਾਂ ਹੁਣ ਮੈਨੂੰ ਲੱਗਦਾ ਵੀ ਜੇ ਮੈਂ ਆਪਣੇ ਮੂੰਹ ਨਾਲ ਕੋਈ ਗਿਣਾਉਣ ਲੱਗ ਜਾਂ ਸ਼ਾਇਦ ਮੇਰੇ ਕੋਲੇ ਕੋਈ ਗਿਣਤੀ ਤਾਂ ਨਹੀਂ ਹੋਣੀ, ਪਰ ਮੈਂ ਹੁਣੇ ਚਾਲੂ ਦੀ ਮੈਂ ਦੱਸ ਦਿੰਦੀ ਹਾਂ। ਥੋੜੇ ਦਿਨ ਪਹਿਲਾਂ ਹੀ ਮੈਂ ਅਕਸਰ ਹੀ ਪਹਿਲਾਂ ਸਕੂਲ ਜਾਂਦੀ ਹੈਗੀ ਆ, ਤੇ ਗਰਾਊਂਡ ਦੇ ਵਿੱਚ ਮੇਰਾ ਪਹਿਲਾਂ ਤੋਂ ਹੀ ਹੁੰਦਾ ਹੈਗਾ ਬੱਚਿਆਂ ਦੇ ਨਾਲ। ਸਾਡੇ ਫਿਜ਼ੀਕਲ ਐਜੂਕੇਸ਼ਨ ਦੀ ਪੀਟੀਆਈ ਜਾਂ ਲੈਕਚਰਰ ਦੀਆਂ ਲਗਭਗ ਪੋਸਟਾਂ ਖਾਲੀ ਹੁੰਦੀਆਂ ਸੀਗੀਆਂ। ਜਦ ਹੁੰਦੇ ਵੀ ਸੀ ਤਦ ਵੀ ਮੇਰੀ 100% ਜਿਹੜੀ ਸਪੋਰਟਸ ਵਾਲੀ ਸਾਈਡ ਤੇ ਸਹਿਯੋਗ ਹੁੰਦਾ ਸੀ, ਕਿਉਂਕਿ ਪਤਾ ਨਹੀਂ ਹਰੇਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ, ਸੋਚ ਹੁੰਦੀ ਆ। ਮੈਨੂੰ ਲੱਗਦਾ ਕਿ ਅਸੀਂ ਜਦੋਂ ਬੱਚਿਆਂ ਦਾ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ એનર્ਜੀ ਗਰਾਊਂਡ ਦੇ ਵਿੱਚ ਖੇਡਾਂ ਦੇ ਵਿੱਚ ਬੱਚਿਆਂ ਨੂੰ ਪਾਵਾਂਗੇ ਤਾਂ ਕਿਤੇ ਨਾ ਕਿਤੇ ਸੈੱਟ ਰਹਿੰਦੀ ਹੈਗੀ ਹੈ, ਪੜ੍ਹਾਈ ਵਾਲੇ ਪੱਖ ਤੋਂ ਵੀ ਬੱਚੇ ਠੀਕ ਰਹਿੰਦੇ ਹੈਗੇ ਆ। ਤਾਂ ਮੈਂ ਗਈ ਸੀ ਤੇ ਮੈਨੂੰ ਦੇਖ ਕੇ ਜਿੱਦਾਂ 2-4 ਬੱਚਿਆਂ ਨੂੰ ਮੈਂ ਨਾਲ ਲੈ ਲੈਣਾ, ਥੋੜੀ ਰਨਿੰਗ ਕਰਨੀ, ਹੋਰ ਬੱਚਿਆਂ ਨੇ ਆ ਜਾਣਾ, ਤੇ ਉਸੇ ਤਰ੍ਹਾਂ ਹੀ ਛੋਟੇ ਬੱਚੇ ਜਦ ਆਏ ਤੇ ਮੈਂ ਆਪਣੇ ਤੋਂ ਬਾਅਦ ਉਹਨਾਂ ਨੂੰ ਰੇਸ ਲਵਾਈ। ਤੇ ਇੱਕ ਬੱਚੇ ਦੀ ਮੈਨੂੰ ਜਿਹੜੀ ਸਟੈਪਿੰਗ ਸੀ ਉਹ ਪਤਾ ਨਹੀਂ ਕਿਉਂ, ਮੈਂ ਵੈਸੇ ਫਿਜ਼ੀਕਲ ਦੀ ਨਹੀਂ ਬਟ ਮੈਨੂੰ ਬੜੀ ਪ੍ਰਭਾਵਿਤ ਕੀਤੀ। ਤੇ ਮੈਂ ਉਹਨੂੰ ਬੱਚੇ ਨੂੰ ਆਪਣੇ ਕੋਲ ਬੁਲਾਇਆ ਕਿ ਤੂੰ ਹਰ ਰੋਜ਼ ਸਵੇਰੇ 8:15 8:30 ਸਕੂਲ ਆਇਆ ਕਰਨਾ ਹੈਗਾ। ਉਹ ਕਹਿੰਦਾ ਜੀ ਠੀਕ ਹੈ। ਉਸ ਤੋਂ ਬਾਅਦ ਉਹਨਾਂ ਦਾ ਬੱਚਿਆਂ ਦੇ ਨਾਲ ਅਟੈਚਮੈਂਟ, ਬੱਚਿਆਂ ਦਾ ਫ੍ਰੀ ਹੋਣਾ ਪੀਰੀਅਡ, ਜਾਂ ਕਿਸੇ ਟੀਚਰ ਨੇ ਆਪਣਾ ਕੋਈ ਕੰਮ ਕਰਨਾ, ਬੱਚਿਆਂ ਨੇ ਮੇਰੇ ਕੋਲ ਆ ਜਾਣਾ, ਮੈਂ ਗਰਾਊਂਡ ਚੱਲੀਏ। ਤੇ ਮੈਂ ਗਈ, ਮੈਂ ਹੌਲੀ ਹੌਲੀ ਉਹਨੂੰ ਕੁਛ ਦਿਨਾਂ ਬਾਅਦ ਮੈਂ ਉਹਨੂੰ ਦੱਸਿਆ, ਮੈਂ ਪੁੱਤ ਤੂੰ ਮੇਰਾ ਉੱਡਣਾ ਸਿੱਖਿਆ। ਤੇ ਬੱਚਾ ਹੋ ਸਕਦਾ ਵੀ ਉਹ ਨਵਾਂ ਆਇਆ ਸੀ ਸਕੂਲ ਦੇ ਵਿੱਚ ਤੇ ਉਹਨੂੰ ਨਾ ਉੱਡਣੇ ਸਿੱਖ ਬਾਰੇ ਬਹੁਤਾ ਪਤਾ ਹੋਵੇ। ਚਲੋ ਮੈਂ ਉਹਨੂੰ ਥੋੜਾ ਦੱਸਿਆ, ਸਮਝਾਇਆ ਜਿੰਨਾ ਕਿ। ਬੱਚੇ ਚਲੇ ਗਏ, ਅਗਲੇ ਦਿਨ ਓਦਾਂ ਹੋਇਆ। ਤੀਸਰੇ ਕੁ ਦਿਨ ਮੈਂ ਉਹਨੂੰ ਬੱਚੇ ਨੂੰ ਕਿਹਾ, ਮੈਂ ਕਿਹਾ ਬੇਟਾ ਤੁਸੀਂ ਇਹਨੂੰ ਕੰਟੀਨਿਊ ਕਰਨਾ ਹੈਗਾ, ਫਿਰ ਮੈਂ ਤੁਹਾਨੂੰ ਨਾ ਦੌੜਨ ਵਾਲੇ ਜਿਹੜੇ ਬੂਟ ਹੈਗੇ ਆ ਉਹ ਲਿਆ ਕੇ ਦੇਵਾਂਗੀ। ਜਦੋਂ ਤੁਸੀਂ ਹੋਰ ਵਧੀਆ ਦੌੜਨ ਲੱਗ ਗਏ, ਤੁਹਾਡਾ ਸਟੈਮਿਨਾ ਅੱਛਾ ਹੋ ਗਿਆ, ਮੈਂ ਜਿਹਨਾਂ ਨੂੰ ਤੁਸੀਂ ਮੇਖਾਂ ਵਾਲੇ ਬੂਟ ਕਹਿੰਦੇ ਹੋ, ਕਿੱਲਾਂ ਵਾਲੇ ਬੂਟ ਕਹਿੰਦੇ ਹੋ, ਮਤਲਬ ਬੱਚੇ ਨਾਲ ਏਦਾਂ ਬਿਲਕੁਲ ਹੇਠਲੇ ਉਸਤੇ ਆ ਕੇ ਜਦੋਂ ਗੱਲਾਂ ਕਰਨੀਆਂ ਨਾ, ਮੈਂ ਏਦਾਂ ਜਿਹਨੂੰ ਸਪਾਈਕ ਕਹਿ ਦਿੰਦੇ ਹੈਗੇ ਆ, ਉਹ ਓਦਾਂ ਉਹਨੂੰ ਸਮਝਾਉਣਾ, ਮੈਂ ਤੈਨੂੰ ਫਿਰ ਉਹ ਲਿਆ ਕੇ ਦਊਂ ਤੇ ਤੂੰ ਬਸ ਅੱਜ ਤੋਂ ਮੇਰਾ ਉੱਡਣਾ ਸਿੱਖ ਹੈ। ਮਤਲਬ ਬੱਚੇ ਬੜਾ ਉਸ ਗੱਲ ਤੋਂ ਪ੍ਰਭਾਵਿਤ ਹੋਇਆ। ਉਹ ਸ਼ਾਮ ਨੂੰ ਜਦ ਛੁੱਟੀ ਹੋਈ ਤੇ ਉਸ ਵੇਲੇ ਆ ਕੇ ਮੈਨੂੰ ਬੋਲਦਾ, ਉਸ ਸਮੇਂ ਮੈਂ ਉਹਦੀਆਂ ਅੱਖਾਂ ਦੇ ਵਿੱਚ ਜੋ ਚਮਕ ਦੇਖੀ, ਮੈਂ ਕਹਿੰਦਾ ਹੁਣ ਵੀ ਦੌੜਨਾ। ਫਿਰ ਮੈਂ ਉਹਨੂੰ ਸਮਝਾਇਆ, ਪੁੱਤ ਨਹੀਂ ਹੁਣ ਨਹੀਂ ਦੌੜਨਾ, ਹੁਣ ਤੋਂ ਘਰੇ ਜਾਣਾ ਹੈਗਾ, ਆਪਣਾ ਖਾਣਾ ਪੀਣਾ, ਕੱਪੜੇ ਬਦਲਨੇ ਆ ਨਾ, ਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ, ਕੱਲ ਆਪਾਂ ਸਵੇਰ ਤੋਂ ਕਰਾਂਗੇ। ਉਸ ਸਮੇਂ ਜਿਹੜੀ ਉਹਦੀ ਅੱਖਾਂ ਦੇ ਵਿੱਚ ਚਮਕ ਸੀ, ਮੈਂ ਮਹਿਸੂਸ ਕਰ ਸਕਦੀ ਹਾਂ ਕਿ ਉਹ ਮੈਂ ਬੱਚੇ ਲਈ ਇਨਾਮ ਕਵਾਂ ਜਾਂ ਮੈਂ ਆਪਣੇ ਲਈ ਉਹ ਇਨਾਮ ਕਵਾਂ। ਫਿਰ ਮੈਂ ਬੱਚੇ ਨੂੰ ਕਿਹਾ ਕਿ ਤੂੰ ਆਪਣੇ ਮਦਰ ਨੂੰ ਲੈ ਕੇ ਆਉਣਾ। ਉਹ ਬੱਚਾ ਆਪਣੇ ਮਦਰ ਨੂੰ ਲੈ ਕੇ ਆਇਆ। ਉਹਨਾਂ ਨਾਲ ਜੋ ਵੀ ਮੈਂ ਆਪਣੇ ਪੱਧਰ ਤੇ ਗੱਲ ਕਰ ਸਕਦੀ ਸੀ ਬੱਚੇ ਨਾਲ, ਮਤਲਬ ਕਿ ਮੈਂ ਉਹੀ ਕਿ ਜੋ ਆਪਾਂ ਕਰ ਸਕਦੇ, ਮੈਂ ਹੁਣ ਉਹਨੂੰ ਨਹੀਂ ਆਪਣੇ ਮੂੰਹ ਚੋਂ ਕਹਿਣਾ ਚਾਹੁੰਦੀ ਕਿ ਆਪਾਂ ਕੀ ਕਰ ਸਕਦੇ ਹੈਗੇ ਆ ਜਾਂ ਮੈਂ ਕੀ ਕਰਨਾ ਹੈਗਾ। ਜੋ ਉਹਨੂੰ ਉਹਦੇ ਲਈ ਬੈਟਰ ਕਰਨ ਦੇ ਲਈ ਮੈਂ ਕਰ ਸਕਦੀ ਹਾਂ ਉਹ ਕਰ ਰਹੀ ਹਾਂ। ਤੇ ਉਹ ਬੱਚਾ ਮੈਨੂੰ ਪਤਾ ਹੈ ਕਿ ਇੱਕ ਦਿਨ ਉਹ ਮੈਨੂੰ ਉੱਡਣਾ ਸਿੱਖ ਬਣ ਕੇ ਦਿਖਾਊਗਾ, ਜੇ ਉਸੇ ਤਰ੍ਹਾਂ ਹੀ ਮੈਂ ਉਹਦੇ ਨਾਲ ਚੱਲਦੀ ਰਹੀ, ਆਪਣਾ ਸਮਾਂ ਉਸ ਬੱਚੇ ਨੂੰ ਦਿੰਦੀ ਰਹੀ। ਤਾਂ ਮੈਂ ਮਹਿਸੂਸ ਕਰਦੀ ਹਾਂ ਕਿ ਸਾਰੇ ਅਧਿਆਪਕਾਂ ਨੂੰ, ਅਸੀਂ ਸ਼ਾਮ ਨੂੰ ਜਦ ਛੁੱਟੀ ਹੁੰਦੀ ਹੈਗੀ ਆ ਤਾਂ ਉਸ ਸਮੇਂ ਦਾ ਹਰ ਕਲਾਸ ਦਾ ਵੱਖੋ ਵੱਖਰਾ ਮਾਹੌਲ ਹੁੰਦਾ ਹੈ। ਕੁਝ ਬੱਚੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਚੀਕਾਂ ਮਾਰਦੇ ਸਕੂਲ ਤੋਂ ਨਿਕਲਦੇ ਨੇ, ਕੁਝ ਅਜੇ ਬੱਚੇ ਕਲਾਸਾਂ ਦੇ ਵਿੱਚ ਬੈਠੇ ਹੁੰਦੇ ਆ। ਤਾਂ ਉਸ ਤਰ੍ਹਾਂ ਦਾ ਮਾਹੌਲ ਜਦੋਂ ਤੱਕ ਸਾਡੇ ਸਕੂਲਾਂ ਦਾ ਬੰਦ ਨਹੀਂ ਹੁੰਦਾ, ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਇਹ ਮਹਿਸੂਸ ਕਰਾਂਗੇ ਕਿ ਇੱਕ ਅਧਿਆਪਕ ਵਾਕਈ ਅਧਿਆਪਕ ਹੈਗਾ। ਸਾਨੂੰ ਬੱਚਿਆਂ ਦੀ ਮਾਨਸਿਕਤਾ ਸਮਝਣੀ ਪਊਗੀ, ਜਿਹੜੀ ਸਾਰੀ ਛੋਟੀ ਸਮੱਸਿਆ ਹੁੰਦੀ ਹੈਗੀ ਆ। ਤੇ ਜਦੋਂ ਅਸੀਂ ਇੱਕ ਅਧਿਆਪਕ ਵਜੋਂ ਬੱਚਿਆਂ ਦੇ ਨਾਲ ਕਲਾਸ ਦੇ ਵਿੱਚ ਹੁੰਦੇ ਆ ਤਾਂ ਮੈਨੂੰ ਲੱਗਦਾ ਕਿ ਸਾਡਾ ਪੀਰੀਅਡ ਖਤਮ ਹੋ ਜਾਂਦਾ ਹੈ, ਪਰ ਸਾਡੇ ਅਜੇ ਵਿਚਾਰ ਖਤਮ ਨਹੀਂ ਹੋਏ ਹੁੰਦੇ। ਔਰ ਬੱਚੇ ਵੀ ਇੰਨੇ ਜੁੜੇ ਹੋਏ ਹੁੰਦੇ ਨੇ ਉਸ ਸਮੇਂ ਕਿ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕਿੰਨਾ ਸਮਾਂ ਹੋ ਗਿਆ ਇਸ ਕਲਾਸ ਦੇ ਵਿੱਚ ਲੈਕਚਰ ਚੱਲਦੇ ਆ ਜਾਂ ਬੱਚਿਆਂ ਦੇ ਨਾਲ ਜੋ ਵੀ ਵਿਚਾਰ ਚਰਚਾ ਕਰਦੇ ਆ, ਉਹਨਾਂ ਦੇ ਨਾਲ ਸੰਵਾਦ ਰਚਾਉਂਦੇ ਆ। ਤੇ ਕੁਝ ਇੱਕ ਮੇਰੇ ਵਰਗੇ ਸ਼ਾਇਦ ਕਿ ਅਸੀਂ ਬੈਲ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ, ਗੇਟ ਤੇ ਜਾ ਕੇ ਗੇੜਾ ਮਾਰਨਾ, ਕਿੰਨੇ ਟਾਈਮ ਬਾਅਦ ਪੀਐਨ ਜਾ ਰਿਹਾ, ਬੈਲ ਹੋ ਰਹੀ ਹੈ ਹਨਾ। ਤਾਂ ਉਦੋਂ ਫਿਰ ਸਾਡੇ ਕੋਲ ਇਸ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾਂ ਹੈ ਉਹ ਘੱਟ ਰਹਿ ਜਾਂਦੀਆਂ ਜਾਂ ਛੋਟੀਆਂ ਪੈ ਜਾਂਦੀਆਂ। ਤੇ ਬੱਚੇ ਵੀ ਕਿਤੇ ਨਾ ਕਿਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਮਹਿਸੂਸ ਕਰ ਰਹੇ ਹੁੰਦੇ ਆ।
ਤੇ ਮੈਨੂੰ ਲੱਗਦਾ ਵੀ ਇੱਕ ਚੰਗਾ ਵਿਅਕਤੀਤਵ ਜਿਹੜਾ ਹੈਗਾ ਅਧਿਆਪਕ ਦਾ, ਉਹ ਕਿਸ ਤਰ੍ਹਾਂ ਇੱਕ ਰੋਲ ਮਾਡਲ ਵਜੋਂ ਇੱਕ ਬੱਚੇ ਦੀ ਅਗਵਾਈ ਕਰ ਸਕਦਾ, ਇਹੀ ਹੋਣਾ ਚਾਹੀਦਾ ਹੈ। ਉਹਦੇ ਕਿੰਨੇ ਬੱਚੇ ਜਿਹੜੇ ਬੁਲੰਦੀਆਂ ਤੇ ਪਹੁੰਚ ਰਹੇ ਨੇ, ਉੱਚ ਪਦਵੀਆਂ ਤੇ ਪਹੁੰਚ ਰਹੇ ਹੈਗੇ ਆ। ਉੱਚ ਪਦਵੀ ਕੋਈ ਨੌਕਰੀ ਪ੍ਰਾਪਤ ਕਰਨਾ ਹੀ ਨਹੀਂ, ਉਹਦੇ ਜਿਹੜੇ ਨੇਕ ਕਾਰਜ ਹੈਗੇ ਨੇ, ਇੱਕ ਨੇਕ ਇਨਸਾਨ ਬਣਿਆ ਹੋਇਆ ਸਮਾਜ ਦੇ ਵਿੱਚ ਵਿਚਰ ਰਿਹਾ ਹੈਗਾ, ਤੇ ਇਹੀ ਸਾਡੀ ਇੱਕ ਪ੍ਰਾਪਤੀ ਹੁੰਦੀ ਆ। ਉਹ ਕਹਿੰਦੇ ਹੁੰਦੇ ਆ ਕਿ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਤੇ ਸਾਨੂੰ ਇੱਕ ਹਰ ਸਮੇਂ ਇਹੀ ਸਾਡੇ ਅੰਦਰ ਹੋਣਾ ਚਾਹੀਦਾ ਕਿ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਜਦੋਂ ਵੀ ਕਿਤੇ ਸਾਨੂੰ ਮਿਲਣ, ਯਾਦ ਕਰਨ, ਜਿਸ ਤਰ੍ਹਾਂ ਦੀ ਮੈਂ ਤੁਹਾਨੂੰ ਅੱਜ ਉਹਦੀ ਉਦਾਹਰਨ ਦਿੱਤੀ ਹੈਗੀ ਆ, ਤਾਂ ਮੈਨੂੰ ਲੱਗਦਾ ਵੀ ਉਦੋਂ ਹੀ ਸਾਨੂੰ ਆਪਣੇ ਆਪ ਦਾ ਅਧਿਆਪਕ ਹੋਣ ਦਾ ਤੇ ਮਾਣ ਮਹਿਸੂਸ ਹੋ ਸਕਦਾ ਹੈ, ਸਕੂਨ ਇਸ ਗੱਲ ਦਾ ਹੋ ਸਕਦਾ ਹੈ ਕਿ ਵੀ ਹਾਂ ਆਪਾਂ ਸਮਾਜ ਦੇ ਲਈ ਕੁਝ ਕਰ ਰਹੇ ਹਾਂ। ਤੇ ਉਸ ਸਮੇਂ ਦੌਰਾਨ ਸਾਡੇ ਲਈ ਨਾਲ ਛੋਟੀਆਂ ਮੋਟੀਆਂ ਜਿਹੜੀਆਂ ਇਹ ਚੱਲਦੀਆਂ ਰਹਿੰਦੀਆਂ, ਉਹਨਾਂ ਦੀ ਸਾਨੂੰ ਕੋਈ ਬਹੁਤੀ ਵੱਡੀ ਪਰਵਾਹ ਨਹੀਂ ਕਰਨੀ ਚਾਹੀਦੀ। ਤੇ ਹਰ ਸਮੇਂ ਹਰ ਦਮ ਮਤਲਬ ਕਿ ਸਾਨੂੰ ਬੱਚਿਆਂ ਦੇ ਨਾਲ ਮਹਿਸੂਸ ਕਰਨਾ ਪਊਗਾ, ਬੱਚਿਆਂ ਦੇ ਨਾਲ ਤੁਰਨਾ ਪਊਗਾ। ਕੋਈ ਔਖਾ ਕੰਮ ਨਹੀਂ ਹੈਗਾ। ਜਦੋਂ ਅਸੀਂ ਹਰ ਕੰਮ ਤੇ ਉਹਨਾਂ ਨੂੰ, ਜਿੱਥੇ ਵੀ ਉਹਨਾਂ ਨੇ ਵਧੀਆ ਕੀਤਾ, ਸ਼ਾਬਾਸ਼ੀ। ਜੇ ਸਾਨੂੰ ਲੱਗਦਾ ਹੈ ਕਿ ਇੱਥੇ ਉਹ ਜਿਹੜੀ ਸਜ਼ਾ ਵਾਲੀ ਗੱਲ ਹੈਗੀ ਆ, ਤਾਂ ਅਸੀਂ ਉਹਨੂੰ ਆਪਣੇ ਹਿਸਾਬ ਨਾਲ, ਜੇ ਅਧਿਆਪਕ ਨਹੀਂ ਆਪਣੇ ਹਿਸਾਬ ਨਾਲ ਮੋੜ ਸਕਦਾ, ਤੇ ਸਮਾਜ ਦੇ ਵਿੱਚ ਮੈਨੂੰ ਲੱਗਦਾ ਕੋਈ ਸ਼ਖਸ ਨਹੀਂ ਹੈ ਜਿਹੜਾ ਇਹਨਾਂ ਖਾਸ ਕਰਕੇ ਕਿਸ਼ੋਰ ਅਵਸਥਾ ਦੇ ਵਿੱਚ ਬੱਚਿਆਂ ਨੂੰ ਮੋੜ ਸਕੇ। ਸੋ ਅਧਿਆਪਕ ਨੂੰ ਖੁਦ ਨੂੰ ਮਤਲਬ ਕਿ ਆਪਣੇ ਮਾਨਸਿਕ ਤੌਰ ਤੇ ਸਟਰੋਂਗ ਹੋਣਾ ਪਊਗਾ। ਬਿਲਕੁਲ ਜੀ, ਬਿਲਕੁਲ। ਅਗਲਾ ਸਵਾਲ ਮੈਂ ਦਲਜੀਤ ਸਿੰਘ ਜੀ ਨੂੰ ਕਰਨਾ ਚਾਹੂੰਗਾ ਕਿ ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਸਜ਼ਾ ਕਿੰਨਾ ਕੰਮਾਂ ਲਈ ਹੈ ਤੇ ਇਨਾਮ ਕਿੰਨਾ ਕੰਮਾਂ ਲਈ ਹੈ। ਮੇਰਾ ਸਵਾਲ ਦਲਜੀਤ ਜੀ ਇਹ ਹੈ ਕਿ ਜਦੋਂ ਆਪਾਂ ਸਜ਼ਾ ਜਾਂ ਇਨਾਮ ਦੀ ਗੱਲ ਕਰਦੇ ਹਾਂ, ਜਦੋਂ ਅਧਿਆਪਕ ਦੋਨਾਂ ਦੇ ਵਿੱਚੋਂ ਕੋਈ ਵੀ ਕੰਮ ਕਰ ਰਿਹਾ ਹੈ, ਆਪਾਂ ਕੀ ਸੋਚਦੇ ਹਾਂ ਕਿ ਅਧਿਆਪਕ ਇਸ ਮਸਲੇ ਪ੍ਰਤੀ ਕਿੰਨਾ ਕੁ ਸੁਚੇਤ ਹੈ ਉਦੋਂ, ਜਾਂ ਉਹਨੂੰ ਪਤਾ ਹੈ ਕਿ ਮੈਂ ਇਹ ਕੰਮ ਕਿਉਂ ਕਰ ਰਿਹਾ ਤੇ ਕਿਹੜੇ ਤਰੀਕੇ ਨਾਲ ਕਰ ਰਿਹਾ, ਜਾਂ ਮੈਂ ਇਹਦੀ ਕੀ ਆਊਟਪੁੱਟ ਲੈਣੀ ਚਾਹੁੰਦਾ, ਜਾਂ ਕਿਸ ਤਰੀਕੇ ਨਾਲ ਕੰਮ ਕਰ ਰਿਹਾ। ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਧਿਆਪਕ ਸਜ਼ਾ ਜਾਂ ਇਨਾਮ ਦੇ ਮਸਲੇ ਤੇ ਜਾਂ ਇਸ ਸਿਧਾਂਤਕ ਮਸਲੇ ਤੇ ਕਿੰਨਾ ਕੁ ਸੁਚੇਤ ਹੋ ਕੇ ਕੰਮ ਕਰਦਾ ਹੈ? ਹਾਂਜੀ, ਬਹੁਤ ਬਹੁਤ ਵਧੀਆ ਗੁਰਨੈਬ ਜੀ। ਜਿਸ ਤਰ੍ਹਾਂ ਕਿ ਮੈਂ ਗੱਲ ਪਹਿਲਾਂ ਕੀਤੀ ਆ, ਉਸੇ ਦੀ ਕੰਟੀਨਿਊਟੀ ਦੇ ਵਿੱਚ ਕਿ ਸਾਡਾ ਕਈ ਵਾਰੀ ਨਾ ਸਿਧਾਂਤਕ ਤੌਰ ਤੇ ਸਾਨੂੰ ਗੱਲ ਬੜੀ ਸੋਹਣੀ ਲੱਗਦੀ ਹੁੰਦੀ ਹੈ ਤੇ ਅਸੀਂ ਬਹਿਸ ਵੀ ਕਰਦੇ ਹਾਂ ਵੀ ਜੀ ਐ ਤਾਂ ਫਿਰ ਮਾੜੀ ਮੋਟੀ ਸਜ਼ਾ ਤਾਂ ਦੇਣੀ ਪੈਂਦੀ ਹੈ ਬੱਚਿਆਂ ਨੂੰ। ਪਰ ਜਿਹੜੇ ਲੋਕ ਇਸ ਗੱਲ ਦੀ ਮਤਲਬ ਉਹ ਕਰ ਰਹੇ ਹੁੰਦੇ ਆ, ਤੇ ਅਸੀਂ ਕਈ ਵਾਰੀ ਖੁਦ ਹੀ ਪ੍ਰੈਕਟੀਕਲ ਦੇ ਵਿੱਚ ਉਸ ਚੀਜ਼ ਦੀ ਸਹੀ ਇੰਪਲੀਮੈਂਟੇਸ਼ਨ ਹੈ ਜਿਹੜੀ ਨਹੀਂ ਹੁੰਦੀ। ਮੈਂ ਨਾ ਇਹਦੀ ਇੱਕ ਤੁਹਾਨੂੰ ਉਦਾਹਰਨ ਦੇ ਕੇ ਗੱਲ ਕਰਦਾ ਕਿ ਜਿਸ ਤਰ੍ਹਾਂ ਅਸੀਂ ਗੱਲ ਕਰੀ ਕਿ ਇਨਾਮ ਨੂੰ ਜੋੜਿਆ ਤਾਂ ਬੱਚੇ ਦੀ ਚੰਗੇ ਕੰਮ ਨਾਲ ਜਾਣਾ ਚਾਹੀਦਾ ਹੈ, ਤੇ ਸਜ਼ਾ ਨੂੰ ਉਹਦੇ ਮਤਲਬ ਗਲਤ ਐਟੀਟਿਊਡ ਨਾਲ ਜਾਂ ਗਲਤ ਹਰਕਤ ਨਾਲ ਜਾਣਾ ਚਾਹੀਦਾ। ਪਰ ਮਤਲਬ ਮੈਂ ਇੱਕ ਕਿਸੇ ਟ੍ਰੇਨਿੰਗ ਦੇ ਵਿੱਚ ਹੀ ਅਧਿਆਪਕਾਂ ਨੂੰ ਸਵਾਲ ਪੁੱਛਿਆ, ਮੈਂ ਕਿਹਾ ਵੀ ਤੁਸੀਂ ਬੱਚੇ ਨੂੰ ਸਜ਼ਾ ਕਦੋਂ ਦਿੰਦੇ? ਉਹ ਕਹਿੰਦੇ ਜੀ ਜਦੋਂ ਬੱਚਾ ਨਾ ਮਤਲਬ ਸ਼ਰਾਰਤਾਂ ਕਰਨੋਂ ਨਾ ਹਟੇ। ਮੈਂ ਕਿਹਾ ਫਿਰ? ਜਾਂ ਜਦੋਂ ਜੀ ਕਹਿੰਦੇ ਬੱਚਾ ਮਤਲਬ ਕੋਈ ਉਹਨੂੰ ਕਨਸੈਪਟ ਸਮਝਾ ਦਈਏ ਤੇ ਬਾਰ-ਬਾਰ ਗਲਤੀ ਕਰੀ ਜਾਵੇ, ਬਾਰ-ਬਾਰ ਗਲਤੀ ਕਰੀ ਜਾਵੇ, ਫਿਰ ਨਾ ਗੁੱਸਾ ਆ ਜਾਂਦਾ ਤੇ ਫਿਰ ਮਤਲਬ ਮੰਨੀ ਲੱਗ ਜਾਂਦੀ ਹੈ। ਤਾਂ ਇਹਦਾ ਮਤਲਬ ਵੀ ਪ੍ਰੈਕਟੀਕਲ ਆਸਪੈਕਟ ਇਹ ਹੋ ਗਿਆ ਇਸ ਗੱਲ ਦਾ ਕਿ ਅਸੀਂ ਜਦੋਂ ਮਤਲਬ ਬੱਚੇ ਦੇ ਉੱਤੇ ਗੁੱਸੇ ਹੁੰਦੇ ਆ ਉਦੋਂ ਉਹਨੂੰ ਸਜ਼ਾ ਦਿੰਦੇ ਆ। ਇਹਦਾ ਮਤਲਬ ਸਾਡੀ ਇਹ ਤੇ ਬੱਚਿਆਂ ਦੇ ਮਨ ਦੇ ਵਿੱਚ ਵੀ ਇਹ ਗੱਲ ਘਰ ਕਰ ਜਾਂਦੀ ਹੈ ਜਦੋਂ ਉਹ ਦੇਖਦੇ ਆ ਵੀ ਸਾਨੂੰ ਅਧਿਆਪਕ ਕਦੋਂ ਕੁੱਟਦਾ ਹੈ, ਵੀ ਅਧਿਆਪਕ ਸਾਨੂੰ ਉਦੋਂ ਕੁੱਟਦਾ ਹੈ ਜਦੋਂ ਉਹ ਗੁੱਸੇ ਹੋਇਆ। ਇਸ ਕਰਕੇ ਬੱਚਿਆਂ ਦੇ ਮਨ ਦੇ ਵਿੱਚ ਇਹ ਗੱਲ ਬਿਲਕੁਲ ਬੈਠ ਜਾਂਦੀ ਹੈ ਵੀ ਜੇ ਤਾਂ ਅਧਿਆਪਕ ਹੈਗਾ ਖੁਸ਼, ਫਿਰ ਤਾਂ ਕੋਈ ਗੱਲ ਨਹੀਂ, ਭਾਵੇਂ ਆਪਾਂ ਵੱਡੀ ਤੋਂ ਵੱਡੀ ਗਲਤੀ ਕਰਦੀ ਹੈ ਫਿਰ ਵੀ ਉਹ ਮਾਫ਼ ਕਰ ਦੂਗਾ। ਜੇ ਅਧਿਆਪਕ ਕਿਤੇ ਅੱਜ ਗੁੱਸੇ 'ਚ ਆ ਨਾ, ਜੀ ਘਰੋਂ ਲੜ ਕੇ ਆਏ ਜਾਂ ਕੁਛ ਵੀ ਬੈਠਾ ਹੈ, ਤੇ ਫਿਰ ਤਾਂ ਆਪਾਂ ਚੁੱਪ ਕਰਕੇ ਛਾਂ ਹੋ ਕੇ ਬੈਠੇ ਰਹੋ, ਪਤਾ ਨਹੀਂ ਕਿਹੜੀ ਗੱਲ ਤੇ ਪੈ ਜਾਣਾ, ਹੋ ਸਕਦਾ ਕਿਸੇ ਚੰਗੀ ਗੱਲ ਤੇ ਪੈ। ਤਾਂ ਮਤਲਬ ਪ੍ਰੈਕਟੀਕਲ ਆਸਪੈਕਟ ਹੈ ਜਿਹੜਾ ਇਹਦਾ ਮਤਲਬ ਇਸ ਰੂਪ ਦੇ ਵਿੱਚ ਹੈ ਵੀ ਅਧਿਆਪਕ ਨੂੰ ਆਪਦੀਆਂ ਮਨੋਵੇਗ ਨੇ ਜਿਹੜੇ ਭਾਵਨਾਵਾਂ ਨੇ ਉਸ ਨੂੰ ਕਾਬੂ ਕਰਕੇ ਮਤਲਬ ਇਸ ਸਟ੍ਰੈਟਜੀ ਨੂੰ ਵਰਤਣਾ ਪਊਗਾ। ਇਹ ਨਹੀਂ ਵੀ ਜੇ ਤਾਂ ਮਤਲਬ ਮੈਂ ਕਿਸੇ ਗੱਲ ਦੇ ਉੱਤੇ ਖੁਸ਼ ਹੋ ਗਿਆ ਤੇ ਫਿਰ ਤਾਂ ਮੈਂ ਇਨਾਮਾਂ ਦੀ ਤੇ ਸ਼ਾਬਾਸ਼ੀ ਦੀ ਝੜੀ ਲਾ ਦਾਂ, ਤੇ ਜੇ ਮਤਲਬ ਵੀ ਮੈਂ ਕਿਤੇ ਨਾਰਾਜ਼ ਹੋ ਗਿਆ ਤੇ ਫਿਰ ਮੈਂ ਗੁੱਸੇ 'ਚ। ਇਹਦਾ ਨੈਗੇਟਿਵ ਅਸਰ ਕੀ ਪੈਂਦਾ? ਦੇਖੋ ਗੱਲ ਇਹਦੀ ਹੋਰ ਆਪਾਂ ਪ੍ਰੈਕਟੀਕਲ ਆਸਪੈਕਟ ਦੇ ਵਿੱਚ ਸਮਝੀਏ ਕਿ ਸਾਡੀ ਕਲਾਸ ਦੇ ਵਿੱਚ ਸਾਰੇ ਬੱਚੇ ਇੱਕੋ ਜਿਹੇ IQ ਦੇ ਜਾਂ ਇੱਕੋ ਜਿਹੀਆਂ ਸਮਰੱਥਾਵਾਂ ਵਾਲੇ ਨਹੀਂ ਹੁੰਦੇ। ਸਾਡੀ ਕਲਾਸ ਦੇ 20-25% ਬੱਚੇ ਬੜੇ ਵਧੀਆ ਚੰਗੇ IQ ਦੇ ਹੁੰਦੇ ਆ, ਉਹ ਸਾਡੇ ਬਹੁਤ ਹੀ ਥੋੜੇ ਯਤਨਾਂ ਨਾਲ ਸਮਝ ਵੀ ਜਾਂਦੇ ਆ ਤੇ ਆਪਣੇ ਵੀ ਬਹੁਤ ਥੋੜੇ ਯਤਨਾਂ ਦੇ ਨਾਲ ਉਹ ਗੱਲ ਨੂੰ ਸਿੱਖ ਜਾਂਦੇ ਆ। ਪਰ ਦੇਖੋ ਸਾਡੀ ਕਲਾਸ ਦੇ ਵਿੱਚ 20-25% ਬੱਚੇ ਅਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ
ਸਾਡੇ ਵੱਲੋਂ ਸਮਝਾਇਆ ਵੀ ਬਹੁਤ ਮਾਈਕਰੋ ਲੈਵਲ ਤੇ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਵੀ ਬਹੁਤ ਮਤਲਬ ਮਿਹਨਤ ਕਰਨੀ ਪੈਂਦੀ ਹੈ, ਫਿਰ ਉਹ ਜਿਹੜੇ ਪਹਿਲੇ 20% ਬੱਚੇ ਆ ਉਹਨਾਂ ਦੇ ਬਰਾਬਰ ਦੀ ਆਊਟਪੁੱਟ ਦਿੰਦੇ ਆ। ਪਰ ਮੈਂ ਦੇਖਿਆ ਵੀ ਅਸੀਂ ਬਤੌਰ ਅਧਿਆਪਕ, ਮੇਰੇ ਵਰਗੇ ਵੀ ਚਾਹੇ, ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਦੇ ਬੱਚੇ ਨੂੰ ਸ਼ਾਬਾਸ਼ੀ ਨਹੀਂ ਦਿੰਦੇ। ਅਸੀਂ ਉਹ 20% ਬੱਚੇ ਜਿਹੜੇ ਸਾਡੀ ਕਲਾਸ ਦੇ ਬਾਹਲੇ ਹੁਸ਼ਿਆਰ ਆ ਉਹਨਾਂ ਨੂੰ ਤਾਂ ਨਿੱਤ ਸਾਡੀ ਸ਼ਾਬਾਸ਼ੀ ਮਿਲੀ ਰਹਿੰਦੀ ਹੈ, ਉਹ ਤਾਂ ਸਾਡੀ ਕਲਾਸ ਦੇ ਹੀਰੋ ਬਣੇ ਰਹਿੰਦੇ ਆ, ਭਾਵੇਂ ਉਹ ਇੱਕ ਦਰਮਿਆਨੇ ਬੱਚੇ ਦੇ ਮੁਕਾਬਲੇ ਘੱਟ ਸਮਾਂ ਵੀ ਕਿਉਂ ਨਾ ਪੜ੍ਹਦੇ ਹੋਣ। ਤੇ ਦੂਜੇ ਪਾਸੇ ਜਿਹੜੇ ਬੱਚੇ ਚਲੋ ਆਪਣੀਆਂ ਸੰਭਾਵਨਾਵਾਂ ਪੱਖੋਂ ਹੀ ਕਮਜ਼ੋਰ ਹੁੰਦੇ ਆ ਪਰ ਆਪਣੇ ਯਤਨ ਵਧੀਆ ਕਰਦੇ ਆ, ਉਹਨਾਂ ਦੀ ਦਰਮਿਆਨੀ ਆਊਟਪੁੱਟ ਤੇ ਵੀ ਸਾਡੇ ਮੂੰਹ ਚੋਂ ਕਈ ਵਾਰੀ ਸ਼ਾਬਾਸ਼ੀ ਨਹੀਂ ਨਿਕਲਦੀ। ਤਾਂ ਫਿਰ ਕੀ ਹੁੰਦਾ ਵੀ ਜਿਹੜੇ ਬੱਚਾ ਨਿੱਤ ਹੀ ਦਰਮਿਆਨੀ ਜਾਂ ਹੇਠਲੇ ਲੈਵਲ ਦੀ ਆਊਟਪੁੱਟ ਦਿੰਦਾ ਹੈ ਤਾਂ ਹੌਲੀ ਹੌਲੀ ਜਦੋਂ ਉਹਨੂੰ ਕਦੇ ਵੀ ਸ਼ਾਬਾਸ਼ੀ ਨਹੀਂ ਮਿਲਦੀ ਉਸ ਦੀ ਆਊਟਪੁੱਟ ਦੇ ਉੱਤੇ, ਤਾਂ ਫਿਰ ਉਹ ਹੌਲੀ ਹੌਲੀ ਇਹ ਮੰਨ ਲੈਂਦਾ ਕਿ ਮੈਂ ਤਾਂ ਇੱਕ ਨਲਾਇਕ ਬੱਚਾ ਜਾਂ ਮੈਂ ਇੱਕ ਕਮਜ਼ੋਰ ਬੱਚਾ। ਜਦੋਂ ਮਤਲਬ ਵੀ ਇਹ ਭਾਵਨਾ ਜਿਹੜੀ ਇਹ ਮਤਲਬ ਵੀ ਇਸ ਸਾਡੇ ਬੱਚੇ ਦੇ ਮਨ ਦੇ ਵਿੱਚ ਹੈ ਜਿਹੜੀ ਉਹ ਕਦੇ ਵੀ ਨਹੀਂ ਆਉਣੀ ਚਾਹੀਦੀ। ਇੱਕ ਗੱਲ ਮਤਲਬ ਮੈਂ ਹੋਰ ਕਹਿਣੀ ਚਾਹੁੰਦਾ ਕਿ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਕੀ ਹੈ ਵੀ ਅਸੀਂ ਸਜ਼ਾ ਨੂੰ ਜੋੜਦੇ ਹਾਂ ਘੱਟ ਆਊਟਪੁੱਟ ਦੇਣ ਵਾਲੇ ਬੱਚੇ ਨਾਲ, ਵੀ ਜਦੋਂ ਬੱਚਾ ਘੱਟ ਆਊਟਪੁੱਟ ਦਿੰਦਾ ਹੈ ਜਾਂ ਜੀ ਵਧੀਆ ਨੰਬਰ ਨਹੀਂ ਲੈਂਦਾ ਪੇਪਰ ਦੇ ਵਿੱਚੋਂ ਜਾਂ ਕੰਮ ਹੋਮਵਰਕ ਕਰਕੇ ਨਹੀਂ ਆਉਂਦਾ ਜਾਂ ਹੋਰ ਜੀ, ਤਾਂ ਉਹਦੇ ਨਾਲ ਸਜ਼ਾ ਦਿੰਦੇ ਆ। ਤਾਂ ਅਸਲ ਵਿੱਚ ਉਸ ਨੂੰ ਆਪਾਂ ਕੀ ਮੰਨੀਏ ਉਸ ਸਮੇਂ ਉਹ ਇੱਕ ਬਿਮਾਰ ਬੱਚਾ ਜਿਹੜਾ ਘੱਟ ਆਊਟਪੁੱਟ ਦੇ ਰਿਹਾ ਹੈ। ਤਾਂ ਅਸੀਂ ਦੇਖਦੇ ਹਾਂ ਵੀ ਸਾਡੇ ਮੈਡੀਕਲ ਲਾਈਨ ਦੇ ਵਿੱਚ ਜਦੋਂ ਵੀ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਤਾਂ ਅਸੀਂ ਉਸ ਨੂੰ ਸਗੋਂ ਜ਼ਿਆਦਾ ਕੇਅਰ ਦਿੰਦੇ ਹਾਂ, ਉਸ ਨੂੰ ਜ਼ਿਆਦਾ ਉਤਸ਼ਾਹਿਤ ਕਰਦੇ ਹਾਂ, ਜ਼ਿਆਦਾ ਉਹਨੂੰ ਹੱਲਾਸ਼ੇਰੀ ਦਿੰਦੇ ਹਾਂ, ਜ਼ਿਆਦਾ ਉਸ ਨੂੰ ਸਹਾਰਾ ਦਿੰਦੇ ਹਾਂ। ਤਾਂ ਹੁਣ ਲੋੜ ਤਾਂ ਇੱਥੇ ਇਹ ਹੈ ਵੀ ਜਿਹੜਾ ਬੱਚਾ ਮੰਨ ਲਓ ਘੱਟ ਆਊਟਪੁੱਟ ਦੇ ਰਿਹਾ ਹੈ ਉਸ ਨੂੰ ਸਾਡੇ ਵੱਲੋਂ ਜ਼ਿਆਦਾ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ, ਜ਼ਿਆਦਾ ਉਸ ਨੂੰ ਪਹਿਲ ਕਦਮੀਆਂ ਕਰਨ ਦੇ ਲਈ ਪ੍ਰੇਰਿਤ ਕੀਤੇ ਜਾਣ ਦੀ ਲੋੜ ਹੈ। ਉਲਟ ਹੁੰਦਾ ਕੀ ਹੈ ਪ੍ਰੈਕਟੀਕਲ ਐਸਪੈਕਟ ਦੇ ਵਿੱਚ ਵੀ ਅਸੀਂ ਅਜਿਹੇ ਬੱਚਿਆਂ ਨੂੰ ਜ਼ਿਆਦਾ ਮਤਲਬ ਸਜ਼ਾ ਦਿੰਦੇ ਹਾਂ, ਨਿੱਤ ਉਹਨੂੰ ਡੀਗ੍ਰੇਡ ਕਰਦੇ ਹਾਂ, ਨਿੱਤ ਸਾਰੀ ਕਲਾਸ ਦੇ ਸਾਹਮਣੇ ਕਹਿੰਦੇ ਹਾਂ ਨਲਾਇਕ ਹੈ, ਨਿੱਲਾ ਕੰਮ ਨਹੀਂ ਕਰਦਾ। ਤਾਂ ਹੁਣ ਉਸ ਦਾ ਨੈਗੇਟਿਵ ਅਸਰ ਕੀ ਪੈਂਦਾ, ਜਦੋਂ ਬੱਚੇ ਨੂੰ ਆਪਾਂ ਸਜ਼ਾ ਦੇ ਰਹੇ ਹੁੰਦੇ ਹਾਂ ਤਾਂ ਉਦੋਂ ਮਤਲਬ ਕੀ ਹੁੰਦਾ, ਉਹਦਾ ਉਤਸ਼ਾਹ ਡਾਊਨ ਹੁੰਦਾ ਹੈਗਾ। ਉਹਦੀਆਂ ਜਿਹੜੀਆਂ ਮਤਲਬ ਇੱਕ ਹੋਰ ਵੀ ਦੇਖੋ ਪ੍ਰਾਇਮਰੀ ਪੱਧਰ ਦੇ ਉੱਤੇ, ਜਿਵੇਂ ਮੈਂ ਪ੍ਰਾਇਮਰੀ ਟੀਚਰ ਹਾਂ, ਮੈਂ ਸਾਡੇ ਅਧਿਆਪਕਾਂ ਦੇ ਨਾਲ ਜਾਂ ਮੈਂ ਖੁਦ ਵੀ ਪ੍ਰੈਕਟੀਕਲ ਕੀਤਾ ਹੈ ਵੀ ਜਦੋਂ ਅਧਿਆਪਕ ਸਰੀਰਕ ਸਜ਼ਾ ਦਿੰਦਾ ਨਾ ਉਸ ਦਾ ਸਾਡੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਨੈਗੇਟਿਵ ਅਸਰ ਪੈਂਦਾ। ਇੱਕ ਪ੍ਰੈਕਟੀਕਲ ਪ੍ਰਯੋਗ ਹੈ, ਭਾਵੇਂ ਕੋਈ ਵੀ ਟੀਚਰ ਕਰਕੇ ਦੇਖ ਲੇ, ਕਿ ਜਦੋਂ ਅਧਿਆਪਕ ਕਲਾਸ ਦੇ ਵਿੱਚ ਇੱਕ ਜਾਂ ਦੋ ਬੱਚਿਆਂ ਨੂੰ ਕੁੱਟ ਰਿਹਾ ਹੁੰਦਾ, ਉਹਨਾਂ ਨੂੰ ਸਰੀਰਕ ਸਜ਼ਾ ਦੇ ਰਿਹਾ ਹੁੰਦਾ, ਤਾਂ ਉਹਦਾ ਨੈਗੇਟਿਵ ਅਸਰ ਸਿਰਫ ਉਸ ਬੱਚੇ ਤੇ ਨਹੀਂ ਪੈ ਰਿਹਾ ਹੁੰਦਾ ਜਿਹਨੂੰ ਸਜ਼ਾ ਮਿਲ ਰਹੀ ਹੈ। ਸਾਰੀ ਕਲਾਸ ਦਾ ਮਾਹੌਲ ਹੈ ਜਿਹੜਾ ਇੱਕ ਡਰ ਵਾਲਾ ਬਣ ਜਾਂਦਾ ਹੈ। ਉਸ ਸਮੇਂ ਜੇ ਅਸੀਂ ਪ੍ਰੈਕਟੀਕਲ ਕਰਕੇ ਦੇਖਣਾ ਹੋਵੇ ਸਾਰੇ ਬੱਚਿਆਂ ਦੀ ਜਿਹੜੀ ਧੜਕਣ ਹੈ ਆਮ ਨਾਲੋਂ ਤੇਜ਼ ਹੋਈ ਪਈ। ਤਾਂ ਲੋੜ ਤਾਂ ਇਹ ਹੈ ਵੀ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰੀਏ, ਉਹਦੀਆਂ ਜਿਹੜੀਆਂ ਮਾਨਸਿਕ ਸ਼ਕਤੀਆਂ ਉਹ ਸਗੋਂ ਪਹਿਲਾਂ ਨਾਲੋਂ ਵੱਧ ਕੰਮ ਕਰਨ, ਤੇ ਸਜ਼ਾ ਦੇਣ ਨਾਲ ਤਾਂ ਉਹਦੀਆਂ ਮਾਨਸਿਕ ਸ਼ਕਤੀਆਂ ਵਿੱਚ ਹੋਰ ਡਾਊਨ ਹੋ ਜਾਂਦੀਆਂ। ਸੋ ਮਤਲਬ ਵੀ ਇਸ ਸਿਧਾਂਤ ਦੀ ਜੇਕਰ ਕੋਈ ਬੰਦਾ ਪ੍ਰੋੜਤਾ ਵੀ ਕਰਦਾ ਹੈ ਤੇ ਜੇ ਇਸ ਨੂੰ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਵਿੱਚ ਲੈ ਕੇ ਆਉਣਾ ਵੀ ਚਾਹੁੰਦਾ ਹੈ ਤਾਂ ਉਸ ਨੂੰ ਇਹ ਸਾਰੀਆਂ ਗੱਲਾਂ ਤੋਂ ਜਿਹੜੀਆਂ ਗੱਲਾਂ ਵੀ ਮੈਂ ਆਪਣੀ ਹੁਣ ਇਸ ਗੱਲ ਦੇ ਵਿੱਚ ਰੱਖੀਆਂ ਜਾਂ ਹੋਰ ਵੀ ਜਿਹੜੀਆਂ ਜੁੜਦੀਆਂ ਗੱਲਾਂ ਜ਼ਰੂਰ ਹੋਣਗੀਆਂ, ਇਹਨਾਂ ਗੱਲਾਂ ਤੋਂ ਸੁਚੇਤ ਹੋ ਕੇ ਇਸ ਗੱਲ ਨੂੰ ਜਿਹੜੀ ਇੰਪਲੀਮੈਂਟੇਸ਼ਨ ਦੇ ਵਿੱਚ ਲੈ ਕੇ ਆਉਣਾ ਪਊਗਾ। ਤੇ ਫਿਰ ਬਾਰ ਰਿਪੀਟ ਦੇਖੋ ਇਸ ਗੱਲ ਦੇ ਵਿੱਚ ਫਿਰ ਹੁੰਦੀ ਹੈ ਕਿ ਸਜ਼ਾ ਕੋਈ ਹੱਲ ਨਹੀਂ, ਈਵਨ ਰਿਵਾਰਡ ਹੈ ਜਿਹੜਾ ਉਹ ਮਤਲਬ ਇਸ ਗੱਲ ਦਾ ਹੱਲ ਹੈ। ਅਗਲੀ ਇੱਕ ਗੱਲ ਮੈਂ ਹੋਰ ਜੋੜਨਾ ਚਾਹੁੰਦਾ ਕਿ ਜਦੋਂ ਵੀ ਅਸੀਂ ਰਿਵਾਰਡ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਰਿਵਾਰਡ ਦੇਣ ਦਾ ਮਤਲਬ ਹੈ ਵੀ ਪਤਾ ਨਹੀਂ ਬੱਚੇ ਨੂੰ ਕੁਛ ਫਿਜ਼ੀਕਲ ਰੂਪ ਦੇ ਵਿੱਚ ਦੇਣਾ, ਕੋਈ ਤੋਹਫੇ ਦੇ ਰੂਪ ਦੇ ਵਿੱਚ ਕੁਛ ਦੇਣਾ। ਸੋ ਮਤਲਬ ਮੈਂ ਇਹ ਵੀ ਇੱਕ ਦੱਸਣਾ ਚਾਹੁੰਦਾ ਕਿ ਅਧਿਆਪਕ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਹਦੇ ਨਾਲ ਬੱਚੇ ਦੀ ਇਹੋ ਜਿਹੀ ਕੰਡੀਸ਼ਨਿੰਗ ਹੋਈ ਹੁੰਦੀ ਹੈ ਕਿ ਅਧਿਆਪਕ ਦੇ ਮੂੰਹੋਂ ਨਿਕਲੀ ਵੀ ਸ਼ਾਬਾਸ਼ੀ ਵੀ ਬਹੁਤ ਵੱਡੀ ਹੋਰ ਵੀ ਕਿਸੇ ਪਰਸਨ ਦੇ, ਸਮਾਜ ਦੇ ਕਿਸੇ ਹੋਰ ਪਰਸਨ ਦੀ ਬਜਾਏ ਅਧਿਆਪਕ ਦੇ ਮੂੰਹ ਚੋਂ ਨਿਕਲੀ ਸ਼ਾਬਾਸ਼ੀ ਬੱਚੇ ਲਈ ਸਭ ਤੋਂ ਅਹਿਮੀਅਤ ਰੱਖਦੀ ਹੈ। ਜਿਵੇਂ ਗੁਰਨੈਬ ਜੀ ਤੁਸੀਂ ਆਪਣੀ ਲਾਈਫ ਦੀ ਇੱਕ ਉਦਾਹਰਨ ਦਿੱਤੀ ਕਿ ਤੁਹਾਨੂੰ ਹੋਰਾਂ ਥਾਵਾਂ ਤੋਂ ਵੀ ਬੜੇ ਇਨਾਮ ਰੁਪਿਆਂ ਦੇ ਰੂਪ ਚ ਹੋ ਸਕਦਾ ਮਿਲ ਹੋਣਗੇ, ਪਰ ਇੱਕ ਤੁਹਾਡੇ ਅਧਿਆਪਕ ਵੱਲੋਂ ਦਿੱਤਾ ਗਿਆ ਤੁਹਾਨੂੰ 100 ਰੁਪਇਆ ਤੁਹਾਡੇ ਲਈ ਜ਼ਿੰਦਗੀ ਦੇ ਵਿੱਚ ਬਣਿਆ। ਸੋ ਅਧਿਆਪਕ ਦੇ ਮੂੰਹੋਂ ਜੇ ਕਦੇ ਸ਼ਾਬਾਸ਼ੀ ਵੀ ਨਿਕਲ ਜੇ ਉਹ ਵੀ ਬੱਚੇ ਲਈ ਰਿਵਾਰਡ ਹੈ। ਈਵਨ ਜੇ ਅਧਿਆਪਕ ਬੱਚੇ ਦੀ ਕਾਪੀ ਚੈੱਕ ਕਰਦਾ, ਬੱਚੇ ਨੇ ਸੋਹਣਾ ਕੰਮ ਕੀਤਾ ਨਾ, ਤੇ ਜੇ ਬੱਚਾ ਅਧਿਆਪਕ ਨਹੀਂ ਉਹ ਮੁਸਕਰਾ ਕੇ ਦੇਖ ਲੈਂਦਾ ਹੈ ਤੇ ਇਸ ਬੱਚੇ ਸਾਡੇ ਚਿਹਰੇ ਦੀ ਖੁਸ਼ੀ ਵੀ ਪੜ੍ਹ ਲੈਂਦੇ, ਉਹ ਵੀ ਬੱਚਿਆਂ ਦੇ ਲਈ ਰਿਵਾਰਡ ਬਣ ਜਾਂਦੀ ਹੈ। ਅਧਿਆਪਕ ਮਤਲਬ ਬੜੇ ਰਿਵਾਰਡ ਨੇ, ਸਾਡੇ ਚਿਹਰੇ ਦੀ ਖੁਸ਼ੀ ਬੱਚੇ ਲਈ ਰਿਵਾਰਡ ਹੈ, ਬੱਚੇ ਨੂੰ ਮੂੰਹ ਬੋਲ ਕੇ ਦਿੱਤੀ ਸ਼ਾਬਾਸ਼ ਸਾਡੇ ਲਈ ਰਿਵਾਰਡ ਹੈ, ਬੱਚੇ ਦੀ ਕਾਪੀ ਦੇ ਉੱਤੇ ਵਾਹਿਆ ਹੋਇਆ ਇੱਕ ਸਟਾਰ ਸਾਡੇ ਬੱਚੇ ਲਈ ਰਿਵਾਰਡ ਹੈ, ਸਾਰੀ ਕਲਾਸ ਦੇ ਸਾਹਮਣੇ ਬੱਚੇ ਦੇ ਨਾਂ ਤੇ ਲਵਾਈ ਹੋਈ ਤਾੜੀ ਬੱਚੇ ਲਈ ਰਿਵਾਰਡ ਹੈ। ਤੇ ਇਹ ਸਾਰੇ ਰਿਵਾਰਡ ਦੇਣ ਵਾਸਤੇ ਸਾਡਾ ਕੁਝ ਵੀ ਮੁੱਲ ਨਹੀਂ ਲੱਗਦਾ, ਕੋਈ ਵੀ ਪੈਸੇ ਨਹੀਂ ਲੱਗਦੇ।
ਸੋ ਅਜਿਹੀ ਸਟ੍ਰੈਟਜੀ ਸਾਡੀ ਕਲਾਸਰੂਮ ਟੀਚਿੰਗ ਦਾ ਡੇਲੀ ਹਿੱਸਾ ਹੋਣਾ ਚਾਹੀਦਾ ਹੈ। ਫਿਰ ਮਤਲਬ ਅਸੀਂ ਇਸ ਸਿਧਾਂਤ ਦੀ ਸਹੀ ਵਰਤੋਂ ਹੈ ਜਿਹੜੀ ਉਹ ਹੋਊਗੀ। ਹਾਂਜੀ ਗੁਰਨੈਬ ਜੀ। ਬਿਲਕੁਲ ਜੀ, ਬਿਲਕੁਲ ਸਰ। ਸਾਡੇ ਕੋਲੇ ਸਮਾਂ ਕਾਫੀ ਹੋ ਚੁੱਕਿਆ ਜੀ। ਮੇਰੇ ਇਹੋ ਸਵਾਲ ਸੀਗੇ, ਸਾਡੇ ਦਰਸ਼ਕਾਂ ਦੇ ਵਿੱਚੋਂ ਜਿਹੜੇ ਸਾਥੀ ਸ਼ਾਮਲ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਸਾਥੀ ਸਾਡੀ ਕਿਸੇ ਵੀ ਸ਼ਖਸੀਅਤ ਨੂੰ ਕੋਈ ਸਵਾਲ ਕਰਨਾ ਚਾਹੁੰਦਾ ਹੋਵੇ ਤਾਂ ਉਹ ਜ਼ਰੂਰ ਕਰੂਗਾ। ਤੇ ਉਸ ਤੋਂ ਬਾਅਦ ਮੇਰੀ ਬੇਨਤੀ ਹੈ ਪ੍ਰੋਗਰਾਮ ਦੇ ਅੰਤਮ ਦੇ ਵਿੱਚ ਕਿ ਡਾਕਟਰ ਕੁਲਦੀਪ ਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦਾ ਸਮਾਪਨ ਹੈ ਜਿਹੜਾ ਉਹ ਕਰਨਗੇ। ਤੇ ਉਸ ਤੋਂ ਪਹਿਲਾਂ ਕਿਸੇ ਵੀ ਦਰਸ਼ਕ ਦਾ ਕੋਈ ਸਵਾਲ ਹੈ ਤਾਂ ਉਹ ਜ਼ਰੂਰ ਸਾਂਝਾ ਕਰੋ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ ਮੇਰਾ ਸਵਾਲ, ਮੈਂ ਹਰਬੰਸ ਸਿੰਘ ਸੰਧੂ ਸਰ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ। ਸਰ ਮੈਂ ਵੀ ਇੱਕ ਅਧਿਆਪਕ ਆ, ਤੇ ਆਪਾਂ ਸਜ਼ਾ ਦਾ ਕਿਹੜਾ ਪੱਧਰ, ਸਜ਼ਾ ਮਤਲਬ ਕਿਸ ਪੱਧਰ ਤੱਕ ਸਜ਼ਾ ਕਹਿ ਸਕਦੇ ਹਾਂ? ਜਿਵੇਂ ਬੱਚਿਆਂ ਨੂੰ ਆਪਾਂ ਘੂਰੀ ਵੀ ਵੱਟਦੇ ਹਾਂ ਜਾਂ ਕੁਛ ਮਤਲਬ ਦਬਕਾ ਮਾਰ ਦਿੰਦੇ ਹਾਂ, ਜਾਂ ਸਜ਼ਾ ਦਾ ਪੱਧਰ ਕੀ ਹੈ, ਕਿਸਨੂੰ ਸਜ਼ਾ ਕਿਹਾ ਜਾਂਦਾ? ਹਾਂਜੀ ਬੀਬਾ ਜੀ, ਮੈਂ ਤਾਂ ਬੀਬਾ ਜੀ ਪਹਿਲੀ ਗੱਲ ਤਾਂ ਮੈਂ ਸਜ਼ਾ ਵਾਲੀ ਗੱਲ ਨੂੰ ਸਪੋਰਟ ਹੀ ਨਹੀਂ ਕਰਦਾ, ਪਰ ਕਲਾਸ ਦੇ ਵਿੱਚ ਇਹ ਕੋਈ ਸ਼ੱਕ ਨਹੀਂ ਹੈ ਵੀ ਬੱਚਿਆਂ ਦਾ ਕਈ ਵਾਰ ਬਿਹੇਵੀਅਰ ਵੀ ਚੰਗਾ ਨਹੀਂ ਹੁੰਦਾ। ਬੱਚੇ 40 ਬੱਚੇ ਆ ਤਾਂ ਉਹਨਾਂ ਦਾ ਲਰਨਿੰਗ ਲੈਵਲ ਆ ਜਿਹੜਾ ਉਹ ਵੱਖਰਾ ਵੱਖਰਾ ਹੋਊਗਾ, ਤਾਂ ਸਾਨੂੰ ਉਸ ਲੈਵਲ ਤੇ ਆ ਕੇ ਮਤਲਬ ਬੱਚੇ ਦੇ ਉਸ ਲੈਵਲ ਤੇ ਆ ਕੇ ਸਾਨੂੰ ਮਤਲਬ ਉਹਨੂੰ ਡੀਲ ਕਰਨਾ ਚਾਹੀਦਾ। ਮੈਂ ਅੱਜ ਹੀ ਇੱਥੇ ਦੇ ਆਸਟ੍ਰੇਲੀਆ ਦੇ ਇੱਕ ਟੀਚਰ ਨਾਲ ਗੱਲ ਕਰ ਰਿਹਾ ਸੀਗਾ, ਕਿਉਂਕਿ ਮੈਂ ਇੱਥੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ, ਤਾਂ ਉਹ ਮੈਨੂੰ ਦੱਸ ਰਹੇ ਸੀ ਵੀ ਇੱਥੇ ਮਤਲਬ ਜਿੰਨੇ ਵੀ ਬੱਚੇ ਹੈ, ਮੰਨ ਲਓ ਜਿਵੇਂ ਜਿਸ ਤਰ੍ਹਾਂ ਆਪਣੇ ਵੀ ਹੈ ਬੱਚੇ ਮੈਂਟਲੀ ਰਿਟਾਰਡਡ ਬੱਚੇ ਹੁੰਦੇ ਆ, ਜੇ ਆਟਿਜ਼ਮ ਦੀ ਪ੍ਰੋਬਲਮ ਹੁੰਦੀ ਹੈ ਬੱਚਿਆਂ ਨੂੰ, ਵੀ ਉਹ ਕਲਾਸ ਦੇ ਵਿੱਚ ਹੀ ਹੁੰਦੇ ਆ, ਤਾਂ ਟੀਚਰ ਨੇ ਮਤਲਬ ਉਸ ਬੱਚੇ ਨੂੰ ਵੀ ਕਲਾਸ ਦੇ ਵਿੱਚ ਡੀਲ ਕਰਨਾ, ਤੇ ਜਿਹੜੇ ਬ੍ਰਿਲੀਅੰਟ ਬੱਚੇ ਆ ਉਹਨਾਂ ਨੂੰ ਵੀ ਡੀਲ ਕਰਨਾ, ਤੇ ਮਤਲਬ ਉਹਦਾ ਜਿਹੜਾ ਬਿਹੇਵੀਅਰ ਹੈ ਉਹਦਾ ਮਤਲਬ ਇੰਨਾ ਜ਼ਿਆਦਾ ਉਹਦਾ ਵਿਸ਼ਾਲ ਹਿਰਦਾ ਚਾਹੀਦਾ। ਸਹੀ ਮਾਇਨਿਆਂ ਦੇ ਵਿੱਚ ਜੇ ਕਿਸੇ ਨੇ ਟੀਚਰ ਬਣਨਾ ਤਾਂ ਉਹ ਮਤਲਬ 40 ਬੱਚਿਆਂ ਨੂੰ ਉਹਨਾਂ ਦੇ ਢੰਗ ਨਾਲ ਹੀ ਡੀਲ ਕਰ ਸਕੇ, ਵੱਖਰੇ ਵੱਖਰੇ ਤੌਰ ਤੇ ਕਰ ਸਕੇ। ਬੇਸ਼ੱਕ ਇਹ ਬੜਾ ਵੱਡਾ ਬਹੁਤ ਔਖਾ ਕੰਮ ਹੈ, ਬਹੁਤ ਔਖਾ ਕੰਮ ਹੈ, ਪਰ ਟੀਚਰ ਦਾ ਰੁਤਬਾ ਵੀ ਬੜਾ ਵੱਡਾ ਹੈ। ਜੇ ਉਹਨੇ ਸਹੀ ਮਾਇਨਿਆਂ 'ਚ ਟੀਚਰ ਕਹਾਉਣਾ ਹੈ, ਟੀਚਰ ਬਣਨਾ ਹੈ, ਤਾਂ ਉਹਨੂੰ ਉਸ ਲੈਵਲ ਤੇ ਜਾ ਕੇ ਕਾਰਵਾਈ ਕਰਨੀ ਪਊਗੀ। ਮਤਲਬ ਦੇਖੋ, ਇਹ ਕੋਈ ਸ਼ੱਕ ਨਹੀਂ ਵੀ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਹੈ, ਹੋਰ ਵੀ ਮਤਲਬ ਮੈਂ ਗਵਰਨਮੈਂਟ ਹਾਈ ਸਕੂਲ ਭਾਗੀ ਬੰਦਰ ਸੀਗਾ, ਤੇ ਅੱਜ ਕੱਲ ਕੁੜੀ ਲੜਕੀ ਇੱਥੋਂ ਦੀ ਮਾਨਸਾ ਦੀ ਹੈ, ਡਾਕਟਰ ਹਰਵਿੰਦਰ ਕੌਰ, ਤਾਂ ਉਹ ਮੈਥ ਪੜ੍ਹਾਉਂਦੀ ਹੁੰਦੀ ਸੀ। ਮਤਲਬ ਮੈਂ ਉਹਨੂੰ ਕਦੀ ਵੀ, ਸਾਰਾ ਸਟਾਫ ਸੀ ਮਤਲਬ ਇੰਨਾ ਜ਼ਿਆਦਾ, ਕਦੀ ਬੱਚਿਆਂ ਨੂੰ ਮਾਰਦੇ ਨਹੀਂ ਸੀ ਸੁਣਿਆ, ਘੂਰਦੇ ਵੀ ਨਹੀਂ ਸੀ ਸੁਣਿਆ, ਤੇ ਸਭ ਤੋਂ ਵਧੀਆ ਉਹਦੀ ਪਰਫਾਰਮੈਂਸ ਹੁੰਦੀ ਸੀ। ਈਵਨ ਕਈ ਵਾਰ ਕੋਈ ਮਸਲਾ, ਜਿਹੜੇ ਬੱਚੇ ਮਤਲਬ ਹੋ ਜਾਂਦੇ ਸਭ ਤੋਂ ਆਰੀ ਹੋ ਜਾਂਦੇ, ਤੇ ਉਹ ਮਤਲਬ ਮਨਾ ਲੈਂਦੀ ਸੀ ਬੱਚਿਆਂ ਨੂੰ। ਮਤਲਬ ਜੇ ਤੁਹਾਡਾ ਐਟੀਟਿਊਡ ਵਧੀਆ ਹੈ, ਵਧੀਆ ਢੰਗ ਨਾਲ ਜੇ ਤੁਸੀਂ ਗੱਲ ਕਰੋਗੇ ਤਾਂ ਬੱਚੇ ਜ਼ਰੂਰ ਗੱਲ ਨੂੰ ਮੰਨਦੇ ਆ। ਇਹ ਤਾਂ ਟੀਚਰ ਨੂੰ, ਹਰ ਕਲਾਸਰੂਮ ਇੱਕ ਬਹੁਤ ਵੱਡੀ ਲੈਬੋਰੇਟਰੀ ਹੈ, ਜਿੱਥੇ ਟੀਚਰ ਨੂੰ ਖੋਜ ਤੱਕ ਵੀ ਕਰਨੀ ਪਊਗੀ ਵੀ ਮੈਂ ਇਸ ਬੱਚੇ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ। ਮਤਲਬ ਇੱਕ ਕਲਾਸਰੂਮ ਨੂੰ ਇੱਕ ਸਿੰਪਲੀ ਇਹ ਨਹੀਂ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਟੀਚਰਾਂ ਤੋਂ। ਮਾਈਂਡ ਨਾਲ ਇਸ ਚੀਜ਼ ਦਾ ਗੁੱਸਾ ਨਾ ਕਰੋ, ਜਿਵੇਂ ਆਪਣੇ ਸਿਸਟਮ ਮੈਂ ਦੇਖਿਆ ਇੰਡੀਆ ਦੇ ਵਿੱਚ ਹੈ, ਜਾ ਕੇ ਬੈਠ ਕੇ ਕਲਾਸ ਕੁਰਸੀ ਦੇ ਉੱਤੇ ਲਿਆਓ ਵੀ ਕਿਤਾਬਾਂ ਦਿਖਾਓ, ਕੱਲ ਦਾ ਕੰਮ ਦਿਖਾਓ, ਕੱਲ ਨੂੰ ਆ ਯਾਦ ਕਰ ਲਿਓ, ਇਹ ਟੀਚਿੰਗ ਨਹੀਂ ਹੈ। ਮਤਲਬ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਦੇਖਿਆ ਵੀ, ਜਾਂ ਹੁਣ ਕੋਵਿਡ ਸੀਗਾ ਤੇ ਆਨਲਾਈਨ ਕਲਾਸਿਸ ਹੁੰਦੀਆਂ ਸੀ, ਵੀ ਚਲੋ ਕੁਰਸੀ ਨਾਂ ਦੀ ਤਾਂ ਚੀਜ਼ ਹੀ ਨਹੀਂ ਮਤਲਬ ਕਲਾਸ ਦੇ ਵਿੱਚ ਹੈ, ਤਾਂ 35-40 ਮਿੰਟ ਦਾ ਪੀਰੀਅਡ ਟੀਚਰ ਨੇ ਬੋਲੀ ਜਾਣਾ, ਮਤਲਬ ਕਿਤੇ ਇੱਕ ਮਿੰਟ ਉਹਦੀ ਬ੍ਰੇਕ ਨਹੀਂ ਸਾਨੂੰ ਨਜ਼ਰ ਆਉਂਦੀ। ਵੀ ਇੰਨੇ ਮਿਹਨਤ ਜਦੋਂ ਟੀਚਰ ਕਰੂਗਾ ਤਾਂ ਮਤਲਬ ਫਿਰ ਹੋਰ ਇੱਕ ਆਪਣੇ ਇੱਥੇ ਮਾਨਸਾ ਵੀ ਡੀਓ ਰਹੇ ਨੇ, ਅੱਜ ਕੱਲ੍ਹ ਉਹ ਅਮਰੀਕਾ ਦੇ ਵਿੱਚ ਨੇ, ਤੇ ਉਹਦੇ ਨਾਲ ਵੀ ਗੱਲਾਂ ਚੱਲਦੀਆਂ ਰਹਿੰਦੀਆਂ। ਉਹ ਸਕੂਲ ਦੇ ਵਿੱਚ ਵੀ ਉੱਥੇ ਕੰਮ ਕਰਦੇ ਆ, ਤੇ ਉਹਨੇ ਹੋਰ ਵੀ ਟੀਚਰਾਂ ਨੂੰ ਮਤਲਬ ਕਾਫੀ ਉੱਥੇ ਪੁਆਇੰਟ ਕਰਾਇਆ। ਉਹ ਕਹਿੰਦਾ ਵੀ ਇੱਕ ਵਾਰ ਇੰਨੇ ਜਿਹੜੇ ਆਪਾਂ ਜਿਹੋ ਜਿਹੇ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ, ਆਜ਼ਾਦ ਮਤਲਬ ਸਾਰੇ ਵਰਲਡ ਦੇ ਵਿੱਚ ਹੀ, ਜਦੋਂ ਆ ਕੁੱਟਮਾਰ ਦਾ ਸਿਸਟਮ ਸੀ ਜਿਹੜਾ ਯੂਰਪੀਅਨ ਕੰਟਰੀਜ਼ ਦੇ ਵਿੱਚ ਵੀ ਪਹਿਲਾਂ ਇੰਨੇ ਸੀ, ਤੇ ਉੱਥੇ ਹੀ ਸਭ ਤੋਂ ਪਹਿਲਾਂ ਬਦਲਿਆ, ਤੇ ਹੌਲੀ ਹੌਲੀ ਅਸੀਂ ਵੀ ਉਸ ਚੀਜ਼ ਨੂੰ ਅਡਾਪਟ ਕਰ ਲਿਆ। ਅਮਰੀਕਾ ਦੇ ਵਿੱਚ ਪਹਿਲਾਂ ਮੈਂ ਪੜ੍ਹ ਕੇ ਹੈਰਾਨ ਸੀ ਵੀ ਜਿਹੜੀ ਮਤਲਬ 2016 ਤੱਕ
128 ਕੰਟਰੀਜ਼ ਨੇ ਤਾਂ ਜਿਹੜੀ ਕਾਰਪੋਰਲ ਪਨਿਸ਼ਮੈਂਟ ਹੈ ਇਹਨੂੰ ਲੀਗਲੀ ਬਿਲਕੁਲ ਅਲਾਉ ਨਹੀਂ ਕੀਤਾ ਹੋਇਆ। 69 ਕੰਟਰੀਜ਼ ਦੇ ਵਿੱਚ ਅਜੇ ਵੀ ਇਹ ਚੱਲਦੀ ਹੈ। ਅਮਰੀਕਾ ਦੇ ਕੁਝ ਸਟੇਟਾਂ ਦੇ ਵਿੱਚ ਚੱਲਦੀ ਹੈ, ਈਵਨ ਆਸਟ੍ਰੇਲੀਆ ਦੀ ਇੱਕ ਸਟੇਟ ਦੇ ਵਿੱਚ ਵੀ ਮੈਂ ਪੜ੍ਹਿਆ ਵੀ ਉੱਥੇ ਵੀ ਇਹ ਮਤਲਬ ਕੋਈ ਰੂਲ ਨਹੀਂ ਬਣਿਆ ਹੋਇਆ। ਜਿਵੇਂ ਆਪਣੇ ਰੂਲ ਹੈਗਾ ਵੀ ਟੀਚਰ ਜੇ ਕੋਈ ਸਜ਼ਾ ਦਿੰਦਾ ਤੇ ਜੋ ਮਤਲਬ ਉਸ ਨੂੰ ਇੰਪ੍ਰਿਜ਼ਨਮੈਂਟ ਤੱਕ ਵੀ ਹੋ ਸਕਦੀ ਹੈ, ਵੀ ਇਸ ਤਰ੍ਹਾਂ ਦਾ ਉਹ ਲਾ ਨਹੀਂ ਹੈ। ਤਾਂ ਮਤਲਬ ਟੀਚਰ ਦਾ ਬਹੁਤ ਵੱਡਾ ਰੋਲ ਹੈ, ਉਹਨੂੰ ਹਰ ਬੱਚੇ ਦੇ ਲੈਵਲ ਤੇ ਰਿਸਰਚ ਕਰਨੀ ਪਊਗੀ। ਤੇ ਦੇਖੋ ਇਹ ਤਾਂ ਮਤਲਬ ਕੋਈ ਸ਼ੱਕ ਨਹੀਂ ਵੀ ਟੀਚਰ ਨੂੰ ਕਈ ਵਾਰ ਮਤਲਬ ਕਹਿਣਾ ਵੀ ਪੈਂਦਾ, ਤਾਂ ਉਹਦੇ ਕਈ ਤਰੀਕੇ ਹੁੰਦੇ ਆ। ਤੁਸੀਂ ਮਤਲਬ ਲਾਈਟ ਪਨਿਸ਼ਮੈਂਟਸ ਦੇਣ ਦਾ ਤਾਂ ਕੋਈ ਡਰ ਨਹੀਂ ਹੈ। ਕਲਾਸ ਦੇ ਵਿੱਚ ਖੜਾ ਵੀ ਕਰ ਦੇਣਾ ਤਾਂ ਉਹ ਵੀ ਇੱਕ ਵਜ੍ਹਾ ਦੀ ਇੱਕ ਪਨਿਸ਼ਮੈਂਟ ਹੈ। ਜਾਂ ਮੈਂ ਕਈ ਵਾਰ ਮੈਨੂੰ ਯਾਦ ਆ ਵੀ ਜਿਹੜਾ ਕੋਈ ਬੱਚਾ ਸ਼ਰਾਰਤ ਕਰਦਾ ਹੁੰਦਾ ਸੀ, ਪ੍ਰੇਅਰ ਦੇ ਵਿੱਚ ਸਾਰਿਆਂ ਦੇ ਬੱਚਿਆਂ ਨੂੰ ਦੱਸ ਕੇ ਵੀ ਇਸ ਬੱਚੇ ਨੇ ਆ ਸ਼ਰਾਰਤ ਕੀਤੀ ਹੈ, ਤਾਂ ਉਹਨੂੰ 1 ਘੰਟਾ ਮਤਲਬ ਸਟੇਜ ਤੇ ਬਿਠਾ ਦੇਣਾ, ਸਾਰਾ ਸਕੂਲ ਉਹਨੂੰ ਦੇਖ ਰਿਹਾ। ਤਾਂ ਉਸ ਤੋਂ ਵੱਡੀ ਉਹਨੂੰ ਸਜ਼ਾ ਕੀ ਹੋਊਗੀ? ਉਹਨੂੰ ਜੇ ਕੁੱਟਾ ਮਾਰਾਂਗੇ ਤਾਂ ਉਹਦਾ ਨਾਲ ਉਹਦੇ ਮਤਲਬ ਮਾੜਾ ਅਸਰ ਪਊਗਾ, ਪਰ ਜਦੋਂ ਉਹਨੇ ਮੈਂਟਲੀ ਫੀਲ ਕੀਤਾ ਵੀ ਮੈਨੂੰ ਇਸ ਕਰਕੇ ਇੱਥੇ ਬਿਠਾਇਆ ਗਿਆ ਵੀ ਤੇ ਮਤਲਬ ਮੈਨੂੰ ਸਾਰਾ ਸਕੂਲ ਦੇਖ ਰਿਹਾ, ਤੇ ਉਹ ਦੁਬਾਰਾ ਮਤਲਬ ਗਲਤੀ ਕਰਨ ਵਾਸਤੇ ਸੋਚਦਾ ਹੀ ਨਹੀਂ। ਇਸ ਕਰਕੇ ਟੀਚਰ ਦੀ ਬਹੁਤ ਜ਼ਿਆਦਾ ਮਤਲਬ ਮਿਹਨਤ ਦੀ ਲੋੜ ਹੈ, ਤੇ ਜਦੋਂ ਸਾਡੇ ਟੀਚਰ ਇਸ ਲੈਵਲ ਤੇ ਆ ਜਾਣਗੇ ਫਿਰ ਇਹ ਸਮੱਸਿਆਵਾਂ ਨਹੀਂ ਆਉਣਗੀਆਂ। ਹਾਂਜੀ, ਬਹੁਤ ਧੰਨਵਾਦ ਸਰ, ਥੈਂਕ ਯੂ। ਹੋਰ ਸਵਾਲ? ਹੈਲੋ, ਹਾਂਜੀ ਸਰ। ਹੈਲੋ, ਹਾਂਜੀ ਗੁਰਨੈਬ ਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬੋਲੋ ਜੀ, ਬੋਲੋ। ਹਾਂਜੀ ਸਰ, ਬਹੁਤ ਹੀ ਨੌਜਵਾਨ ਜਿਹੜੇ ਸਾਡੇ ਸੱਜਣ ਬੈਠੇ ਆ ਸਾਡੇ ਸਰ ਜੀ। ਮੇਰਾ ਸਵਾਲ ਦਲਜੀਤ ਸਿੰਘ ਜੀ ਨੂੰ ਹੈ। ਮੈਂ ਸਰ ਵੀ ਜਿਹੜੀ ਵਾਰ-ਵਾਰ ਤੇ ਜਿਹੜੀ ਗੱਲ ਨਿਬੜੀ ਇੱਥੇ ਆ ਕੇ ਹੈ ਵੀ ਜਿਹੜਾ ਬੱਚਿਆਂ ਨੂੰ ਕੁੱਟਣਾ ਜਾਂ ਬੱਚਿਆਂ ਨੂੰ, ਗੱਲ ਇੱਥੇ ਆ ਕਿ ਇੱਥੇ ਫਰਕ ਕਿਸ ਚੀਜ਼ ਦਾ ਹੈ ਵੀ ਬੱਚੇ ਜਿਹੜੇ ਪਹਿਲਾਂ ਵੀ ਤਾਂ ਬੱਚੇ ਸੀ, ਪਹਿਲਾਂ ਵੀ ਟੀਚਰ ਸੀਗੇ, ਉਹ ਟੀਚਰ ਸੀ ਜਿਹੜੇ ਸਾਨੂੰ ਧਮਕਾ ਕੇ ਕੁੱਟ ਕੇ ਵੀ ਮੰਨ ਲਓ ਲੈਣ ਤੇ ਲੈ ਕੇ ਆਉਂਦੇ ਸੀ, ਲੈ ਕੇ ਆਏ ਆ। ਉਹ ਜਿਹੜੇ ਅੱਜ ਵਾਲੇ ਟੀਚਰ ਹੈ ਉਹ ਜਾਂ ਤਾਂ ਡਰਦੇ ਆ ਜਾਂ ਫਿਰ ਬੱਚੇ ਉਦਾਂ ਦੇ ਹੋ ਗਏ ਵੀ ਇਹ ਸਵਾਲ ਕਿੱਥੇ ਜਾ ਕੇ ਨਿਬੜਦਾ ਹੈ, ਕਿਉਂਕਿ ਉਹੀ ਲੋਕ ਹੈ, ਉਹੀ ਦੁਨੀਆ, ਉਹੀ ਬੱਚੇ, ਉਹੀ ਟੀਚਰ ਹੈ। ਉਹ ਪੁਰਾਣੇ ਸੀ, ਇਹ ਨਵੇਂ ਆ। ਉਹਨਾਂ ਦਾ ਦਬਦਬਾ ਕਿਵੇਂ ਸੀ, ਨਵਿਆਂ ਦਾ ਕਿਵੇਂ ਨਹੀਂ ਹੈਗਾ? ਮੈਂ ਇਹ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ। ਧੰਨਵਾਦ ਜੋਗਿੰਦਰਵੀਰ ਜੀ। ਦੇਖੋ, ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਸਜ਼ਾ ਦਾ ਨੈਗੇਟਿਵ ਪ੍ਰਭਾਵ ਪਹਿਲਾਂ ਵੀ ਸੀਗਾ ਤੇ ਅੱਜ ਵੀ ਹੈ। ਸਾਨੂੰ ਇਹ ਗੱਲ ਨੂੰ ਮੰਨਣੀ ਪਊਗੀ। ਕਈ ਵਾਰੀ ਅਸੀਂ ਮਤਲਬ ਸਾਨੂੰ ਲੱਗਦਾ ਵੀ ਸ਼ਾਇਦ ਨਹੀਂ ਸੀ। ਦੇਖੋ, ਬਹੁਤ ਹੀ ਵਧੀਆ ਗੱਲ ਸੰਧੂ ਸਰ ਨੇ ਸ਼ੁਰੂ ਦੇ ਵਿੱਚ ਕਰੀ ਸੀ। ਉਹ ਕਹਿੰਦੇ ਵੀ ਸਾਡੇ ਕਿਤੇ ਟੀਚਰ ਹੁੰਦੇ ਸੀ ਤੇ ਉਹ ਬੱਚਿਆਂ ਨੂੰ ਬੜਾ ਕੁੱਟ ਕੇ ਪੜ੍ਹਾਉਂਦੇ ਸੀ, ਤੇ ਉਹਦੇ ਨਾਲ ਮਤਲਬ ਕੀ ਸੀ, ਉਹ ਕਹਿੰਦੇ ਵੀ ਅੱਧੀ ਤਲਵੰਡੀ ਪੜ੍ਹਨੋਂ ਰਹਿ ਗਈ। ਠੀਕ ਹੈ ਸਰ। ਤਾਂ ਦੇਖੋ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਿੰਨਾ ਨੈਗੇਟਿਵ ਅਸਰ ਹੈ। ਫਿਰ ਉਹ ਸਜ਼ਾ ਦੇ ਡਰ ਕੰਨੋਂ ਬੱਚੇ ਸਕੂਲ ਹੀ ਨਹੀਂ ਜਾ ਰਹੇ। ਮੈਂ ਤੁਹਾਡੀ ਜੋਗਿੰਦਰ ਜੀ ਫਿਰ ਗੱਲ ਇੱਕ ਹੋਰ ਲੈਂਦੇ ਹਾਂ। ਦੇਖੋ, ਇੱਕੋ ਗੱਲ, ਮੇਰਾ ਇੱਕ ਬੜਾ ਸਤਿਕਾਰਤ ਦੋਸਤ ਹੈ, ਮਿੱਤਰ ਹੈ, ਇੱਕ ਟੀਚਰ ਹੈ, ਵਧੀਆ ਟੀਚਰ ਹੈ, ਮਤਲਬ ਬਹੁਤ ਮਿਹਨਤੀ ਟੀਚਰ ਹੈ। ਤੇ ਇੱਕ ਦਿਨ ਮੈਂ ਤੇ ਉਹ ਮੇਰਾ ਮਿੱਤਰ ਅਸੀਂ ਕਿਸੇ ਬੈਗ ਖਰੀਦਣ ਗਏ ਕਿਸੇ ਦੁਕਾਨ ਦੇ ਉੱਤੇ। ਉੱਥੇ ਜਿਹੜੇ ਮੁੰਡੇ ਨੇ ਸਾਨੂੰ ਬੈਗ ਦਿਖਾ ਰਿਹਾ ਸੀ ਤੇ ਉਸਨੇ ਮੇਰੇ ਮਿੱਤਰ ਨੂੰ ਪਛਾਣ ਲਿਆ ਤੇ ਉਹ ਕਹਿੰਦਾ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਉਹ ਕਹਿੰਦਾ, ਕੌਣ? ਮੈਂ ਕਹਿੰਦਾ ਜੀ ਫਲਾਣੇ ਪਿੰਡੋਂ ਆ ਜੀ, ਮੈਂ ਤੁਹਾਡੇ ਕੋਲੇ ਪੜ੍ਹਦਾ ਹੁੰਦਾ ਸੀ ਜੀ ਚੌਥੀ ਦੇ ਵਿੱਚ। ਤੇ ਉਹ ਕਹਿੰਦਾ ਵੀ ਅੱਛਾ। ਤੇ ਕਹਿੰਦਾ, ਯਾਰ ਫਿਰ ਵੀ ਤੂੰ ਹੁਣ ਕੀ ਕਰ ਗਿਆ? ਉਹ ਕਹਿੰਦਾ ਜੀ ਮੈਂ ਬਸ ਚੌਥੀ 'ਚ ਹਟ ਗਿਆ ਸੀ। ਉਹ ਕਹਿੰਦਾ ਵੀ ਕਿਉਂ, ਤੂੰ ਹਟ ਕਿਉਂ ਗਿਆ ਸੀ? ਕਹਿੰਦਾ ਜੀ ਸਰ ਤੁਸੀਂ ਨਾ ਕੁੱਟਦੇ ਵਾਲੇ ਸੀ। ਕਹਿੰਦਾ ਤੇ ਮੈਂ ਤਾਂ ਕਹਿੰਦਾ ਜੀ ਸਕੂਲ ਆਉਣੇ ਹਟ ਗਿਆ। ਇੱਕ ਦਿਨ 20 ਗਿਆ ਤੇ ਕਹਿੰਦਾ ਮੈਂ ਤਾਂ ਮਤਲਬ ਤੁਹਾਡੀ ਕੁੱਟ ਦਾ ਡਰਦਾ ਨਹੀਂ ਹੈਗਾ। ਜੇ ਤੁਸੀਂ ਕੁੱਟਦੇ ਨਾ ਹੁੰਦੇ ਤਾਂ ਸ਼ਾਇਦ ਕਹਿੰਦਾ ਮੈਂ ਵੀ 4 ਅੱਖਰ ਹੋਰ ਪੜ੍ਹ ਜਾਂਦਾ ਜੀ, ਤੇ ਹੁਣ ਮੈਂ ਬੈਗਾਂ ਵਾਲੀ ਦੁਕਾਨ ਤੇ ਲਾ ਲਿਆ। ਯਕੀਨ ਮੰਨਿਓ, ਮੇਰੇ ਮਿੱਤਰ ਨੂੰ ਬੜਾ ਸ਼ੌਕ ਲੱਗਿਆ। ਉਹ ਕਹਿੰਦਾ, ਯਾਰ ਮੈਂ ਆਪਣੇ ਆਪ ਨੂੰ ਬੜਾ ਮਿਹਨਤੀ ਟੀਚਰ ਸਮਝਦਾ ਸੀ ਤੇ ਮੈਂ ਅੱਜ ਸਮਝ ਰਿਹਾ ਵੀ ਯਾਰ ਇੱਕ ਬੱਚਾ ਮੇਰੀ ਕੁੱਟ ਕਰਕੇ ਪੜ੍ਹਨੋਂ ਹਟ ਗਿਆ। ਸੋ ਮਤਲਬ ਇੱਕ ਤਾਂ ਨੈਗੇਟਿਵ ਅਸਰ ਹੈਗਾ। ਨੰਬਰ ਦੂਜੀ ਗੱਲ, ਦੇਖੋ ਮਤਲਬ ਵੀ ਸਾਡਾ ਘਰਾਂ ਦਾ ਮਾਹੌਲ ਵੀ ਹੁਣ ਚੇਂਜ ਹੋ ਰਿਹਾ। ਘਰਾਂ ਦੇ ਮਾਹੌਲ ਦੇ ਚੇਂਜ ਹੋਣ ਨਾਲ ਹੁਣ ਸਾਡੇ ਕੋਲ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਵੀ ਬੜੇ ਅਸੀਂ ਕਹੀਏ ਵੀ ਪੋਲੇ ਰੱਖੇ ਹੋਏ ਆ, ਉਹਨਾਂ ਦੀ ਕੰਡੀਸ਼ਨਿੰਗ ਹੋਈ ਨਹੀਂ ਹੋਈ ਕੁੱਟ ਨਾਲ। ਹਾਂ ਸਰ, ਇੱਥੇ ਗੱਲ ਮਤਲਬ ਇਹ ਮੰਨੋ ਤੁਸੀਂ, ਸੌਰੀ, ਪਹਿਲੀ ਮੰਨੋ ਵੀ ਪਹਿਲਾਂ ਸਾਡੇ ਘਰਾਂ ਦੇ ਵਿੱਚ ਘਰੇ ਵੀ ਸਾਡੇ ਮਤਲਬ ਵੀ ਮਾਂ-ਬਾਪ ਕੁਝ ਨਾ ਕੋਈ ਮਾੜੀ ਮੋਟਾ ਲੱਪੜ ਲਾ ਦਿੰਦੇ ਸੀ। ਬਿਲਕੁਲ ਸਾਡੀ ਉਦੋਂ ਕੰਡੀਸ਼ਨ ਹੋਈ ਸੀ। ਅਸੀਂ ਥੋੜੇ ਬਹੁਤ ਲੱਪੜ ਝੱਲਣੇ ਸਿੱਖੇ ਹੋਏ ਸੀਗੇ, ਤੇ ਇਸ ਕਰਕੇ ਮਤਲਬ ਵੀ ਸਾਨੂੰ ਮਤਲਬ ਐ ਮੰਨੋ ਸਾਡੀ ਕੰਡੀਸ਼ਨਿੰਗ ਹੋਈ ਸੀ ਵੀ ਥੋੜੇ ਬਹੁਤ ਲੱਪੜਾਂ ਨਾਲ ਹੀ ਅਸੀਂ ਤਾਂ ਕੋਈ ਕੰਮ ਕਰਾਂਗੇ।
ਹੁਣ ਨਹੀਂ ਹੋਈ ਬੱਚਿਆਂ ਦੀ ਤਾਂ ਦੇਖੋ ਜਿਹੋ ਜਿਹਾ ਸਮਾਜ ਬਦਲ ਰਿਹਾ, ਜਦੋਂ ਬੱਚਿਆਂ ਦੀਆਂ ਪ੍ਰਵਿਰਤੀਆਂ ਚੇਂਜ ਹੋ ਰਹੀਆਂ ਤਾਂ ਸਾਡੇ ਅਧਿਆਪਕ ਨੂੰ ਵੀ ਉਹਨਾਂ ਪ੍ਰਵਿਰਤੀਆਂ ਦੇ ਅਕੋਰਡਿੰਗ ਚੇਂਜ ਹੋਣਾ ਪਊਗਾ ਹੀ ਪਊਗਾ। ਤੇ ਨਹੀਂ ਅਸੀਂ ਇਸ ਗੱਲ ਦਾ ਫਾਇਦਾ ਘੱਟ ਹੋਣਾ ਤੇ ਨੁਕਸਾਨ ਵੱਧ ਖਾਣਾ, ਇਹ ਹੈ ਜੀ। ਹਾਂਜੀ ਸਰ, ਹੋਰ ਜੇ ਕੋਈ ਰੱਖਣੀ ਚਾਹੁੰਦੇ ਗੱਲ? ਮੇਰਾ ਦੇਖੋ ਪੁਆਇੰਟ ਆਫ ਵਿਊ ਇਹ ਸੀਗਾ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ, ਫਿਰ ਵੀ ਤੁਹਾਨੂੰ ਲੱਗਦਾ ਤਾਂ ਆਪਾਂ ਡਿਸਕਸ਼ਨ ਹੋਰ ਅੱਗੇ ਵਧਾ ਲੈਂਦੇ। ਤੁਹਾਡੀ ਆਵਾਜ਼ ਨਹੀਂ ਗੱਲ ਕਰ ਮੇਰੇ ਕੋਲ ਆ ਰਹੀ। ਇਹਨੂੰ ਕਾਊਂਟਰ ਡਿਬੇਟ ਨਾ ਕਰੋ, ਕੋਈ ਗੱਲ ਨਹੀਂ, ਬਾਕੀ ਗੱਲਾਂ ਚੱਲਦੀਆਂ ਰਹਿਣਗੀਆਂ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ। ਹਾਂਜੀ ਚਲੋ, ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਸਵਾਲ ਆਪਾਂ ਕਰ ਚੁੱਕੇ ਹਾਂ। ਹੁਣ ਮੇਰੀ ਬੇਨਤੀ ਹੈ ਡਾਕਟਰ ਕੁਲਦੀਪ ਜੀ ਨੂੰ ਕਿ ਉਹ ਅੱਜ ਦੇ ਇਸ ਸਮਾਗਮ ਬਾਰੇ ਆਪਣੀ ਟਿੱਪਣੀ ਦਰਜ ਕਰਾਉਣਗੇ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰਾਂਗੇ। ਡਾਕਟਰ ਕੁਲਦੀਪ ਜੀ। ਧੰਨਵਾਦ ਗੁਰਨੈਬ ਤੇ ਮੇਰੇ ਬਹੁਤ ਹੀ ਸਤਿਕਾਰਤ ਹਰਬੰਸ ਸਿੰਘ ਸੰਧੂ ਜੀ, ਮੈਡਮ ਗੁਰਪ੍ਰੀਤ ਤੇ ਦਲਜੀਤ ਸਿੰਘ ਜੀ। ਮੈਂ ਇਹਨਾਂ ਤਿੰਨੇ ਸ਼ਖਸੀਅਤਾਂ ਤੋਂ ਬਹੁਤ ਪ੍ਰਭਾਵਿਤ ਰਿਹਾ। ਦਲਜੀਤ ਚਾਹੇ ਮੇਰਾ ਜੂਨੀਅਰ ਰਿਹਾ, ਪਰ ਜਿਵੇਂ ਕੰਮ ਕਰਨ ਦਾ ਇਹਨਾਂ ਦਾ ਸਟਾਈਲ ਸੀ ਤੇ ਉਸ ਕੰਮ ਕਰਨ ਦੇ ਵਿੱਚ ਗੰਭੀਰਤਾ ਸੀ, ਮੈਂ ਇਹਨਾਂ ਦੇ ਕੰਮ ਤੋਂ ਵੀ ਬਹੁਤ ਪ੍ਰਭਾਵਿਤ ਰਿਹਾ ਜਿੰਨਾ ਕਿ ਮੈਂ ਇਹਨਾਂ ਨੂੰ ਜਾਣਿਆ ਸਮਝਿਆ। ਸੰਧੂ ਸਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਰੋਲ ਮਾਡਲ ਰਹੇ ਨੇ। ਸ਼ਾਇਦ ਇਹਨਾਂ ਨੂੰ ਨਾ ਯਾਦ ਹੋਵੇ, ਜਦੋਂ ਮੈਨੂੰ ਇਨਾਮ ਮਿਲਿਆ, ਸਟੇਟ ਅਵਾਰਡ ਮਿਲਿਆ, ਤਾਂ ਇਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ, ਮੈਂ ਅਪਲਾਈ ਨਹੀਂ ਕਰਦਾ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਜੇ ਤੁਹਾਡੇ ਵਰਗੇ ਬੰਦੇ ਅਪਲਾਈ ਨਹੀਂ ਕਰਨਗੇ ਫਿਰ ਤੁਸੀਂ ਕੱਲ ਨੂੰ ਕਹਿੰਦੇ ਕਿ ਮਾੜਿਆਂ ਨੂੰ ਅਵਾਰਡ ਮਿਲੇ। ਸੋ ਇਹ ਸਮਝ ਲਓ ਕਿ ਮੈਨੂੰ ਜੇ ਅਵਾਰਡ ਮਿਲਿਆ ਤਾਂ ਇਹਨਾਂ ਦੀ ਇਸ ਪ੍ਰੇਰਨਾ ਕਰਕੇ ਮਿਲਿਆ ਕਿ ਮੈਂ ਅਪਲਾਈ ਕਰਾਂ। ਤੇ ਮੈਡਮ ਗੁਰਪ੍ਰੀਤ ਬਾਰੇ ਤਾਂ ਮੈਂ ਇਹੀ ਕਹਿ ਸਕਦਾ ਕਿ ਜਿੱਥੇ ਜਾਂਦੇ ਨੇ ਭਾਗ ਲੱਗ ਜਾਂਦੇ ਨੇ। ਬਹੁਤ ਖੂਬਸੂਰਤ ਇਹਨਾਂ ਦਾ ਕੰਮ, ਬਹੁਤ ਖੂਬਸੂਰਤ ਇਹਨਾਂ ਦੀ ਮਿਹਨਤ। ਤੇ ਉਸ ਤੋਂ ਬਾਅਦ ਜਿਹੜੀ ਅੱਜ ਦੇ ਵਿਸ਼ੇ ਦੀ ਗੱਲ ਹੈ, ਇਸ ਵਿਸ਼ੇ ਤੇ ਮੈਨੂੰ ਲੱਗਦਾ ਕਿ ਬਹੁਤ ਕਮਾਲ ਦੀਆਂ ਗੱਲਾਂ ਅੱਜ ਹੋਈਆਂ ਨੇ। ਜੇ ਮੈਂ ਇਹ ਕਹਾਂ ਕਿ ਹੁਣ ਤੱਕ ਦੇ ਜਿੰਨੇ ਲਾਈਵ ਸੈਸ਼ਨ ਹੋਏ ਨੇ ਉਹਨਾਂ ਦੇ ਵਿੱਚੋਂ ਜੇ ਬਹੁਤ ਗੰਭੀਰ ਸੈਸ਼ਨਾਂ ਦੇ ਵਿੱਚੋਂ ਕੁਝ ਸੈਸ਼ਨ ਕੱਢਣੇ ਹੋਣ ਤਾਂ ਅੱਜ ਦਾ ਸੈਸ਼ਨ ਹੈ। ਇੱਕ ਅਧਿਆਪਕ ਵਾਸਤੇ ਅੱਜ ਦੀ ਡਿਬੇਟ ਬਹੁਤ ਸੁਣਨਯੋਗ ਤੇ ਗੋਲਣਯੋਗ ਤੇ ਜਾਣਨਯੋਗ ਹੈ। ਅਸੀਂ ਅਕਸਰ ਇਹੋ ਜਿਹੀਆਂ ਗੱਲਾਂ ਤੇ ਪਹਿਲੀ ਗੱਲ ਤਾਂ ਡਿਬੇਟ ਕਰਦੇ ਨਹੀਂ ਹੈਗੇ, ਜੇ ਕਰਦੇ ਆ ਤਾਂ ਸਾਡੇ ਕੋਲੇ ਉਹ ਮਨੋਵਿਗਿਆਨਕ ਛੂਹਾਂ ਨਹੀਂ ਹੁੰਦੀਆਂ ਹੈਗੀਆਂ, ਉਹ ਮਨੋਵਿਗਿਆਨਕ ਪਸਾਰ ਨਹੀਂ ਹੁੰਦੇ ਹੈਗੇ ਜਿਨ੍ਹਾਂ ਰਾਹੀਂ ਅਸੀਂ ਮਸਲੇ ਨੂੰ ਸਮਝ ਸਕੀਏ। ਤੇ ਸੰਧੂ ਸਾਹਿਬ ਨੇ, ਮੈਡਮ ਗੁਰਪ੍ਰੀਤ ਨੇ, ਦਲਜੀਤ ਨੇ, ਇਹਨਾਂ ਨੇ ਤਿੰਨਾਂ ਨੇ ਬਹੁਤ ਕਮਾਲ ਦੀਆਂ ਗੱਲਾਂ ਸਾਡੇ ਸਾਹਮਣੇ ਲਿਆਂਦੀਆਂ ਨੇ ਤੇ ਗੁਰਨੈਬ ਨੇ ਬਹੁਤ ਸੋਹਣੇ ਸਵਾਲ ਕੀਤੇ ਨੇ। ਮੇਰੇ ਬਹੁਤ ਸਾਰੀਆਂ ਗੱਲਾਂ ਯਾਦ ਆਈਆਂ ਨਾਲ ਹਵਾਲਿਆਂ ਦੇ। ਜਦੋਂ ਤੁਸੀਂ ਸੰਧੂ ਸਰ ਨੇ ਹਵਾਲੇ ਦਿੱਤੇ, ਮੇਰਾ ਵੀ ਹਵਾਲਾ ਦਿੱਤਾ, ਮੈਡਮ ਗੁਰਪ੍ਰੀਤ ਨੇ ਗੱਲ ਕੀਤੀ, ਗੁਰਨੈਬ ਨੇ ਗੱਲ ਕੀਤੀ। ਮੈਂ ਇੱਕੋ ਹੀ ਗੱਲ ਕਰੂੰਗਾ, ਇੱਕ ਉਦਾਹਰਨ ਮੇਰੇ ਹੁਣ ਯਾਦ ਆ ਰਹੀ ਹੈ। ਅੱਜ ਦੇ ਸਾਡੇ ਬਹੁਤ ਵੱਡੇ ਕਲਾਕਾਰ ਨੇ ਕੁਲਵਿੰਦਰ ਬਿੱਲਾ, ਇਹ ਉਹਨਾਂ ਨੇ ਆਪਦੇ ਮੂੰਹੋਂ ਸੁਣਾਈ ਸੀ ਗੱਲ, ਮੇਰੇ ਤਾਂ ਇਹ ਗੱਲ ਯਾਦ ਵੀ ਨਹੀਂ ਸੀ ਕਿ ਇੱਕ ਵਾਰੀ ਸ਼ਹੀਦ ਭਗਤ ਸਿੰਘ ਕਲਾ ਮੰਚ ਦੀ ਸਟੇਜ ਤੇ ਉਹ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਆਇਆ ਸੀ ਕੁਲਵਿੰਦਰ ਬਿੱਲਾ, ਤੇ 2 ਕੁਲਵਿੰਦਰ ਸੀ ਉਸ ਮੁਕਾਬਲੇ ਦੇ ਵਿੱਚ। ਤੇ ਜਦੋਂ ਰਿਜ਼ਲਟ ਕੱਢਿਆ ਗਿਆ ਤਾਂ ਇਨਾਮ ਬੋਲਿਆ ਕਿ ਫਸਟ ਪ੍ਰਾਈਜ਼ ਕੁਲਵਿੰਦਰ ਨੂੰ, ਤੇ ਕੁਲਵਿੰਦਰ ਬਿੱਲਾ ਭੱਜ ਕੇ ਸਟੇਜ ਤੇ ਆ ਗਿਆ ਤੇ ਮੰਚ ਸੰਚਾਲਕ ਕਹਿੰਦਾ ਕਿ ਇਹ ਕੁਲਵਿੰਦਰ ਨਹੀਂ ਹੈਗਾ, ਉਹ ਕੁਲਵਿੰਦਰ ਹੋਰ ਹੈ। ਤੇ ਮੈਂ ਉਹਨੂੰ ਕਿਹਾ ਕਿ ਮੰਚ ਸੰਚਾਲਕ ਨੂੰ ਕਿਹਾ ਕਿ ਨਹੀਂ, ਜੇ ਇਹ ਸਟੇਜ ਤੇ ਆ ਗਿਆ ਤਾਂ ਇਹਨੂੰ ਇਨਾਮ ਜ਼ਰੂਰ ਦਿਓ, ਇਹਨੂੰ ਖਾਲੀ ਨਹੀਂ ਮੋੜਨਾ ਆਪਾਂ। ਤੇ ਕੁਲਵਿੰਦਰ ਬਿੱਲੇ ਦੀ ਆਪਣੀ ਸਟੇਟਮੈਂਟ ਸੀ, ਕਹਿੰਦਾ ਵੀ ਉਸ ਇਨਾਮ ਨੇ ਮੈਨੂੰ ਮਤਲਬ ਇਸ ਖੇਤਰ ਦੇ ਵਿੱਚ ਅੱਗੇ ਵਧਣ ਲਈ ਬਹੁਤ ਪ੍ਰੇਰਿਤ ਕੀਤਾ ਤੇ ਮੇਰੀ ਜ਼ਿੰਦਗੀ 'ਚ ਉਸ ਇਨਾਮ ਦਾ ਇੱਕ ਵੱਡਾ ਹੱਥ ਹੈ। ਸੋ ਪਤਾ ਨਹੀਂ ਤੁਹਾਡੇ ਹੱਥੋਂ ਕਿਹੋ ਜਿਹੀਆਂ ਕਿਹੜੇ ਵੇਲੇ ਗੱਲਾਂ ਹੋ ਜਾਂਦੀਆਂ ਨੇ ਜਦੋਂ ਤੁਸੀਂ ਬੱਚਿਆਂ ਨੂੰ ਇਨਾਮ ਦਿੰਦੇ ਹੋ ਜਾਂ ਬੱਚਿਆਂ ਨੂੰ ਸਜ਼ਾ ਦਿੰਦੇ ਹੋ। ਜਿਵੇਂ ਹੁਣੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਕਿ ਸਾਡੀਆਂ ਸਜ਼ਾਵਾਂ ਦੇ ਨਾਲ ਕਿੰਨੇ ਬੱਚੇ ਸਕੂਲੋਂ ਹਟ ਗਏ, ਇਹਦਾ ਅਸੀਂ ਕਦੇ ਡਾਟਾ ਹੀ ਨਹੀਂ ਕੱਢਿਆ ਹੈਗਾ। ਹਜ਼ਾਰਾਂ ਲੱਖਾਂ ਬੱਚਿਆਂ ਦਾ ਅਸੀਂ ਭਵਿੱਖ ਖਰਾਬ ਕੀਤਾ ਆਪਣੀਆਂ ਸਜ਼ਾਵਾਂ ਦੇ ਨਾਲ। ਪੁਰਾਣੇ ਸਮੇਂ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਸਹੀ ਹੈ ਜਿਹੜੀ ਪਹਿਲਾਂ ਸੰਧੂ ਸਾਹਿਬ ਨੇ ਕੀਤੀ, ਬਾਅਦ ਦਲਜੀਤ ਨੇ ਵੀ ਕੀਤੀ। ਬਹੁਤ ਸਾਰੇ ਬੱਚੇ ਟੀਚਰਾਂ ਦੇ ਡਰ ਕਰਕੇ ਸਕੂਲਾਂ ਦੇ ਵਿੱਚ ਨਹੀਂ ਆਏ ਜਾਂ ਆ ਕੇ ਹਟ ਗਏ ਸਕੂਲਾਂ ਦੇ ਵਿੱਚੋਂ। ਉਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਡੀਰੇਲ ਕਰਨ ਦੇ ਵਿੱਚ ਜਿੰਨੀ ਸਾਡੀ ਭੂਮਿਕਾ ਰਹੀ ਹੈ ਉਹ ਇੱਕ ਬਹੁਤ ਗੰਭੀਰ ਮਸਲਾ ਹੈ। ਸੋ ਇਸ ਕਰਕੇ ਇਹ ਕੋਈ ਸ਼ੱਕ ਨਹੀਂ ਕਿ ਸਜ਼ਾਵਾਂ ਘਟਾਈਆਂ ਜਾਣੀਆਂ ਚਾਹੀਦੀਆਂ ਨੇ, ਮੈਕਸਿਮਮ ਘਟਾਈਆਂ ਜਾਣੀਆਂ ਚਾਹੀਦੀਆਂ ਨੇ। ਬੇਸ਼ੱਕ ਸਾਡੇ ਸੁਭਾਅ ਦਾ ਹਿੱਸਾ ਹੈ, ਕਿਤੇ ਨਾ ਕਿਤੇ ਅਸੀਂ ਉਲਾਰ ਹੁੰਦੇ ਹਾਂ, ਕਿਤੇ ਸਾਨੂੰ ਗੁੱਸਾ ਵੀ ਆਉਂਦਾ ਹੈ, ਅਸੀਂ ਸਜ਼ਾਵਾਂ ਦਿੰਨੇ ਵੀ ਹਾਂ,
ਪਰ ਕਦੇ ਵੀ ਇਸ ਨੂੰ ਐਪਰੀਸ਼ੀਏਟ ਨਹੀਂ ਕਰਨਾ ਚਾਹੀਦਾ। ਇਸ ਨੂੰ ਹਮੇਸ਼ਾ ਆਪਣੀ ਕਮਜ਼ੋਰੀ ਮੰਨਣਾ ਚਾਹੀਦਾ ਹੈ ਤੇ ਇਸ ਨੂੰ ਆਪਣੇ ਸੁਭਾਅ ਦੇ ਵਿੱਚੋਂ ਲਗਾਤਾਰ ਖਾਰਜ ਕਰਨਾ ਚਾਹੀਦਾ ਹੈ। ਇਹਨੂੰ ਆਪਣੀ ਲਿਮਿਟੇਸ਼ਨ ਮੰਨ ਕੇ ਕੰਮ ਕਰਨਾ ਚਾਹੀਦਾ ਕਿ ਜੇ ਮੈਂ ਸਜ਼ਾ ਦਿੱਤੀ ਹੈ ਜਾਂ ਕਿਸੇ ਕਾਰਨ ਮੈਂ ਉਲਾਰ ਹੋ ਗਿਆ, ਮੈਨੂੰ ਗੁੱਸਾ ਆ ਗਿਆ, ਤੁਹਾਡੇ ਕੋਲ ਸਜ਼ਾ ਦਿੱਤੀ ਵੀ ਗਈ, ਤਾਂ ਉਸ ਨੂੰ ਕਦੇ ਵੀ ਆਪਦੀ ਖੂਬੀ ਨਾ ਮੰਨੋ ਕਿ ਮੇਰੀ ਬਹੁਤ ਵੱਡੀ ਪ੍ਰਾਪਤੀ ਸੀ। ਉਸ ਨੂੰ ਰਿਅਲਾਈਜ਼ ਕਰੋ ਕਿ ਮੈਥੋਂ ਉਹ ਗਲਤੀ ਹੋਈ ਹੈ ਤੇ ਮੈਨੂੰ ਆਪਣੇ ਆਪ ਤੇ ਇੰਨਾ ਪੇਸ਼ੈਂਸ ਰੱਖਣਾ ਚਾਹੀਦਾ ਸੀ ਕਿ ਮੈਂ ਉਸ ਵੇਲੇ ਉਲਾਰ ਨਾ ਹੁੰਦਾ ਤੇ ਮੈਂ ਬੱਚੇ ਨੂੰ ਸਜ਼ਾ ਨਾ ਦਿੰਦਾ। ਸੋ ਬਹੁਤ ਮਹੱਤਵਪੂਰਨ ਵਿਸ਼ੇ ਤੇ ਬਹੁਤ ਮਹੱਤਵਪੂਰਨ ਗੱਲਾਂ ਹੋਈਆਂ ਨੇ। ਮੈਂ ਹੁਣ ਇਸ ਡਿਬੇਟ ਨੂੰ ਲੰਬਾ ਨਹੀਂ ਕਰਦਾ ਹੈਗਾ ਕਿਉਂਕਿ ਤੁਹਾਡੀਆਂ ਗੱਲਾਂ ਬਹੁਤ ਵੈਲਿਊਏਬਲ ਨੇ। ਇਹਨਾਂ ਗੱਲਾਂ ਨੂੰ ਸੁਣਿਆ ਜਾਣਾ ਚਾਹੀਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਨੂੰ ਇਹਦਾ ਲਿੰਕ ਜਨਰੇਟ ਕਰਕੇ ਦੂਰ ਦੂਰ ਤੱਕ ਇਸ ਨੂੰ ਭੇਜਿਆ ਜਾਵੇ ਤਾਂ ਕਿ ਸਾਰੇ ਹੀ ਅਸੀਂ ਖਾਸ ਤੌਰ ਤੇ ਅਧਿਆਪਕ ਸਹਿਬਾਨ ਇਸ ਮਸਲੇ ਤੇ ਗੰਭੀਰ ਸੰਵਾਦ ਰਚਾਈਏ ਤੇ ਇਹਨਾਂ ਗੱਲਾਂ ਦੀ ਰੋਸ਼ਨੀ ਦੇ ਵਿੱਚ ਆਪਣੇ ਅਧਿਆਪਨ ਨੂੰ ਹੋਰ ਸੁਧਾਰੀਏ, ਆਪਣੇ ਅਧਿਆਪਨ ਨੂੰ ਹੋਰ ਮਾਡਲ ਕਰੀਏ, ਹੋਰ ਆਦਰਸ਼ ਕਰੀਏ। ਮੈਨੂੰ ਲੱਗਦਾ ਕਿ ਅੱਜ ਦੀ ਡਿਬੇਟ ਇਸ ਪੱਖੋਂ ਬਹੁਤ ਮਹੱਤਵਪੂਰਨ ਹੈ। ਸੋ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਤੁਹਾਡਾ, ਬਹੁਤ ਬਹੁਤ ਧੰਨਵਾਦ ਮੈਡਮ ਗੁਰਪ੍ਰੀਤ ਜੀ ਤੁਹਾਡਾ, ਦਲਜੀਤ ਸਿੰਘ ਜੀ ਤੁਹਾਡਾ, ਗੁਰਨੈਮ ਮੰਗਾਣੀਆ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਅੱਜ ਦੀ ਬਹਿਸ ਦਾ ਸੰਚਾਲਨ ਕੀਤਾ। ਜੋਗਿੰਦਰ ਗਿੰਦੇ ਨੇ ਸੋਹਣੇ ਸਵਾਲ ਕੀਤੇ। ਮੈਡਮ ਰੁਪਿੰਦਰ ਸੰਧੂ ਦਾ ਸਵਾਲ ਵੀ ਬਹੁਤ ਮਹੱਤਵਪੂਰਨ ਸੀ। ਇਹੋ ਜਿਹੀਆਂ ਉਲਝਣਾਂ ਸਾਡੇ ਸਾਹਮਣੇ ਅਕਸਰ ਆਉਂਦੀਆਂ ਨੇ ਤੇ ਬਾਕੀ ਸਾਰੇ ਸਾਥੀ ਜਿਹੜੇ ਸ਼ਾਮਲ ਹੋਏ ਨੇ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਜ਼ੂਮ ਤੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਪਲੇਟਫਾਰਮ ਤੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਸ਼ਨੀਵਾਰ ਕਿਸੇ ਹੋਰ ਵਿਸ਼ੇ ਦੇ ਨਾਲ, ਕਿਸੇ ਹੋਰ ਰੰਗ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਸਮੁੱਚੀ ਟੀਮ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ।